स्वागत है पीटीसी न्यूज़ ਦੇ ਵਿੱਚ ਸਾਰੇ ਦਰਸ਼ਕਾਂ ਦਾ ਤੇ ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਕਿਸੇ ਵੀ ਸੂਬੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਜਦੋਂ ਚੋਣਾਂ ਆਉਂਦੀਆਂ ਨੇ ਤਾਂ ਆਮ ਲੋਕਾਂ ਨੂੰ ਇਹ ਉਮੀਦ ਹੁੰਦੀ ਹੈ ਕਿ ਹੁਣ ਸਾਡੀ ਗੱਲ ਸੁਣੀ ਜਾਏਗੀ, ਹੁਣ ਘੱਟੋ ਘੱਟ ਜਿਹੜੇ ਲੀਡਰ ਸਾਹਿਬਾਨ ਸਾਡੇ ਬਰੂਹਾਂ ਤੇ ਆਣਗੇ, ਘੱਟੋ ਘੱਟ ਉਹਨਾਂ ਨੂੰ ਮੁੱਦੇ ਤਾਂ ਅਸੀਂ ਦੱਸ ਸਕਾਂਗੇ ਵੀ ਆਹ ਮੁੱਦਾ ਸਾਡਾ, ਆਹ ਮੁੱਦਾ ਹੈ, ਇਸ ਬਾਰੇ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ। ਪਰ ਇਸ ਚੋਣ ਨੂੰ ਜੇ ਆਪਾਂ ਪੂਰੀ ਤਰ੍ਹਾਂ ਦੇਖੀਏ ਤਾਂ ਐਂ ਲੱਗਦਾ ਕਿ ਮੁੱਦਾਹੀਣ ਰਹੀ ਹੈ ਇਸ ਵਾਰ ਦੀ ਇਹ ਚੋਣ, ਔਰ ਪ੍ਰਚਾਰ ਵੀ ਮੁੱਦਾਹੀਣ ਰਿਹਾ ਕਿਉਂਕਿ ਇਸ ਵਾਰ ਜ਼ਿਆਦਾ ਝਗੜਾ ਨਾਮਜ਼ਦਗੀਆਂ ਰੱਦ ਕਰਨ ਤੇ, ਨਾਮਜ਼ਦਗੀਆਂ ਭਰਨ ਤੇ, ਉਮੀਦਵਾਰ ਖੜੇ ਕਰਨ ਤੇ, ਪਰਚੇ ਦਰਜ ਕਰਨ ਤੇ ਹੀ ਲੰਘ ਗਿਆ। ਜਿਹੜੇ ਆਮ ਲੋਕਾਂ ਦੀ ਗੱਲ, ਮੁੱਦਿਆਂ ਦੀ ਗੱਲ ਹੈ ਜਿਹੜੀ ਉਹ ਅੱਖੋਂ ਪਰੋਖੇ ਹੁੰਦੀ ਹੋਈ ਨਜ਼ਰ ਆਈ ਹੈ। ਇਸੇ ਤੋਂ ਲੈ ਕੇ ਵਿਚਾਰ ਚਰਚਾ ਹਾਜ਼ਰ ਹਾਂ। प्रचार थम चुका है, सारे दिग्गजां ने अपनी पूरी वाह लगा दी है। ਜਿਹੜੇ ਉਮੀਦਵਾਰ खड़े सी उन्होंने पूरी कोशिश की है। कई अपनियां घरलियां दे हक दे विच आए ने, कोई रिश्तेदारां दे हक दे विच नितरे ने। 50% राखवांकरण किया गया इस बार पहली बार, उहदे की नतीजे आउणगे ये भी देखना बड़ा दिलचस्प होएगा। सो जाण पछाण शुरू करते हैं, पहला फिर आपां डिबेट च चलांगे। डॉक्टर दलजीत सिंह चीमा साहब मौजूद ने, सीनियर आगू ने श्रोमणी अकाली दल दे। सुखदेव सिंह जी साडे नाल मौजूद ने, बुलार ने पंजाब कांग्रेस दे। विनीत जोशी साहब सकत्तर ने पंजाब भाजपा दे। साधु सिंह बराड़ साहब सीनियर पत्रकार ने। नवदीप सिंह संघा साहब बुलार ने आम आदमी पार्टी दे। स्वागत है सारे मेहमानों का। चीमा साहब, श्रोमणी अकाली दल ने पूरी वाह ला दी, बीजेपी ने भी पूरी वाह ला दी कि चोणां ना होण या लेट होण, पर रुकिया नहीं कोई काम। देखो गल ये है कि असी ते जो हड्ड बीती है वो मीडिया के सामने भी लगातार रखी है, कमीशन के सामने भी रखी है, और जिहड़े साडे सूबे के कॉन्स्टिट्यूशनल हैड है मानयोग गवर्नर साहब उन्हां दे सामने भी रखी, और तत्थ जिहड़े आ वो सारे उन्हां दे सामने रखे है। जिन्हां 3 थावां दे उत्ते अनअपोज्ड जिते गए आ, वो 3 थावां उही है जिहड़ियां असीं कमीशन कोले बार-बार रौला पाउंदे सी कि इत्थे धक्केशाही जिहड़ी है वो शिखरां ते होई है। मल्लावाला, मखू, उहदे नाल बाघा पुराना, और बाकी थावां दे उत्ते जिउं-जिउं प्रचार ਚੱਲਿਆ, कुछ थावां ते ओपनली केस साडे उम्मीदवारां दे खिलाफ, किसी दे बच्चे दे खिलाफ, किसी दे होर रिश्तेदार दे खिलाफ, और कई थावां ते लुकमीਆਂ धमकियां, किते कोई SHO जा रहा है, किते कोई ASI जा रहा। ये लगातार प्रक्रिया जिहड़ी है वो ये चलदी पई है। और हुण जदों प्रचार खत्म हो गया तो हुण मेरे ख्याल काम सिर्फ पुलिस दा बाकी रह गया। जिहड़ी सानू लगदा है कि जो हालात है, जिस तरीके दा सरकार दा रवैया ਉਹਦੇ ਨਾਲ ਇਹ ਜਿਹੜੇ ਆਉਣ ਵਾਲੇ ਘੰਟੇ ਹੈ ਸਾਡੇ ਵਾਸਤੇ ਜ਼ਿਆਦਾ ਖਤਰਨਾਕ ਹੈ। ਪਰ ਫਿਰ ਵੀ ਮੈਂ ਕਹਿਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਗੱਠਜੋੜ ਕੋਈ ਨਵਾਂ ਲਾਇੰਸ ਨਹੀਂ। ਕੱਲ ਜਲੰਧਰ ਦੇ ਵਿੱਚ ਵੀ ਤੁਹਾਡੇ ਸਾਹਮਣੇ ਹੋਇਆ ਜੀ ਕਿ ਸਾਰੇ ਬੰਦਿਆਂ ਦੇ ਉੱਤੇ ਜਿਨ੍ਹਾਂ ਨੇ ਪ੍ਰੋਟੈਸਟ ਕੀਤਾ ਅੰਦਰ ਕਰਤੇ ਹੋ, ਇੱਕ ਬੰਦੇ ਨੂੰ ਕੇਸ ਖਿਲਾਫ ਰਜਿਸਟਰ ਹੋਣ ਵਾਸਤੇ, ਜਿੰਨੇ ਲੋਕਲ ਲੀਡਰ ਸੀ ਸਾਡੇ ਬੀਜੇਪੀ ਦੇ, ਚਾਹੇ ਜ਼ਿਲ੍ਹੇ ਦਾ ਪ੍ਰਧਾਨ ਸੀ ਚਾਹੇ ਹੋਰ ਸੀ, ਉਹਨਾਂ ਦੇ ਖਿਲਾਫ ਕੇਸ ਦਰਜ ਕਰ ਦਿੱਤਾ। ਇਸੇ ਤਰ੍ਹਾਂ ਧਰਮਕੋਟ ਦੇ ਵਿੱਚ ਜੈਦਤ ਤੋਤਾ ਸਿੰਘ ਜੀ ਨੇ ਮੈਨੂੰ ਦੱਸਿਆ ਕਿ ਜਿਹੜਾ ਸਾਡਾ ਪ੍ਰਧਾਨ ਸੀ ਉਹਦੀ ਵਾਈਫ ਇਲੈਕਸ਼ਨ ਲੜ ਰਹੀ ਸੀ, ਉੱਥੇ ਉਹਦੇ ਮੁੰਡੇ ਦੇ ਖਿਲਾਫ ਕੇਸ ਜਿਹੜਾ ਕਿਸੇ ਲੇਡੀ ਕੋਲੋਂ ਐਪਲੀਕੇਸ਼ਨ ਲੈ ਕੇ ਦਰਜ ਕਰਤਾ। ਆ ਹੁਣੇ ਮੈਨੂੰ ਬੀਬੀ ਜਗੀਰ ਕੌਰ ਜੀ ਦਾ ਫੋਨ ਆਇਆ ਸੀ ਕਿ ਉਹਨਾਂ ਦੇ ਉੱਥੇ ਬੇਗੋਵਾਲ 10 ਨੰਬਰ ਵਾਰਡ ਦੇ ਵਿੱਚ ਅਮਰਜੀਤ ਬੱਬੀ ਨਾਮ ਦਾ ਵਿਅਕਤੀ ਹੈ, 3 ਵਾਰੀ ਕਾਉਂਸਲਰ ਬਣਿਆ ਜੀ, ਉਹਦੀ ਵਾਈਫ ਵੀ ਕਾਉਂਸਲਰ ਬਣੀ ਹੈ, ਉਹ ਇਲੈਕਸ਼ਨ ਲੜ ਰਹੀ ਸੀ। ਉੱਤੇ ਇੰਨਾ ਦਬਾਅ ਪਾਇਆ ਜਾ ਰਿਹਾ ਕਿ ਤੂੰ ਅਨਾਉਂਸ ਕਰਕੇ ਮੈਂ ਕਾਂਗਰਸ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਬੈਠ ਗਿਆ। ਇਸ ਕਰਕੇ ਹੁਣ ਤਾਂ ਇਹੀ ਰਹਿ ਗਿਆ ਸਾਹਿਬ, ਕਾਂਗਰਸ ਪਾਰਟੀ ਇਹ ਕਹਿੰਦੀ ਹੈ ਕਿ ਤੁਹਾਨੂੰ ਤੁਹਾਡੀ ਹਾਰ ਸਾਹਮਣੇ ਦਿਖ ਰਹੀ ਹੈ ਬੀਜੇਪੀ ਨੂੰ ਔਰ ਅਕਾਲੀ ਦਲ ਨੂੰ, ਇਸੇ ਕਰਕੇ ਹੁਣ ਤੁਸੀਂ ਬੇਸ ਬਣਾ ਰਹੇ ਹੋ ਕਿ ਕੱਲ ਨੂੰ ਜਦੋਂ ਨਤੀਜੇ ਆਣਗੇ ਅਸੀਂ ਕਹਿਣ ਜੋਗੇ ਹੋਵਾਂਗੇ ਵੀ ਆਹ ਬੇਸ ਹੈ ਜੀ ਸਾਡਾ। ਦੇਖੋ ਮੀਡੀਆ ਨੇ ਸਾਰਾ ਕੁਝ ਦੇਖਿਆ, ਜੋ ਕੁਝ ਮਖੂ 'ਚ ਹੋਇਆ, ਮੱਲਾਵਾਲਾ 'ਚ ਹੋਇਆ, ਖੇਮਕਰਨ 'ਚ ਹੋਇਆ, ਧਰਮਕੋਟ 'ਚ ਹੋਇਆ, ਪੰਜਤੂਰ 'ਚ ਹੋਇਆ, ਇੱਥੇ ਪਟਿਆਲੇ ਦੇ ਵਿੱਚ, ਘਨੌਰ ਦੇ ਵਿੱਚ ਹੋਇਆ। ਜੇ ਤਾਂ ਉਹਦੇ 'ਚ ਇੱਕ ਗੱਲ ਤੇ ਵੀ ਕਾਂਗਰਸ ਸੱਚੀ ਹੋਵੇ ਫਿਰ ਤਾਂ ਸਾਡਾ ਹੁਣ ਇੱਕ ਥਾਂ ਤੇ ਕਿਤੇ ਰੌਲਾ ਕੋਈ ਗਲਤ ਪਾ ਸਕਦਾ। ਸਾਰੇ ਥਾਵਾਂ ਦੇ ਉੱਤੇ ਜਿਹੜਾ ਹੈਗਾ ਇਹ ਇੰਨਾ ਕੁਛ ਨੰਗਾ ਚਿੱਟਾ ਹੋਇਆ, ਜੇ ਹਾਲੇ ਵੀ ਕਾਂਗਰਸ ਦੀ ਤਸੱਲੀ ਨਹੀਂ ਹੁੰਦੀ ਤੇ ਫਿਰ ਵੀ ਮੈਂ ਸਮਝਦਾ ਕਿ ਅਸੀਂ ਡੈਮੋਕ੍ਰੇਸੀ ਨੂੰ ਜਿੰਦਾ ਰੱਖਣ ਵਾਸਤੇ ਪਾਰਟੀਆਂ ਸਾਡੀਆਂ ਪੁਰਾਣੀਆਂ, ਔਰ ਇਹਨਾਂ ਪਰਚਿਆਂ ਤੋਂ ਨਹੀਂ ਡਰਦੀਆਂ, ਇਹਨਾਂ ਧਮਕੀਆਂ ਤੋਂ ਨਹੀਂ ਡਰਦੀਆਂ। ਅਖੀਰਲੇ ਟਾਈਮ ਤੱਕ 4 ਵਜੇ ਤੱਕ ਪੋਲਿੰਗ ਹੋਣ ਤੱਕ ਡਟ ਕੇ ਜਿਹੜੇ ਆ ਉਹ ਕਾਂਗਰਸ ਦੇ ਖਿਲਾਫ ਲੜਾ। ਠੀਕ, ਸੁਖਦੇਵ ਸਿੰਘ ਜੀ, ਮੇਰਾ ਇੱਕ ਸਵਾਲ, ਤੁਹਾਨੂੰ ਬੜਾ ਵੱਡਾ ਮੈਂਡੇਟ ਮਿਲਿਆ ਇਸ ਵਾਰ ਵਿਧਾਨ ਸਭਾ ਚੋਣਾਂ ਦੇ ਵਿੱਚ, ਉਸ ਤੋਂ ਬਾਅਦ ਗੁਰਦਾਸਪੁਰ ਦੀ ਚੋਣ ਦੇ ਵਿੱਚ ਇੱਕ ਤੁਸੀਂ ਵੱਡਾ ਮੈਂਡੇਟ ਲੈ ਕੇ ਜਿੱਤ ਹਾਸਲ ਕੀਤੀ ਹੈ। ਫਿਰ ਅਜਿਹੇ ਇਲਜ਼ਾਮ ਪਹਿਲੀ ਗੱਲ ਤਾਂ ਲੱਗਣੇ ਨਹੀਂ ਚਾਹੀਦੇ ਸੀਗੇ। ਤੁਹਾਨੂੰ ਪੂਰਾ ਵਿਸ਼ਵਾਸ ਹੈ ਕਿ ਪੰਜਾਬ ਦੀ ਜਨਤਾ ਤੁਹਾਡੇ ਨਾਲ ਹੈ, ਤੁਹਾਡੇ ਤੇ ਭਰੋਸਾ ਇੱਕ ਵਾਰ ਨਹੀਂ 2 ਵਾਰ ਕੀਤਾ, ਫਿਰ ਅਜਿਹੀਆਂ ਗੱਲਾਂ ਦੀ ਜ਼ਰੂਰਤ ਕਿਉਂ ਪੈ ਗਈ? ਦੇਖੋ ਚੀਮਾ ਸਾਹਿਬ ਸਾਡੇ ਬੜੇ ਰਿਸਪੈਕਟਡ ਹੈ ਤੇ
ਇਹਨਾਂ ਨੇ ਜੋ ਆਪਣੀ ਗੱਲਾਂ ਰੱਖੀਆਂ ਨੇ, ਇਹ ਗੱਲ ਬਿਲਕੁਲ ਕੋਈ ਇਹਨਾਂ ਦੇ ਵਿੱਚ ਕੋਈ ਉਹ ਹੈ ਨਹੀਂ ਗੀ। ਜੇ ਤੁਸੀਂ ਮੱਲਾਂ ਵਾਲੇ ਦੀ ਗੱਲ ਕਰ ਲਓ, ਮੱਲਾਂ ਵਾਲੇ ਟਾਈਮ ਦੇਤਾ, ਉਸ ਤੋਂ ਬਾਅਦ ਕਿਹੜਾ ਕੋਈ ਕਾਗਜ਼ ਭਰਨ ਆ ਗਿਆ। ਜੇ ਕੋਈ ਬਾਘਾ ਪੁਰਾਣਾ ਦੀ ਗੱਲ ਹੈ, ਬਾਘਾ ਪੁਰਾਣਾ ਵੀ ਇਦਾਂ ਦੀ ਕੋਈ ਇਹੋ ਜਿਹੀ ਗੱਲ ਨਹੀਂ ਸੀ। ਜੇ ਹੁਣ ਅਸੀਂ ਇਹ ਕਹੀਏ ਵੀ ਤੀਰਥ ਸਿੰਘ ਮਾਲਾ ਜੀ ਦਾ ਖੁਦ ਅੰਦਰ ਬੈਠੇ ਸੀਗੇ ਐਸਡੀਐਮ ਸਾਹਿਬ ਦੇ, ਆਪ ਵਧਾਈਆਂ ਦੇਈ ਜਾਂਦੇ ਸੀ ਬਰਾੜ ਸਾਹਿਬ ਨੂੰ ਵੀ ਭਾਈ ਤੁਸੀਂ ਅਨਪੋਸਟ ਹੋ ਗਏ। ਇਹ ਗੱਲਾਂ ਜਿਹੜੀਆਂ ਨੇ ਬਿਲਕੁਲ ਤੱਥਾਂ ਤੋਂ ਉਹ ਨੇ ਵੀ ਠੀਕ ਹੈ ਵੀ ਅੱਜ ਤੁਸੀਂ ਖੁਦ ਹੀ ਕਹਿ ਚੁੱਕੇ ਹੋਗੇ, ਸਾਨੂੰ ਇਹ ਗੱਲ ਕਹਿੰਦੇ ਸੀ ਬਾਰ-ਬਾਰ, ਕਹਿੰਦੇ ਚੰਗੇ ਨਹੀਂ ਲੱਗਦੇ। ਠੀਕ ਹੈ ਕਿ ਗਰਾਊਂਡ ਬਣਾਈ ਜਾ ਰਹੀ ਹੈ, ਔਰ ਇਦਾਂ ਦੀ ਜੇ ਕੋਈ ਗੱਲ ਹੁੰਦੀ ਤਾਂ ਜਿਹੜੀ ਕੋਈ ਘੱਟੋ ਘੱਟ ਜੇ ਕੋਈ ਅਸੀਂ ਜਿਹੜੀਆਂ ਕਾਰਪੋਰੇਸ਼ਨ ਜਿਹੜੀਆਂ 3 ਵੱਡੀਆਂ ਨੇ, ਸਭ ਤੋਂ ਵੱਡਾ ਰੌਲਾ ਤਾਂ ਉੱਥੇ ਪੈਂਦਾ ਵੀ ਉਹਨਾਂ ਨੂੰ ਜਿਹੜੀਆਂ ਕਿਵੇਂ ਕੰਟਰੋਲ ਕੀਤਾ ਜਾਵੇ, ਚਾਹੇ ਉਹ ਅੰਮ੍ਰਿਤਸਰ ਹੈ, ਚਾਹੇ ਉਹ ਜਲੰਧਰ ਹੈ, ਚਾਹੇ ਉਹ ਪਟਿਆਲਾ ਹੈ। ਕੋਈ ਇਦਾਂ ਦੀ ਘਟਨਾ ਹੋਈ ਨਹੀਂ। ਠੀਕ ਹੈ ਨਾ। ਮੈਂ ਇੱਕ ਗੱਲ ਤੁਸੀਂ ਕਹਿ ਰਹੇ ਹੋ ਕਿ ਅਜਿਹਾ ਕੁਝ ਨਹੀਂ ਹੈਗਾ। ਜੇ ਅਜਿਹਾ ਕੁਝ ਨਾ ਹੁੰਦਾ ਤੇ ਸੂਬਾਈ ਚੋਣ ਕਮਿਸ਼ਨਰ ਨੇ ਜਿਹੜਾ ਐਕਸ਼ਨ ਕਿਉਂ ਲਿਆ, ਡੇਟ ਸਕਰੂਟਨੀ ਦੀ ਡੇਟ ਕਿਉਂ ਕਿ ਵਧਾਈ, ਐਸਐਚਓ ਡੀਐਸਪੀ ਦਾ ਤਬਾਦਲਾ ਕਿਉਂ ਕੀਤਾ? ਜੇ ਕੁਝ ਮਾਮਲੇ ਦੇ ਵਿੱਚ ਸੱਚਾਈ ਸੀ ਤਾਂ ਹੀ ਕੋਈ ਐਕਸ਼ਨ ਲਿਆ ਗਿਆ ਜਾਂ ਕੁਝ ਹੋਇਆ ਹੀ ਨਹੀਂ ਉੱਥੇ? ਜੇ ਐਸਐਚਓ ਡੀਐਸਪੀ ਦਾ ਤਬਾਦਲਾ ਇਸ ਕਰਕੇ ਹੋਇਆ ਵੀ ਜਦੋਂ ਉੱਥੇ ਇੱਕ ਗਰੁੱਪ ਕਾਂਗਰਸ ਦਾ ਜਿਹੜਾ ਸੀਗਾ, ਜਿਹੜਾ ਉੱਥੇ ਕਾਗਜ਼ ਭਰਨ ਵਾਸਤੇ ਜਾ ਰਿਹਾ ਸੀਗਾ, ਉਹ ਪੈਟਰੋਲ ਪੰਪ ਤੇ ਸੀਗਾ, ਤਾਂ ਦੂਜੇ ਗਰੁੱਪ ਨੂੰ ਉੱਥੇ ਉਧਰ ਦੀ ਆਉਣ ਕਿਉਂ ਦਿੱਤਾ ਗਿਆ? ਉਹ ਆਪਸ ਦੇ ਵਿੱਚ ਉੱਥੇ ਡੀਐਸਪੀ ਐਸਐਚਓ ਦੀ ਗਲਤੀ ਸੀ, ਇਸ ਕਰਕੇ ਚੋਣ ਕਮਿਸ਼ਨਰ ਨੇ ਕੀਤਾ। ਅਸੀਂ ਉਸ ਨੂੰ ਡਿਫੈਂਡ ਤਾਂ ਨਹੀਂ ਕਰ ਰਹੇ ਵੀ ਐਸਐਚਓ ਡੀਐਸਪੀ ਦੀ ਟ੍ਰਾਂਸਫਰ ਕਿਉਂ ਹੋਈ ਹੈ। ਠੀਕ ਹੈ, ਉਹ ਇਲੈਕਸ਼ਨ ਕਮਿਸ਼ਨ ਦੀ ਬਣਦੀ ਸੀ, ਔਰ ਜੇ ਕੋਈ ਕਿਤੇ ਕੋਈ ਗਲਤੀ ਕਰੂਗਾ ਉਹਨੂੰ ਇਲੈਕਸ਼ਨ ਕਮਿਸ਼ਨ ਤੇ ਉਹ ਤੇ ਕੋਈ ਸੰਗਿਆਨ ਲੈਂਦਾ, ਕੋਈ ਮਾੜੀ ਗੱਲ ਥੋੜਾ ਚੰਗੀ ਗੱਲ ਹੈ, ਔਰ ਅਸੀਂ ਤਾਂ ਆਪ ਉਸ ਨੂੰ ਐਪਰੀਸ਼ੀਏਟ ਕਰਦੇ ਹਾਂ ਵੀ ਜੇ ਇਲੈਕਸ਼ਨ ਕਮਿਸ਼ਨ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਮਾਮਲਾ ਕੁਝ ਸੀਗਾ ਤਾਂ ਹੀ ਐਕਸ਼ਨ ਹੋਇਆ। ਤੁਸੀਂ ਕਹਿ ਰਹੇ ਹੋ ਕਿ ਕੋਈ ਮਾਮਲਾ ਹੀ ਨਹੀਂ ਅਜਿਹਾ, ਕੁਝ ਹੋਇਆ ਨਹੀਂ ਉੱਥੇ। ਮਾਮਲਾ ਜਿਹੜਾ ਐਲੀਗੇਸ਼ਨ ਲਾ ਰਿਹਾ, ਹੁਣ ਮੈਂ ਉਹੀ ਤੁਹਾਨੂੰ ਮੈਂ ਕਹਿੰਦਾ, ਅਸੀਂ ਐਡੇ ਸੀਨੀਅਰ ਬੰਦੇ ਇਹਨਾਂ ਤੇ ਕਾਊਂਟਰ ਐਲੀਗੇਸ਼ਨ ਲਾਉਂਦੇ ਚੰਗੇ ਨਹੀਂ ਲੱਗਦੇ। ਜੇ ਉਹਨਾਂ ਦੀ ਤੁਸੀਂ ਬਕਾਇਦਾ ਤੌਰ ਤੇ ਸਟੋਰੀ 'ਚ ਜਾਓਗੇ, ਉੱਥੇ ਤੱਥ ਕੁਝ ਹੋਰ ਹੀ ਨੇ, ਔਰ ਜਾਣ ਬੁੱਝ ਕੇ ਇਹ ਜਾਣ ਕੇ ਸਿਚੁਏਸ਼ਨ ਕ੍ਰੀਏਟ ਕੀਤੀ ਗਈ, ਇਹ ਮਾਹੌਲ ਬਣਾਉਣ ਵਾਸਤੇ। ਅਕਾਲੀ ਦਲ ਨੇ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ। ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੀ ਸਾਡੇ ਨਾਲ ਮੌਜੂਦ ਨੇ। ਸੰਘਾ ਸਾਹਿਬ, ਨਵਦੀਪ ਸਿੰਘ ਸੰਘਾ ਜੀ, ਜਿਸ ਤਰ੍ਹਾਂ ਇਹ ਐਲੀਗੇਸ਼ਨ ਲਾ ਰਹੇ ਨੇ ਕਿ ਇਹ ਇੱਕ ਭੂਮਿਕਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਜੇਕਰ ਅਸੀਂ ਹਾਰ ਗਏ ਤਾਂ ਆਹ ਸਾਡਾ ਗਰਾਊਂਡ ਬੇਸ ਹੋਏਗਾ ਕਿ ਆਹ ਧੱਕੇਸ਼ਾਹੀ ਹੋਈ ਹੈ ਜਿਸ ਕਰਕੇ ਅਸੀਂ ਚੋਣਾਂ ਨਹੀਂ ਜਿੱਤ ਸਕੇ। ਆਮ ਆਦਮੀ ਪਾਰਟੀ ਕੀ ਕਹਿੰਦੀ ਹੈ? ਦੇਖੋ ਜੀ, ਜਿਹੜੇ ਇਲੈਕਸ਼ਨ ਮੈਂ ਸਮਝਦਾ ਟੋਟਲੀ ਇਹ ਮਰਡਰ ਆਫ ਡੈਮੋਕ੍ਰੇਸੀ ਹੈ, ਕਿਉਂਕਿ ਸਾਡੇ ਉੱਥੇ ਬਾਘਾ ਪੁਰਾਣਾ ਇਲੈਕਸ਼ਨ ਹੋਏ ਆ, ਜਿਹੜੀਆਂ ਨਾਮਜ਼ਦਗੀਆਂ ਜਦੋਂ ਹੋਣੀਆਂ ਸੀ, ਕੋਈ ਨੋ ਡਿਊ ਸਰਟੀਫਿਕੇਟਸ ਇਸ਼ੂ ਹੋਏ। ਇਸੇ ਤਰ੍ਹਾਂ ਫਤਿਹਗੜ੍ਹ ਪੈਂਤੂਰ, ਧਰਮਕੋਟ, ਹਰ ਜਗ੍ਹਾ ਜਿਹੜਾ ਹੈਗਾ ਬੇਸਿਕਲੀ ਲੋਕਤੰਤਰ ਦਾ ਜਿਹੜਾ ਹੈਗਾ ਕਾਨ ਹੋਇਆ। ਔਰ ਦੂਜੀ ਗੱਲ ਇਹ ਕਰਦੇ ਆ ਕਿ ਜਿਹੜੀਆਂ ਇਹ ਲੋਕਲ ਬਾਡੀਜ਼ ਨੇ ਜੀ 1966 ਦੇ ਵਿੱਚ ਇਹ ਬਣੀਆਂ ਸੀ, ਔਰ 1979 ਦੇ ਵਿੱਚ ਇਹਨਾਂ ਨੂੰ ਪਰਮਾਨੈਂਟ ਜਿਹੜਾ ਸਟੇਟਸ ਮਿਲ ਗਿਆ ਸੀ। ਠੀਕ ਹੈ। ਔਰ ਉਸ ਤੋਂ ਸਮੇਂ ਤੋਂ ਲੈ ਕੇ ਅੱਜ 38 ਸਾਲ ਹੋ ਗਏ। ਅੱਜ ਉਹੀ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ ਔਰ ਜੋ ਇਹ ਲੋਕਲ ਬਾਡੀਜ਼ ਨੇ, ਇਹਨਾਂ ਦੇ ਏਜੰਡੇ ਉੱਥੇ ਹੀ ਖੜੇ, ਗਲੀਆਂ ਨਾਲੀਆਂ ਤੇ ਹੀ ਖੜੇ। ਔਰ ਜੋ ਇਹ ਪੋਲੀਟੀਕਲ ਪੁਰਾਣੀਆਂ ਪਾਰਟੀਜ਼ ਨੇ, ਇਹਨਾਂ ਦੇ ਜਿਹੜੇ ਨੁਮਾਇੰਦੇ ਨੇ, ਆਪਸ ਦੇ ਵਿੱਚ ਜੋ ਮਰਜ਼ੀ ਹੋਵੇ, ਇਲੈਕਸ਼ਨ ਤੋਂ ਬਾਅਦ ਕਿਤੇ ਨਾ ਕਿਤੇ ਇਹਨਾਂ ਦਾ ਆਪਸ ਦੇ ਵਿੱਚ ਸਮਝੌਤਾ ਹੁੰਦਾ, ਔਰ ਉੱਥੇ ਜਾ ਕੇ ਜਿਹੜੇ ਲੋਕਲ ਬੰਦੇ ਆ ਉਹਨਾਂ ਦੇ ਆਪਸ ਦੇ ਵਿੱਚ ਟਕਰਾਅ ਹੁੰਦੇ ਰਹਿੰਦੇ, ਔਰ ਨਾ ਤਾਂ ਉੱਥੇ ਕਿਤੇ ਕੋਈ ਡਿਵੈਲਪਮੈਂਟ ਦਾ ਕੋਈ ਕੰਮ ਹੁੰਦਾ, ਔਰ ਜਿਹਦੇ ਨਾਲ ਆਮ ਲੋਕ ਸਫਰ ਕਰਦੇ ਆ, ਕਿਉਂਕਿ ਪੋਲੀਟੀਕਲ ਬੰਦਿਆਂ ਦੇ ਨਾਲ ਬਹੁਤ ਥੋੜੇ ਬੰਦੇ ਜੁੜੇ ਹੁੰਦੇ ਆ। ਆਮ ਜਿਹੜੀ ਜਨਤਾ ਹੈਗੀ ਆ, ਜਿਹਦੇ ਵਿੱਚ ਜੇ ਦੇਖ ਲਈਏ, ਚਲੋ ਬਦਲਾਅ ਲੈਣ ਲਈ ਤੁਸੀਂ ਆਪਣੇ ਉਮੀਦਵਾਰ ਖੜੇ ਕੀਤੇ ਨੇ ਨਾ, ਆਪਣੀ ਪਾਰਟੀ ਬਾਰੇ ਦੱਸੋ। ਸਾਡੀ ਪਾਰਟੀ ਵੱਲੋਂ ਜਿਹੜੇ ਉਮੀਦਵਾਰ ਖੜੇ ਹੋਏ ਆ, ਜੇ ਸਾਡੇ ਵੀ ਆਮ ਆਦਮੀ ਦੇ ਨਿਸ਼ਾਨ ਤੇ ਖੜਦੇ ਤਾਂ ਹੋ ਸਕਦਾ ਸਾਰੇ ਰਿਜੈਕਟ ਹੋ ਜਾਂਦੇ। ਬਹੁਤ ਸਾਰੇ ਕੈਂਡੀਡੇਟ ਜਿਹੜੇ ਇਸ ਤਰ੍ਹਾਂ ਦੇ ਲੱਭੇ ਗਏ ਆ, ਜਿਹੜੇ ਸਾਫ਼ ਅਕਸ ਵਾਲੇ ਆ, ਔਰ ਉਹ ਇੰਡੀਪੈਂਡੈਂਟ ਵੀ ਖੜੇ ਆ, ਜਿਨ੍ਹਾਂ ਨੂੰ ਸਾਡੀ ਪਾਰਟੀ, ਜਿਹਨਾਂ ਨੂੰ ਤੁਸੀਂ ਚੋਣ ਨਿਸ਼ਾਨ ਤੋਂ ਬਿਨਾਂ ਲੜਾ ਰਹੇ। ਚਲੋ ਸੁਖਦੇਵ ਸਿੰਘ ਜੀ, ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਇੰਨਾ ਡਰ ਹੈ ਕਿ ਚੋਣ ਨਿਸ਼ਾਨ ਤੱਕ ਨਹੀਂ ਦਿੱਤਾ ਗਿਆ, ਆਜ਼ਾਦ ਤੌਰ ਤੇ ਖੜੇ ਕੀਤੇ ਕਿ ਨਹੀਂ ਉਮੀਦਵਾਰ, ਜੇ ਦਿੱਤਾ ਜਾਂਦਾ ਸਾਰਿਆਂ ਦੀ ਨਾਮਜ਼ਦਗੀ ਕੈਂਸਲ ਹੋ ਜਾਏ। ਦੇਖੋ ਗੱਲ ਇਹ ਹੈ, ਹੁਣ ਆਮ ਆਦਮੀ ਵਾਲਿਆਂ ਨੂੰ ਨਾ ਅੰਮ੍ਰਿਤਸਰ ਦੇ ਵਿੱਚ ਪੂਰੇ ਕੈਂਡੀਡੇਟ ਲੱਭੇ, ਉੱਥੇ ਵੀ ਇਹ 65 ਬੰਦਿਆਂ ਦੀ ਲੜਾ ਰਹੇ ਆ, ਏਦਾਂ ਹੀ ਇਹ ਜਲੰਧਰ 'ਚ ਹੈ, ਏਦਾਂ ਹੀ ਇਹ ਪਟਿਆਲੇ 'ਚ ਹੈ, ਕੈਂਡੀਡੇਟ ਪੂਰੇ ਖੁਦ ਨਹੀਂ ਲੱਭੇ। ਹੁਣ ਇਹ ਕਹਿੰਦੇ ਜੀ ਅਸੀਂ ਉਹ ਆ, ਇਹ ਤਾਂ ਇਹ ਗੱਲ ਇਹ ਹੋ ਗਈ ਵੀ ਜਦੋਂ ਇਹਨਾਂ ਨੂੰ ਕੋਈ ਕੈਂਡੀਡੇਟ ਨਹੀਂ ਲੱਭੇ, ਹੁਣ ਠੀਕ ਆ, ਹੋ ਸਕਦਾ ਵੀ ਇਹਨਾਂ ਦੇ ਕੋਈ ਬੰਦੇ ਕੋਈ ਕਿਸੇ ਇੰਡੀਪੈਂਡੈਂਟ ਦੀ ਸਪੋਰਟ ਕਰਦੇ, ਹੁਣ ਕੈਂਡੀਡੇਟ ਪੂਰੇ ਲੱਭੇ ਹੀ ਨਹੀਂ। ਇਹ ਗੱਲ ਬੜੀ ਕੌੜੀ ਸੱਚਾਈ ਹੈ। ਉਸ ਤੋਂ ਬਾਅਦ ਭੱਜ ਨੱਠ ਕੀਤੀ, ਅੰਮ੍ਰਿਤਸਰ 'ਚ ਇਕੱਲੇ 'ਚ ਇਹਨਾਂ ਨੇ ਇੱਕ ਅਲਾਇੰਸ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਬਾਕੀ ਹੋਰ ਧਿਰਾਂ ਨਾਲ, ਜਿਵੇਂ ਚਾਹੇ CPI ਜਾਂ ਹੋਰ ਅਲਾਇੰਸ ਬਣਾ ਕੇ ਕੋਸ਼ਿਸ਼ ਕੀਤੀ, ਤਾਂ ਵੀ ਪੂਰੇ ਨਹੀਂ ਹੋਏ। ਇਸ ਕਰਕੇ ਇਹਨਾਂ ਦਾ ਕਹਿਣਾ ਬਿਲਕੁਲ ਉਹ ਨਿਰਾਧਾਰ ਗੱਲ ਹੈ ਵੀ ਬਾਕੀ ਠੀਕ ਹੈ। ਇਹਨਾਂ ਦੀ ਗੱਲ ਜਿਹੜੀ ਹੈ, ਚਲੋ ਮੈਂ ਤਾਂ ਇੱਕ ਗੱਲ ਬੜੀ ਇਸ ਕਰਕੇ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਵੀ ਅੱਜ ਜਿਵੇਂ ਅੱਜ ਜੇ ਅਸੀਂ ਇੱਥੇ ਬੈਠੇ ਹਾਂ ਡਿਬੇਟ ਤੇ, ਇਹ ਹੁਣ ਕਹਿੰਦੇ ਬਾਅਦ 'ਚ ਇਹ ਮਿਲ ਜਾਂਦੇ ਨੇ। ਇਹਨਾਂ ਦੇ ਜਿਹੜੇ ਮੇਨ ਸਪੋਕਸਮੈਨ ਨੇ, ਲੀਡਰ ਆਫ ਅਪੋਜੀਸ਼ਨ, ਉਹ ਪਹਿਲਾਂ ਤਾਂ ਕਹਿੰਦੇ ਜੀ ਇਹ ਢਾਡੀਆਂ ਵਾਂਗੂ ਐਂ ਕਰਦੇ ਆ, ਇਕੱਠੇ ਆ। ਜਦੋਂ ਹੁਣ ਦੀ ਗੱਲ ਆ ਗਈ, ਉਹ ਪਰਸੋਂ ਉਹ ਬਿਆਨ ਦੇ ਰਹੇ ਸੀ ਵੀ ਇਹ ਤਾਂ ਜੀ ਉਹ ਜਦੋਂ ਇਹ ਇਲੈਕਸ਼ਨਾਂ ਦੀ ਜਦੋਂ ਧੱਕਾ ਕਰਦੇ ਆ,
ਉਹ ਪਾਰਾਮਿਲਟਰੀ ਫੋਰਸਿਸ ਬੁਲਾ ਲੈਂਦੇ ਆ, ਇਹ ਕਰਦੇ ਦੋ ਬੁਲਾ ਲੈਂਦੇ ਆ, ਹੁਣ ਇਹ ਕਹਿੰਦੇ ਆਪਸ 'ਚ ਲੜਦੇ ਆ। ਦੇਖੋ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਉਹਨਾਂ ਦਾ ਸਟੈਂਡ ਕੀ ਹੈ। ਢਾਡੀਆਂ ਵਾਲਾ ਹੈ ਕਿ ਇਹ ਜਿਹੜਾ ਉਹ ਹੁਣ ਕਹਿ ਰਹੇ ਉਹ ਹੈ, ਸੱਚੀ ਗੱਲ ਕਿਹੜੀ ਹੈ ਦੋਨਾਂ ਚੋਂ ਸਾਡੇ ਤਾਂ ਇਹ ਵੀ ਸਮਝ ਤੋਂ ਬਾਹਰ ਹੈ। ਇਸ ਕਰਕੇ ਰੋਜ਼ ਦੀ ਰੋਜ਼ ਬਿਆਨ ਬਦਲਨੇ, ਰੋਜ਼ ਦੀ ਰੋਜ਼ ਸਟੈਂਡ ਬਦਲਨੇ, ਇਹ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਆਪਣਾ ਖਾਸਾ ਹੈ। ਇਸ ਕਰਕੇ ਇਹਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਵੀ ਇਹਨਾਂ ਨੇ ਕਹਿਣਾ ਜੀ ਉੱਥੇ ਕੈਂਡੀਡੇਟ ਹੀ ਇਹਨਾਂ ਕੋਲ ਹੈ ਨਹੀਂ ਸੀ, ਹੁਣ ਇਹ ਕਹੀ ਜਾਣ ਠੀਕ ਹੈ ਜੀ ਅਸੀਂ ਤਾਂ ਚਲੋ ਮੈਂ ਅੱਗੇ ਵਧਦਾ। ਵਿਨੀਤ ਜੀ ਬੀਜੇਪੀ ਤੇ ਇਸ ਵਾਰ ਬੜੀ ਵੱਡੀ ਜ਼ਿੰਮੇਵਾਰੀ ਹੈ, ਤੁਹਾਡੇ ਉਮੀਦਵਾਰ ਜ਼ਿਆਦਾ ਨੇ ਇਸ ਵਾਰ ਅਕਾਲੀ ਦਲ ਨਾਲੋਂ, ਕਿਉਂਕਿ 3 ਜਿਹੜੀਆਂ ਕਾਰਪੋਰੇਸ਼ਨ ਦੀ ਇਲੈਕਸ਼ਨਸ ਹੋਣੀਆਂ ਉਹਦੇ ਵਿੱਚ, ਔਰ ਤੁਸੀਂ ਵੀ ਇਹ ਮੰਗ ਕੀਤੀ ਕਿ ਚੋਣਾਂ ਜੇ ਮੈਂ ਗਲਤ ਨਹੀਂ ਹਾਂ ਤਾਂ ਅੱਗੇ ਪਾਈਆਂ ਜਾਣ ਜਾਂ ਖਾਰਜ ਕੀਤੀਆਂ ਜਾਣ। ਅਜਿਹਾ ਕਿਉਂ? ਇੱਕਾ ਦੁੱਕਾ 3 ਥਾਵਾਂ ਦਾ ਨਾਮ ਚੀਮਾ ਸਾਹਿਬ ਨੇ ਗਿਣਾਇਆ ਜਿੱਥੇ ਇਲੈਕਸ਼ਨ ਹੋਈ ਹੈ, ਬਾਕੀ ਸਾਰੇ ਥਾਵਾਂ ਠੀਕ ਨੇ? ਦੇਖੋ ਅਸੀਂ ਨਾ ਇਹ ਨਹੀਂ ਕਿਹਾ ਸੀ ਕਿ ਇਲੈਕਸ਼ਨਾਂ ਜਿਹੜੀਆਂ ਤੁਸੀਂ ਅੱਗੇ ਲੈ ਕੇ ਜਾਓ, ਅਸੀਂ ਕਿਹਾ ਸੀ ਵੀ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਇਹ ਚਾਰੋਂ ਕਾਰਪੋਰੇਸ਼ਨ ਚੋਣਾਂ ਇਕੱਠੀਆਂ ਹੁੰਦੀ ਸੀ, ਇਕੱਠੀਆਂ ਕਰਾਈਆਂ ਜਾਣ, ਜਾਂ ਤਾਂ ਲੁਧਿਆਣਾ ਪਹਿਲੇ ਕਰਾ ਲਓ ਜਾਂ ਸਾਰੇ ਚੋਣ ਨੂੰ ਅੱਗੇ ਲੈ ਜਾਓ। ਅਸੀਂ ਇਹ ਨਹੀਂ ਕਿਹਾ ਸੀਗਾ ਕਿ ਕੋਈ ਅੱਗੇ ਪਿੱਛੇ। ਉਹਦਾ ਖਾਸ ਕਾਰਨ ਪਹਿਲੇ ਵੀ ਇਕੱਠੇ ਹੁੰਦੇ ਸੀਗੇ ਤੇ ਇਸ ਵਾਰ ਅਲੱਗ ਕਿਉਂ ਕਰਵਾ ਰਹੇ ਹੋ? ਡੀਲਿਮਿਟੇਸ਼ਨ ਨਹੀਂ ਹੋ ਪਾਈ ਲੁਧਿਆਣੇ ਹਾਲ ਤੱਕ। ਡੀਲਿਮਿਟੇਸ਼ਨ ਤਾਂ ਦੇਖੋ ਇਹ ਡਿਸਪਿਊਟੇਬਲ ਚੀਜ਼ ਹੈ। ਅਗਰ ਤੁਸੀਂ ਇਸ ਪੂਰੇ ਇਲੈਕਸ਼ਨ ਪ੍ਰੋਸੈਸ ਨੂੰ ਦੇਖਣਾ ਹੈ, ਡੀਲਿਮਿਟੇਸ਼ਨ ਤੋਂ ਸਾਰੀ ਕਹਾਣੀ ਸ਼ੁਰੂ ਹੋਈ ਹੈ। ਅਕਾਲੀ ਦਲ ਭਾਜਪਾ ਦੇ ਜਿਹੜੇ ਦਮਦਾਰ ਕੈਂਡੀਡੇਟ ਸੀਗੇ, ਉਹਨਾਂ ਕੈਂਡੀਡੇਟਸ ਦੇ ਵਾਰਡ ਦੇ ਅੰਤਰਗਤ ਆਉਂਦੇ 6, 7, 8 ਜਿਹੜੇ ਬੂਥ ਸੀ ਉਹ 2-2 ਕਰਕੇ ਅਲੱਗ-ਅਲੱਗ ਵਾਰਡ ਬਣਾਤੇ ਗਏ। ਸ਼ੁਰੂ ਉੱਥੋਂ ਹੋਇਆ। ਸਾਡਾ ਪ੍ਰੋਟੈਸਟ ਜਿਹੜਾ ਹੈ ਲੋਕਲ ਲੈਵਲ ਤੇ ਲੌਜ ਹੋਇਆ, ਐਕਸੈਪਟ ਨਹੀਂ ਹੋਇਆ। ਸਟੇਟ ਲੈਵਲ ਤੇ ਲੌਜ ਹੋਇਆ, ਜਿਹੜਾ ਡਾਇਰੈਕਟ ਲੋਕਲ ਬਾਡੀ ਕੋਲ ਲੌਜ ਹੋਣਾ ਸੀਗਾ ਉਹ ਐਕਸੈਪਟ ਨਹੀਂ ਹੋਇਆ, ਔਰ ਕਿਤੇ ਅਸੀਂ ਕੋਰਟ ਵੀ ਜਾਣ ਦੀ ਕੋਸ਼ਿਸ਼ ਕੀਤੀ, ਚਲੋ ਵਿੱਚ ਰਹਿ ਗਿਆ ਸੀ। ਉਸ ਤੋਂ ਬਾਅਦ ਵੋਟਰ ਲਿਸਟ ਨੋਟੀਫਿਕੇਸ਼ਨ ਹੋਈ 28 ਨਵੰਬਰ ਨੂੰ, ਉਸ 'ਚ ਸਾਰਾ ਗੜਬੜ ਹੋਇਆ। ਅਸੀਂ ਜਦ ਉਸ 'ਚ ਪਿਨ ਪੁਆਇੰਟ ਕੀਤਾ, ਉਹਨੂੰ ਠੀਕ ਕਰਾਇਆ, ਫਿਰ ਐਨਓਸੀਸ 'ਚ ਗੜਬੜ ਕੀਤੀ। ਐਨਓਸੀਸ ਦੀ ਗੜਬੜ ਤੋਂ ਪਾਣ ਵਿੱਚ ਪੁਲਿਸ ਦੀ ਧਮਕੀਆਂ, ਸਰਕਾਰੀ ਅਫਸਰ ਦੀ ਧਮਕੀਆਂ। ਸੋ ਇਹ ਹਰ ਲੈਵਲ ਤੇ ਕਾਂਗਰਸ ਨੇ ਸਾਡੇ ਨਾਲ ਧੱਕਾ ਕੀਤਾ। ਸੋ ਅਸੀਂ ਉਸ ਧੱਕੇ ਦੇ ਖਿਲਾਫ ਖੜੇ ਹੋਏ। ਦੇਖੋ ਗੱਲ ਇਹ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਚੋਣਾਂ ਨੇ ਜਿਸ 'ਚ ਕਿ ਬਿਲਕੁਲ ਥੱਲੇ ਪੱਧਰ ਦੇ ਲੋਕ ਪਾਰਟਿਸਿਪੇਟ ਕਰਦੇ ਨੇ, ਲੋਕਲ ਇਸ਼ੂਜ਼ ਹੁੰਦੇ ਨੇ, ਠੀਕ ਹੈ। ਔਰ ਅਗਰ ਇਹ ਸਰਕਾਰ ਬਿਨਾਂ ਸਰਕਾਰੀ ਦਬਾਅ ਦੇ, ਅਗਰ ਇਹ ਸਰਕਾਰ ਬਿਨਾਂ ਪੁਲਿਸ ਦੀ ਦੁਰਵਰਤੋਂ ਦੇ ਚੁਣਾਵ ਹੋਣ ਦੇਵੇ, ਬਿਨਾਂ ਸਿਵਲ ਪ੍ਰਸ਼ਾਸਨ ਦੁਰਵਰਤੋਂ ਚੁਣਾਵ ਹੋਣ ਦੇਵੇ, ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਇਹਨੂੰ ਪਾਰ ਪਾ ਪਾਏਗੀ। ਪਰ ਹੋਇਆ ਕਿਆ ਗੁਰਦਾਸਪੁਰ ਚੋਣਾਂ 'ਚ, ਜਿਵੇਂ ਇਹਨਾਂ ਨੇ ਪ੍ਰਸ਼ਾਸਨ ਦੁਰਵਰਤੋਂ ਕੀਤੀ, ਖਾਸ ਕਰਕੇ ਸਰਕਾਰ ਪੁਲਿਸ ਸਿਸਟਮ ਦੀ ਦੁਰਵਰਤੋਂ ਕਰਕੇ ਚੋਣ ਜਿੱਤੀ, ਇਹਨਾਂ ਨੂੰ ਮੂੰਹ ਨੂੰ ਸ਼ਾਇਦ ਲੱਗ ਗਿਆ ਔਰ ਇੱਥੇ ਆ ਕੇ ਇਹਨਾਂ ਨੇ ਧੱਕਾ ਪੂਰਾ ਕਰਨਾ ਸ਼ੁਰੂ ਕਰਤਾ। ਔਰ ਅੱਜ ਅਸੀਂ ਜਿਹੜਾ ਹੈਗਾ ਜੁਆਇੰਟ ਤਰੀਕੇ ਧੱਕੇ ਨਾਲ ਖੜੇ ਆ, ਧੱਕੇ ਦੇ ਖਿਲਾਫ ਖੜੇ ਆ ਔਰ ਗੱਲ ਕਰ ਰਹੇ ਆ। ਹੋ ਕੀ ਰਿਹਾ, ਜਿੱਥੇ ਤੇ ਗੱਲ ਹੋਣੀ ਚਾਹੀਦੀ ਸੀਵਰੇਜ ਦੀ, ਜਿੱਥੇ ਗੱਲ ਹੋਣੀ ਚਾਹੀਦੀ ਸੀ ਕਿ ਡਿਵੈਲਪਮੈਂਟ ਦੀ, ਜਿੱਥੇ ਗੱਲ ਹੋਣੀ ਚਾਹੀਦੀ 10 ਸਾਲ 'ਚ ਅਸੀਂ ਪੈਸਾ ਲਾਇਆ ਜਿਹੜਾ ਕੈਪਟਨ ਸਾਹਿਬ ਨਹੀਂ ਲਾ ਪਾਏ, ਅਸੀਂ ਪਟਿਆਲੇ 'ਚ ਉਹ ਪੈਸਾ ਲਾਤਾ ਜਿਹੜਾ ਕੈਪਟਨ ਸਾਹਿਬ ਆਪਣੇ 5 ਸਾਲ 'ਚ ਨਹੀਂ ਲਗਾ ਪਾਏ। ਉਹ ਗੱਲ ਤੱਕ ਕਾਂਗਰਸ ਨੇ ਜਾਣ ਨਹੀਂ ਦਿੱਤਾ, ਕਿਉਂਕਿ ਜੇ ਉਸ ਤੱਕ ਜਾਂਦੇ ਤੇ ਕਾਂਗਰਸ ਦੇ 8-9 ਮਹੀਨੇ ਦੀ ਵੀ ਗਿਣਤੀ ਹੋਣੀ ਸੀ। ਉਹਨਾਂ ਪਰ ਲੱਗਦਾ ਵੀ 8-9 ਮਹੀਨੇ ਗਿਣਤੀ ਕਰਾਉਣ ਨੂੰ ਕੁਝ ਨਹੀਂ ਹੈ, ਇਸ ਕਰਕੇ ਸਾਰਾ ਮਾਮਲਾ ਉਲਝਾ ਲਿਆ। ਹੁਣ ਸਾਡੀ ਤਾਂ ਰਿਸੀਵਿੰਗ ਐਂਡ ਤੇ ਹੈ, ਸਾਡੇ ਵਰਕਰਾਂ ਧੱਕਾ ਹੋ ਰਿਹਾ, ਮਾਰ ਕੁਟਾਈ ਹੋ ਰਹੀ ਹੈ, ਨੋਮੀਨੇਸ਼ਨ ਫਾਈਲ ਨਹੀਂ ਕਰਨ ਦਿੱਤੇ ਜਾ ਰਹੇ, ਤੇ ਅਸੀਂ ਨਹੀਂ ਬੋਲਾਂਗੇ ਤਾਂ ਫਿਰ ਕੌਣ ਬੋਲੇਗਾ? ਔਰ ਸਭ ਤੋਂ ਵੱਡੀ ਗੱਲ, ਇੱਕ ਲਾਈਨ, ਲਾਸਟ ਲਾਈਨ, ਸਭ ਤੋਂ ਵੱਡੀ ਗੱਲ ਹੈ, ਅੱਜ ਪ੍ਰਸ਼ਨ ਇਹ ਖੜਾ ਹੋ ਗਿਆ ਸੀਗਾ ਕਿ ਸਮਾਜ ਦੇ ਉਹ ਨੁਮਾਇੰਦੇ, ਉਹ ਲੋਕ ਜਿਨ੍ਹਾਂ ਨੂੰ ਲੋਕ ਚੁਣਦੇ ਨੇ, ਕਾਉਂਸਲਰ, ਐਮਐਲਏ, ਐਮਪੀ, ਮਿਊਨਿਸਪੈਲਿਟੀ ਦਾ ਪ੍ਰਧਾਨ, ਕਾਰਪੋਰੇਸ਼ਨ ਮੇਅਰ ਬਣਾਉਂਦੇ ਨੇ, ਜੇ ਉਹਨਾਂ ਨਾਲ ਇਹ ਧੱਕਾ ਹੋ ਸਕਦਾ ਤਾਂ ਆਮ ਆਦਮੀ ਕੀ ਹਾਲ ਹੈ? ਇਸ ਕਰਕੇ ਸਾਨੂੰ ਸੜਕਾਂ ਤੇ ਉਤਰਨਾ ਪਿਆ। ਸਥਾਨਕ ਸਰਕਾਰਾਂ ਦੀਆਂ ਚੋਣਾਂ ਨੇ ਔਰ ਮੁੱਦੇ ਵੀ ਸਥਾਨਕ ਰਹਿੰਦੇ ਨੇ, ਔਰ ਲੀਡਰ ਵੀ ਜਿਹੜੇ ਆ ਉਹ ਸਥਾਨਕ ਲੀਡਰ ਹੀ ਜ਼ਿਆਦਾ ਹਵਾ ਦੇ ਵਿੱਚ ਰਹਿੰਦੇ ਨੇ, ਜਾਂ ਫਿਰ ਜਿਨ੍ਹਾਂ ਦੇ ਬਾਰੇ ਜ਼ਿਆਦਾ ਗੱਲ ਹੁੰਦੀ ਹੈ। ਤੁਹਾਨੂੰ ਲੱਗ ਰਿਹਾ ਕਿ ਇਸ ਵਾਰ ਦੀ ਚੋਣ ਹੈ ਜਿਹੜੀ ਉਹ ਬੜੀ ਗਰਮਜੋਸ਼ੀ ਦੇ ਨਾਲ ਜਿਹੜੇ ਸੀਨੀਅਰ ਲੀਡਰਸ਼ਿਪ ਮੈਦਾਨ ਦੇ ਵਿੱਚ ਆਈ ਹੈ ਔਰ ਹਾਈਵੇ ਤੱਕ ਜਾਮ ਕਰ ਦਿੱਤੇ ਗਏ ਨੇ, ਔਰ ਇੰਨਾ ਵੱਡੀ ਇਹ ਇਲੈਕਸ਼ਨ ਹੈ ਜਿੰਨੀ ਵੱਡੀ ਬਣਾਈ ਜਾ ਰਹੀ ਹੈ? ਦੇਖੋ ਜੀ ਆਰਪੀਜੀ, ਜਿਹੜੀ ਪਹਿਲਾਂ ਮੈਂ ਤੁਹਾਨੂੰ ਇਹਦੇ ਬੇਸਿਕ ਚੀਜ਼ ਦੱਸਦਾ ਕਿ ਜਿਹੜਾ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਹੈ ਜੀ, ਉਹ ਇੱਕ ਕਿਸਮ ਦਾ ਕਹਿ ਦਿਓ ਵੀ ਵਿਚਾਰਾ ਹੀ ਹੈ। ਉਹਦੇ ਕੋਲੇ ਕੋਈ ਇਹੋ ਜਿਹਾ ਪਾਵਰ ਨਹੀਂ ਹੈ ਜਿਵੇਂ ਜਿਹੜੇ ਚੋਣ ਕਮਿਸ਼ਨ ਆਫ ਇੰਡੀਆ ਜੋ ਉਹਨਾਂ ਕੋਲ ਹੈ। ਉਹਨਾਂ ਬੰਦਿਆਂ ਨੇ ਹੀ ਥੱਲੇ ਚੋਣ ਕਰਾਉਣੀ ਹੈ ਜਿਹੜੇ ਸਰਕਾਰ ਨੇ ਅਪੁਆਇੰਟ ਕੀਤੇ ਆ, ਖਾਸ ਡੀਸੀ ਹੈ, ਐਸਡੀਐਮ ਹੈ ਜੀ, ਜਿਹੜੇ ਜਾਂ ਹੈਗੇ ਐਸਐਚਓ ਹੈ, ਠੀਕ ਹੈ, ਇਹਨਾਂ ਲੋਕਾਂ ਨੇ ਕਰਾਉਣੀ ਹੈ। ਔਰ ਉਹ ਕਦੇ ਚਾਹੇ ਸਰਕਾਰ ਕਾਂਗਰਸ ਦੀ ਹੈ ਚਾਹੇ ਕਿਸੇ ਹੋਰ ਦੀ ਹੈ, ਇਹ ਕਦੇ ਚੋਣ ਫੇਰ ਨਹੀਂ ਹੋ ਸਕਦੀ ਜੇ ਇਹ ਸਿਸਟਮ ਇਹੋ ਰਹੇਗਾ। ਜੇ ਇਹ ਸਿਸਟਮ ਰਹਿੰਦਾ, ਅੱਜ ਇਹਨਾਂ ਨੇ ਕੀਤਾ ਕੱਲ ਨੂੰ ਦੂਸਰੇ ਕਰਨਗੇ। ਪਰ ਬਦਕਿਸਮਤੀ ਇਹ ਹੈ ਕਿ ਇਹ ਲੋਕਾਂ ਦੀ ਚੋਣ ਹੁੰਦੀ ਥੱਲੇ, ਲੋਕਾਂ ਦੇ ਮੁੱਦੇ ਹੁੰਦੇ ਪਾਣੀ ਦੇ, ਸੜਕਾਂ ਦੇ, ਜਿਹੜੀਆਂ ਲੋਕਾਂ ਦੇ ਬਿਜਲੀ ਦੇ ਜਿਹੜੇ ਲੋਕਲ ਮੁੱਦੇ ਹੁੰਦੇ ਆ ਸ਼ਹਿਰ ਦੇ, ਪਿੰਡਾਂ ਦੇ। ਉਸ ਕਰਕੇ ਇਹ ਚੋਣ ਨਿਰਪੱਖ ਹੋਣੀ ਹੋਰ ਵੀ ਜ਼ਰੂਰੀ ਹੈ। ਇਸ ਕਰਕੇ ਇਹ ਚੋਣ ਜਿਹੜਾ ਚੋਣ ਕਮਿਸ਼ਨ ਦਾ ਨਾ ਸਿਸਟਮ ਹੈ ਨਾ, ਇਹਦੇ ਲਈ ਨਵਾਂ ਸਿਸਟਮ ਬਣਨਾ ਚਾਹੀਦਾ ਜਿਹਦੇ ਕੋਲੇ ਤਾਕਤ ਹੋਵੇ ਔਰ ਨਿਰਪੱਖ ਚੋਣਾਂ ਕਰਾ ਸਕੇ। ਔਰ ਉਹਦੇ 'ਚ ਬਹੁਤ ਸਾਰਿਆਂ ਨੂੰ ਫਾਇਦਾ ਹੋਊਗਾ।
ਸ਼ਹਿਰਾਂ ਨੂੰ ਵੀ ਫਾਇਦਾ ਹੈ, ਲੋਕਾਂ ਨੂੰ ਵੀ ਫਾਇਦਾ ਹੈ ਤੇ ਸਟੇਟ ਨੂੰ। ਅੱਜ ਕਿਸੇ ਦੀ ਸਰਕਾਰ, ਕੱਲ ਨੂੰ ਕਿਸੇ ਦੀ ਹੈ। ਉਹ ਇਸੇ ਕਰਕੇ ਆਮ ਧਾਰਨਾ ਬਣੀ ਹੋਈ ਹੈ, ਜਿਹਦੀ ਸਰਕਾਰ ਹੈ ਐਮਸੀ ਇਲੈਕਸ਼ਨਸ ਉਹਦੀਆਂ ਹੀ ਸਿਰਫ ਇੱਥੋਂ ਤੱਕ ਹੀ ਨਹੀਂ, ਵੋਟਰ ਸੂਚੀ ਹੈ ਅਖੀਰਲੇ ਦਮ ਤੱਕ ਕਿਸੇ ਨੂੰ ਪਤਾ ਨਹੀਂਗਾ ਵੀ ਮੇਰਾ ਵੋਟਰ ਸੂਚੀ ਨਾਮ ਹੈਗਾ ਕਿ ਨਹੀਂ ਹੈਗਾ। ਵਾਰਡ ਬੰਦੀ ਹੈ, ਇੱਕ ਘਰ ਹੈ ਕਿਸੇ ਵਾਰਡ ਨਾਲ, ਦੂਜਾ ਘਰ ਕਿਸੇ ਨਾਲ, ਇੱਕ ਗਲੀ 'ਚ। ਇਹ ਹੁਣ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨਾ ਸੁਣਵਾਈ ਕਿਤੇ ਹੈ ਨਹੀਂ। ਮੈਂ ਨਹੀਂ ਕਹਿੰਦਾ ਵੀ ਐਸ ਸਰਕਾਰ ਨੇ ਕੀਤਾ, ਪਿਛਲੀਆਂ ਸਰਕਾਰਾਂ ਵੀ ਕਰਦੀਆਂ ਆਈਆਂ, ਅੱਗੋਂ ਵੀ ਹੋਵੇਗਾ। ਠੀਕ ਹੈ, ਇੱਕ ਛੋਟਾ ਜਿਹਾ ਸਿਸਟਮ ਨੂੰ ਬਦਲਣ ਦੀ ਲੋੜ ਹੈ। ਠੀਕ ਹੈ, ਇੱਕ ਬ੍ਰੇਕ ਲੈ ਲਵਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਗੱਲ ਮੁੱਦਿਆਂ ਦੀ ਕਰਾਂ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਵਿਚਾਰ ਚਰਚਾ ਜਾਰੀ ਹੈ। ਚੋਣ ਪ੍ਰਚਾਰ ਥੰਮ ਗਿਆ। ਸਥਾਨਕ ਸਰਕਾਰ ਚੋਣਾਂ ਦੇ ਲਈ 3 ਨਗਰ ਨਿਗਮ, 32 ਨਗਰ ਪੰਚਾਇਤਾਂ ਤੇ ਕੌਂਸਲਾਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ। 17 ਦਸੰਬਰ ਨੂੰ ਵੋਟਾਂ ਪੈਣਗੀਆਂ ਔਰ ਸ਼ਾਮ ਤੱਕ ਰਿਜ਼ਲਟ ਵੀ ਸਾਹਮਣੇ ਆ ਜਾਣਗੇ। ਚੀਮਾ ਸਾਹਿਬ, ਜਿਹੜੀ ਮੈਂ ਗੱਲ ਪਹਿਲਾਂ ਕਹੀ ਸੀ ਕਿ ਮੁੱਦਾ ਹਿੰਡ ਰਹੀ ਹੈ ਇਸ ਵਾਰ ਇਲੈਕਸ਼ਨ, ਜੇ ਅਸੀਂ ਚਲੋ ਹਾਕਮ ਧਿਰ ਦੀ ਗੱਲ ਛੱਡ ਦਈਏ, ਜੇ ਵਿਰੋਧੀ ਧਿਰ ਦੀ ਗੱਲ ਕਰੀਏ, ਤੁਸੀਂ ਵੀ ਜਿੰਨੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਜਾਂ ਜਿੰਨੀਆਂ ਵੀ ਤੁਸੀਂ ਰੈਲੀਆਂ ਦੇ ਵਿੱਚ ਗਏ ਹੋ ਜਾਂ ਨੁੱਕੜ ਰੈਲੀਆਂ ਦੇ ਵਿੱਚ ਗਏ ਹੋ ਜਾਂ ਵਿਨੀਤ ਜੋਸ਼ੀ ਹੋਰੀ ਗਏ ਨੇ, ਗੱਲ ਮੁੱਦੇ ਦੀ ਤੁਸੀਂ ਵੀ ਕੋਈ ਨਹੀਂ ਕੀਤੀ। ਤੁਸੀਂ ਵੀ ਸਿਰਫ ਇਹੀ ਕਹਿੰਦੇ ਰਹੇ ਕਿ ਸਾਡੇ ਨਾਲ ਧੱਕਾ ਹੋਇਆ, ਸਾਡੇ ਨਾਲ ਜ਼ਬਰਦਸਤੀ ਹੋਈ। ਤੁਸੀਂ ਕੋਈ ਏਜੰਡਾ ਲੋਕਾਂ ਦੇ ਸਾਹਮਣੇ ਰੱਖਿਆ ਹੀ ਨਹੀਂ। ਤੁਸੀਂ ਇਹ ਗੱਲ ਕੀਤੀ ਨਹੀਂ ਕਿ ਜੇ ਤੁਸੀਂ ਇਹ ਇਲੈਕਸ਼ਨ ਜਿੱਤਦੇ ਹੋ ਤਾਂ ਆਮ ਲੋਕਾਂ ਦੇ ਜਿਹੜੇ ਸਥਾਨਕ ਮੁੱਦੇ ਨੇ ਉਹਨਾਂ ਦਾ ਹੱਲ ਕਿਵੇਂ ਹੋਏਗਾ। ਦੋ ਤਰ੍ਹਾਂ ਤੇ ਇਲੈਕਸ਼ਨ ਟੈਕਲ ਹੋ ਰਹੀ ਹੈ ਜੀ। ਇੱਕ ਤਾਂ ਸਥਾਨਕ ਲੈਵਲ ਤੇ ਸਾਡੀ ਲੀਡਰਸ਼ਿਪ ਦੋਵਾਂ ਪਾਰਟੀਆਂ ਨੇ ਇਹ ਰਿਮਾਰਕ ਕੀਤੀ ਹੋਈ ਹੈ, ਜਿਨ੍ਹਾਂ ਦਾ ਕੰਮ ਕੈਂਡੀਡੇਟ ਦੀ ਸਕਰੀਨਿੰਗ ਦਾ, ਉਹਨਾਂ ਦੇ ਨੋਮੀਨੇਸ਼ਨ ਫਾਈਲ ਕਰਾਉਣ ਦਾ, ਉਹਨਾਂ ਦਾ ਪ੍ਰਚਾਰ ਕਿਸ ਤਰ੍ਹਾਂ ਕਰਨਾ ਹੈ ਸ਼ਹਿਰ ਲੈਵਲ ਤੇ, ਉਹ ਕਰਦੇ ਨੇ। ਇੱਕ ਅਸੀਂ ਪਾਰਟੀ ਹੈੱਡ ਆਫਿਸ ਵੱਲੋਂ ਕੋਆਰਡੀਨੇਟ ਕਰ ਰਹੇ ਹਾਂ ਇਲੈਕਸ਼ਨ, ਜਿੱਥੇ ਸਾਰੇ ਜਿੰਨੇ ਧੱਕੇ ਹੋਏ ਆ, ਨਾਮਜ਼ਦਗੀਆਂ ਦੇ ਵਿੱਚ ਬੇਨੀਮੀਆਂ ਹੋਈਆਂ, ਬਾਕੀ ਚੀਜ਼ਾਂ ਹੋਈਆਂ, ਉਹ ਚੀਜ਼ਾਂ ਇਹ ਜ਼ਿਆਦਾਤਰ ਜਿਹੜੀਆਂ ਹਾਈਲਾਈਟ ਹੋ ਰਹੀਆਂ, ਕਿਉਂਕਿ ਇਹ ਚੀਜ਼ਾਂ ਜਿਹੜਾ ਰੌਲਾ ਇਲੈਕਸ਼ਨ ਕਮਿਸ਼ਨ ਕੋਲੇ ਪੈਂਦਾ ਜਾਂ ਸਟੇਟ ਹੈੱਡਕੁਆਟਰ ਤੇ ਪੈਂਦਾ, ਕੁਦਰਤੀ ਗੱਲ ਹੈ ਕਿ ਨਿਊਜ਼ ਵੱਡੀ ਹੋ ਜਾਂਦੀ ਹੈ। ਪਰ ਜਿਹੜਾ ਡੋਰ ਟੂ ਡੋਰ ਕੰਪੇਨ ਚੱਲ ਰਿਹਾ, ਲੋਕਾਂ ਦੇ ਵਿੱਚ ਜਾ ਕੇ, ਘਰਾਂ ਦੇ ਵਿੱਚ ਜਾ ਕੇ ਜਿਹੜੀ 1-to-1 ਗੱਲ ਹੁੰਦੀ ਹੈ, ਉੱਥੇ ਸਾਰੀਆਂ ਚੀਜ਼ਾਂ ਜਿਹੜੇ ਸਾਡੇ ਕੈਂਡੀਡੇਟ ਆ ਉਹ ਕਲੇਮ ਕਰਦੇ ਆ ਕਿ ਅਸੀਂ 10 ਸਾਲਾਂ ਦੇ ਵਿੱਚ ਕੀ ਕੁਝ ਕੀਤਾ ਔਰ ਇਹਨਾਂ ਨੇ 9 ਮਹੀਨਿਆਂ ਦੇ ਵਿੱਚ ਇੱਕ ਵੀ ਚੀਜ਼ ਸ਼ਹਿਰਾਂ ਵਾਸਤੇ ਨਹੀਂ ਕੀਤੀ। ਇਹ ਚੀਜ਼ ਉੱਥੇ ਡਿਸਕਸ ਜਿਹੜੀ ਹੈ ਡੈਫੀਨੇਟਲੀ ਉੱਥੇ ਹੁੰਦੀ ਹੈ। ਇਸ ਕਰਕੇ ਇਹ ਨਹੀਂ ਕਿ ਪ੍ਰਚਾਰ ਜਿਹੜਾ, ਲੇਕਿਨ ਕਿਉਂਕਿ ਹੈੱਡ ਆਫਿਸ ਤੇ ਬਾਕੀ ਅਸੀਂ ਜਿਹੜੇ ਇਹ ਚੀਜ਼ਾਂ ਟੈਕਲ ਕਰਦੇ ਹਾਂ, ਇੱਥੇ ਇਸ਼ੂ ਐਡੇ ਵੱਡੇ ਹੋ ਗਏ, ਕਿਸੇ ਨੇ ਸੋਚਿਆ ਨਹੀਂ ਸੀ ਕਿ ਇਸ ਪੱਧਰ ਤੱਕ ਕੰਮ ਚੱਲ ਜਾਏਗਾ ਕਿ ਨੋਮੀਨੇਸ਼ਨ ਨਹੀਂ ਫਾਈਲ ਕੀਤੇ ਜਾਣਗੇ, ਨੋਮੀਨੇਸ਼ਨ ਖੋਲੇ ਜਾਣਗੇ ਲੋਕਾਂ ਦੇ, ਨੋ ਨਿਊਜ਼ ਨਹੀਂ ਦਿੱਤੇ ਜਾਣਗੇ। ਇਸ ਕਰਕੇ ਇਹ ਇਸ਼ੂ ਇੰਨੇ ਹਾਵੀ ਹੋ ਗਏ ਜਿਹੜੇ ਆਮ ਤੌਰ ਤੇ ਇਲੈਕਸ਼ਨ 'ਚ ਇਸ ਪੱਧਰ ਤੱਕ ਨਹੀਂ ਜਾਂਦੇ। ਠੀਕ ਹੈ ਸੁਖਦੇਵ ਜੀ, ਜਿਵੇਂ ਵਿਨੀਤ ਜੋਸ਼ੀ ਨੇ ਇਲਜ਼ਾਮ ਲਾਇਆ ਸੀਗਾ ਕਿ ਤੁਸੀਂ ਉਸ ਪੱਧਰ ਤੱਕ ਗੱਲ ਜਾਣ ਹੀ ਨਹੀਂ ਦਿੱਤੀ, ਤੁਸੀਂ ਮੁੱਦਿਆਂ ਤੱਕ ਪਹੁੰਚਣ ਹੀ ਨਹੀਂ ਦਿੱਤਾ, ਕਿਉਂਕਿ ਮੁੱਦਿਆਂ ਦਾ ਕਾਊਂਟਰ ਕਰਨਾ ਬੜਾ ਮੁਸ਼ਕਲ ਹੋ ਜਾਏਗਾ ਜੇ ਮੁੱਦੇ ਚੁੱਕੇ ਜਾਂਦੇ ਨੇ ਕਿ ਸਾਡੀ 9 ਮਹੀਨਿਆਂ ਦੀ ਸਰਕਾਰ ਹੈ, ਅਸੀਂ 9 ਮਹੀਨਿਆਂ ਦੇ ਵਿੱਚ ਜਿੱਥੇ ਜਿੱਥੇ ਇਲੈਕਸ਼ਨ ਹੋਣ ਜਾ ਰਹੀ ਹੈ, ਭਾਵੇਂ ਉਹ 3 ਸ਼ਹਿਰਾਂ ਦੀ ਗੱਲ ਹੈ ਜਾਂ ਫਿਰ ਨਗਰ ਕੌਂਸਲਾਂ ਪੰਚਾਇਤਾਂ ਦੀ ਗੱਲ ਹੈ, ਉਹਨਾਂ ਨੂੰ ਦਿੱਤਾ ਕੀ ਹੈ। ਦੇਖੋ ਗੱਲ ਇਹ ਹੈ ਜੀ ਵੀ ਅਸੀਂ ਤਾਂ ਬਕਾਇਦਾ ਤੌਰ ਤੇ ਆਪਣਾ ਵਿਜ਼ਨ ਡਾਕੂਮੈਂਟ ਪੇਸ਼ ਕੀਤਾ। ਚਲੋ ਵਿਜ਼ਨ ਡਾਕੂਮੈਂਟ ਉਹ ਮੁੱਦਾ ਹੀ ਹੈ ਨਾ, ਉਹ ਮੁੱਦਿਆਂ ਤੇ ਹੈ, ਮੁੱਦਿਆਂ ਦਾ ਉੱਤੇ ਵਿਜ਼ਨ ਡਾਕੂਮੈਂਟ ਅਸੀਂ ਦਿੱਤਾ। ਵਿਜ਼ਨ ਡਾਕੂਮੈਂਟ ਇਹ ਸੀਗਾ ਕਿ ਜੇ ਅਸੀਂ ਜਿੱਤ ਗਏ ਤਾਂ ਅਸੀਂ ਆ ਕਰਾਂਗੇ। ਮੈਂ ਸਿਰਫ ਇਹ ਪੁੱਛ ਰਿਹਾ ਕਿ 9 ਮਹੀਨਿਆਂ ਦੇ ਵਿੱਚ ਤੁਸੀਂ ਲੋਕਾਂ ਸਾਹਮਣੇ ਕੀ ਅਜਿਹਾ ਦੱਸਿਆ ਜਾਂ ਕੀ ਅਜਿਹਾ ਰੱਖਿਆ ਕਿ ਲੋਕ ਤੁਹਾਨੂੰ ਵੋਟ ਪਾਣ। ਦੇਖੋ ਜੀ 9 ਮਹੀਨਿਆਂ ਦੇ ਵਿੱਚ, ਜੇ ਤੁਸੀਂ 9 ਮਹੀਨਿਆਂ ਦੀ ਗੱਲ ਕਰਦੇ ਹੋ, ਅਸੀਂ 9 ਮਹੀਨਿਆਂ ਦੇ ਵਿੱਚ ਖਾਸ ਕਰ ਸ਼ਹਿਰਾਂ ਵਾਸਤੇ ਅਸੀਂ ਉਸ ਗੱਲ ਤੇ ਸਭ ਤੋਂ ਪਹਿਲਾਂ ਚਿੰਤਾ ਪ੍ਰਗਟ ਕੀਤੀ। ਜਿਵੇਂ ਇੱਕ ਸਾਡੇ ਲੁਧਿਆਣੇ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਫਾਇਰ ਦਾ, ਅਸੀਂ ਪਿਛਲੇ 1 ਸਾਲ ਦੇ ਵਿੱਚ ਘੱਟੋ ਘੱਟ 70 ਦੇ ਨੇੜੇ ਤੇੜੇ ਫਾਇਰ ਟੈਂਡਰ ਜਿਹੜੇ ਆ ਲਿਆਂਦੇ, ਠੀਕ ਹੈ, ਉਹ ਵੰਡੇ। ਔਰ ਜਦ ਕਿ ਹਾਲਾਤ ਇਹ ਸੀ, ਪਹਿਲਾਂ ਜਿਹੜੇ 260-62 ਸਾਡੇ ਫਾਇਰ ਟੈਂਡਰ ਸੀ ਉਹ 10 ਸਾਲ ਤੋਂ ਵੱਧ ਪੁਰਾਣੇ ਸੀ, ਜਿਨ੍ਹਾਂ ਚੋਂ ਕਿ 70-72 ਤਾਂ ਸਾਡੇ 15 ਸਾਲ ਪੁਰਾਣੇ ਫਾਇਰ ਟੈਂਡਰ ਸੀ, ਜਿਹੜਾ ਸਾਡੇ ਸ਼ਹਿਰ ਦੀ ਜਿਹੜੀ ਸੁਰੱਖਿਆ ਕਰਦੇ ਆ, ਠੀਕ ਹੈ। ਅਸੀਂ ਉਹਦੇ ਵਾਸਤੇ ਇਹ ਸਭ ਤੋਂ ਪਹਿਲ ਕਦਮੀ ਇਸ ਵਾਸਤੇ ਕੀਤੀ ਸੀ। ਦੂਜਾ, ਜਿਹੜੀ ਮੈਂ ਇਹਨਾਂ ਨੇ ਇੱਕ ਗੱਲ ਕਹੀ ਸੀ ਵੀ ਅਸੀਂ ਜੀ ਫੰਡ ਦਿੱਤੇ ਹੋਣਗੇ, ਅਸੀਂ ਨਹੀਂ ਕਹਿੰਦੇ ਫੰਡ ਦਿੱਤੇ, ਪਰ ਉਹ ਲੱਗੇ ਕਿੱਥੇ ਆ। ਅਸੀਂ ਉਹਦੀ ਟਰਾਂਸਪੇਰੈਂਸੀ ਵਾਸਤੇ ਗਏ ਆ। ਅਸੀਂ ਬਕਾਇਦਾ ਤੌਰ ਤੇ ਉਹ ਜਿਹੜੇ ਭ੍ਰਿਸ਼ਟ ਅਫਸਰ ਸੀਗੇ ਇੱਥੇ ਕਾਰਪੋਰੇਸ਼ਨਾਂ ਵਿੱਚ ਬੈਠੇ, ਔਰ ਉਹਨਾਂ ਦੇ ਵਿੱਚੋਂ ਕਈ ਤਾਂ ਰਿਟਾਇਰਮੈਂਟਾਂ ਲੈ ਕੇ ਜਾ ਰਹੇ ਆਪਣੀਆਂ, ਕੀ ਕਹਿੰਦੇ ਹੁੰਦੇ ਨੇ, ਪਹਿਲਾਂ ਹੀ ਆਪਣੀ ਰਿਟਾਇਰਮੈਂਟ ਲੈ ਕੇ ਉਹ ਆਪਦੀ ਜੌਬ ਪੂਰੀ ਕਰਨ ਤੋਂ ਜਾ ਰਹੇ ਨੇ, ਕਿਉਂਕਿ ਉਹਨਾਂ ਨੇ ਉੱਥੇ ਭ੍ਰਿਸ਼ਟਾਚਾਰ ਇੰਨਾ ਮਚਾਇਆ ਹੋਇਆ ਸੀ। ਅਸੀਂ ਉਹ ਭ੍ਰਿਸ਼ਟ ਅਫਸਰਾਂ ਦਾ ਉਹ ਕੀਤਾ ਸੀਗਾ, ਠੀਕ ਹੈ। ਜਿੱਥੋਂ ਤੱਕ ਸਾਡੇ ਜਿਹੜੇ ਪਲਾਨ ਹੁੰਦੇ ਆ, ਨਕਸ਼ੇ ਹੁੰਦੇ ਆ, ਉਹ ਵੀ ਆਨਲਾਈਨ ਕੀਤੇ। ਅਸੀਂ ਇਹੋ ਜਿਹੀ ਕੋਈ ਗੱਲ ਨਹੀਂ ਵੀ ਸ਼ਹਿਰਾਂ ਦੇ ਵਿੱਚ ਕੰਮ ਨਹੀਂ ਕੀਤਾ, ਕੰਮ ਅਸੀਂ ਕੀਤਾ। ਔਰ
ਔਰ ਉਸ ਕੰਮ ਦੇ ਵਿੱਚ ਤੁਸੀਂ ਮੈਂ ਉਹੀ ਗੱਲ ਕਰ ਰਿਹਾ, ਤੁਸੀਂ ਇਹਨਾਂ ਕੰਮਾਂ ਨੂੰ ਤਰਜੀਹ ਕਿਉਂ ਨਹੀਂ ਦਿੱਤੀ? ਨਹੀਂ, ਅਸੀਂ ਤਰਜੀਹ ਦਿੱਤੀ ਤਾਂ ਹੀ ਤੁਸੀਂ ਲੜ ਰਹੇ ਹੋ, ਤਰਜੀਹ ਦਿੱਤੀ ਤਾਂ ਤਾਂ ਹੀ ਇਹ ਕਹਿ ਰਹੇ ਕਿ ਤੁਸੀਂ ਇੰਨਾ ਉਲਝਾਈ ਰੱਖਿਆ ਮਾਮਲੇ ਨੂੰ ਕਿ ਮੁੱਦੇ ਤੱਕ ਪਹੁੰਚੇ ਹੀ ਨਹੀਂ, ਮੁੱਦੇ ਤੱਕ ਗੱਲ ਹੀ ਨਹੀਂ ਹੋ ਪਾਈ। ਨਹੀਂ ਦੇਖੋ, ਗੱਲ ਇਹ ਹੈ ਜੀ, ਅਸੀਂ ਤਾਂ ਆਪਣੇ ਮੁੱਦੇ ਰੱਖਿਆ ਜੀ, ਕੋਈ ਹੋਰ ਕੋਈ ਮੁੱਦੇ ਨਾ ਰੱਖੇ ਜੀ, ਕੋਈ ਮੁੱਦਾ ਹੋ ਵੀ ਨਾ ਕਿਸੇ ਕੋਲੇ, ਕਿਉਂਕਿ 10 ਸਾਲ ਜੋ ਕਰਕੇ ਗਏ ਹੈਗੇ ਉਸੇ ਦਾ ਹੀ ਮੁੱਦਾ ਹੁੰਦਾ। 10 ਸਾਲ ਚ ਆਪਾਂ ਪੈਦਾ ਕੀ ਕੀਤਾ? ਇੱਕ ਪਹਿਲਵਾਨ ਜਿਹਦੇ ਕੋਲ 7 ਚੀਫ ਇੰਜੀਨੀਅਰ ਦੇ ਚਾਰਜ ਸੀਗੇ ਜੀ। ਔਰ ਜੇ ਅਸੀਂ ਮੁੱਦਿਆਂ ਦੀ ਗੱਲ ਕਰੀਏ, ਮੁੱਦਾ ਕੀ ਹੈਗਾ? ਤੁਸੀਂ ਚੰਡੀਗੜ੍ਹ ਨੂੰ ਅਸੀਂ 2 ਪਾਸੇ ਆਉਨੇ ਆ, ਇੱਕ ਪਾਸੇ ਆ ਜਾਓ ਮੁੱਲਾਂਪੁਰ ਤੋਂ, ਉਹ ਸੜਕ ਕਦੇ ਜਿੱਦੇ ਦੀ ਬਣੀ ਆ ਪੂਰੀ ਨਹੀਂ ਚੱਲੀ, ਕਦੇ ਉਹਦੀ ਅੱਧੇ ਦੀ ਕਰਕੇ ਬੰਦ ਕਰਕੇ ਰਿਪੇਅਰ ਚੱਲਦੀ ਹੁੰਦੀ ਹੈ, ਫਿਰ ਦੂਜੇ ਪਾਸੇ ਚੱਲਦੀ ਹੁੰਦੀ ਆ। ਜੇ ਅਸੀਂ 에ਅਰਪੋਰਟ ਰੋਡ ਆ ਜਾਈਏ, ਅੱਧੀ ਬੰਦ ਕਰਤੀ ਕਿਉਂਕਿ ਉੱਥੇ ਐਕਸੀਡੈਂਟ ਹੋ ਗਿਆ, ਡੈਥ ਹੋ ਗਈ, ਔਰ ਉਹ ਹਜੇ ਤੱਕ ਰੌਲਾ ਇਸ ਗੱਲ ਦਾ ਚੱਲਦਾ, ਉੱਤੇ ਇਨਕੁਆਇਰੀ ਲਾਉਣੀ ਪਈ, ਉਹਦਾ ਰੌਲਾ ਇਸ ਗੱਲ ਦਾ ਚੱਲਦਾ, ਉਹਦੇ ਥੱਲੇ ਮਿੱਟੀ ਨਹੀਂ ਪਾਈ। ਉਹ ਕਹਿੰਦਾ ਹੁਣ ਠੇਕੇਦਾਰ ਕਹਿੰਦਾ ਮੈਂ ਨਹੀਂ ਪੂਰੀ ਕਰਦਾ, ਗਮਾਡਾ ਕਹਿੰਦਾ ਅਸੀਂ ਪੈਸੇ ਪੂਰੇ ਦਿੱਤੇ। ਅਸੀਂ 10 ਸਾਲ ਦੇ ਵਿੱਚ ਇਹੋ ਜਿਹਾ ਕੁਝ ਪੈਦਾ ਕੀਤਾ ਜਿਹਨੂੰ ਵਾਸਤੇ ਕਿ ਹਾਂਜੀ ਚੀਮਾ ਸਾਹਿਬ ਦੇਖੋ, ਮੈਂ ਜੀ ਵਿਧਾਨ ਸਭਾ ਦੇ ਵਿੱਚ ਵੀ ਉਦੋਂ ਲੀਡਰ ਆਫ ਦੀ ਆਪੋਜੀਸ਼ਨ ਚੰਨੀ ਨੂੰ ਕੁਐਸਚਨ ਪੁੱਛਿਆ ਸੀ ਵੀ ਤੂੰ ਆਪਣੇ ਟਾਈਮ ਦਾ ਇੱਕ ਕੰਮ ਦੱਸ ਦੇ ਜਿਹੜਾ ਕੀਤਾ, ਤੇ ਉਹਨਾਂ ਨੇ ਪੈਚ ਵਰਕ ਕਿਹਾ ਸੀ। ਤੇ ਅੱਜ ਹੁਣ ਸੁਖਦੇਵ ਸਿੰਘ ਹੋਰਾਂ ਨੂੰ ਟੋਟਲ ਨਹੀਂ ਪਤਾ ਹੋਣਾ ਕਿ ਕਾਰਪੋਰੇਸ਼ਨ ਦਾ ਬਜਟ ਕਿੰਨਾ ਹੁੰਦਾ। ਇਹਨਾਂ ਨੇ 70 ਜਿਹੜੇ ਹੈਗੇ ਆ ਫਾਇਰ ਟੈਂਡਰਾਂ ਤੇ ਆ ਕੇ ਗੱਲ ਖਤਮ ਕਰ ਦਿੱਤੀ, ਉਹ ਵੀ ਲੋਨ ਤੇ ਲਏ ਹੋਇਆ, ਕੋਈ ਨਵੀਂ ਨਹੀਂ, ਕਿਉਂਕਿ ਬਹੁਤ ਵੱਡੀ ਤੁਹਾਡੀ ਆਪਣੀ ਪ੍ਰਾਪਤੀ ਆ। ਉਹਨਾਂ ਚੋਂ ਡਰਾਈਵਰ ਕਿੰਨਿਆਂ ਦੇ ਨਹੀਂ ਹੈਗੇ, ਰੋਜ਼ ਅਖਬਾਰਾਂ 'ਚ ਛਪਦਾ, ਪਰ ਕੀ ਕੱਲਾ ਫਾਇਰ ਟੈਂਡਰ ਹੀ ਸਾਰੇ ਸ਼ਹਿਰਾਂ ਦੀ ਇੱਕੋ ਹੀ ਇੱਕ ਨੈਸੈਸਿਟੀ ਰਹਿ ਗਈ ਸੀ? ਬਾਕੀ ਰਹਿ ਗਿਆ ਸੀ। ਇੱਕ ਉਦਾਹਰਨ ਦਿੱਤੀ ਹੈ, ਟੋਟਲ ਆਪਾਂ ਜਿੰਨਾ ਸਾਰੇ ਕੰਮ ਤੇ ਨਹੀਂ ਆਪਾਂ ਜਿੰਨਾ ਸਾਹਿਬ ਬਹਿਸ ਕਰ ਰਹੇ ਵੀ ਉਹਦੇ ਕੀ ਆ, ਅਸੀਂ ਤੁਹਾਨੂੰ ਦਿੱਤਾ ਵੀ ਤੁਸੀਂ ਕੀਤਾ ਇੱਕ ਤੇ ਕਹਿ ਕੇ ਬੰਦ ਕਰ ਦਿੱਤੀ। ਮੈਂ ਸੁਣਨਾ ਚਾਹੁੰਦਾ ਸੀ ਕਿ ਕਾਫੀ ਲੰਬੀ ਚੌੜੀ ਡਿਟੇਲ ਹੋਊਗੀ। ਤੁਸੀਂ ਇਹ ਕਿਉਂ ਨਹੀਂ ਦੱਸਿਆ ਕਿ ਕੱਲੀ ਕਾਰਪੋਰੇਸ਼ਨ ਕੋਲੇ ਕਿੰਨੇ 100 ਕਰੋੜ ਪੈਸਾ ਜਿਹੜਾ ਪ੍ਰੋਜੈਕਟਾਂ ਦਾ ਜਮ੍ਹਾਂ ਸੀ, ਉਹ ਤੁਸੀਂ ਉੱਥੋਂ ਕਢਾ ਕੇ ਤੇ ਲਿਆ ਕੇ ਖਜ਼ਾਨੇ 'ਚ ਜਮ੍ਹਾਂ ਕਰ ਲਿਆ? ਪ੍ਰਾਪਤੀ ਤੇ ਤੁਹਾਡੀ ਇਹ ਹੈ ਨਾ ਜਿਹੜੀ ਸਭ ਤੋਂ ਵੱਡੀ, ਕਿ ਨਾ ਤੁਸੀਂ ਕਿਸੇ ਪੰਚਾਇਤ ਕੋ ਪੈਸਾ ਛੱਡਿਆ, ਨਾ ਕਿਸੇ ਮਿਊਨਿਸਪਲ ਕਮੇਟੀ ਕੋ ਪੈਸਾ ਛੱਡਿਆ, ਨਾ ਕਾਰਪੋਰੇਸ਼ਨਾਂ ਕੋਲੇ ਜਿਹੜਾ ਪੈਸਾ ਪ੍ਰੋਜੈਕਟਾਂ ਦਾ ਉਹਨਾਂ ਕੋਲੇ ਜਮ੍ਹਾਂ ਸੀ ਉਹ ਵੀ ਤੁਸੀਂ ਲਿਆ ਕੇ, ਜੇ ਤੁਹਾਨੂੰ ਫਿਕਰ ਹੀ ਹੁੰਦਾ ਘੱਟੋ ਘੱਟ ਵੀ ਇਲੈਕਸ਼ਨ ਆਉਣੀ ਹੈ, ਇਹਨਾਂ 4 ਕਾਰਪੋਰੇਸ਼ਨਾਂ ਦੇ ਵਿੱਚ ਹੀ ਰਹਿਣ ਦਿੰਦੇ। ਤੁਸੀਂ ਇੱਥੇ ਵੀ ਸੰਗ ਨਹੀਂ ਕੀਤੀ, ਇਸੇ ਕਰਕੇ ਅੱਜ ਤੁਹਾਡੇ ਕੋਲੇ ਕਹਿਣ ਨੂੰ ਕੱਖ ਨਹੀਂ ਵੀ ਤੁਸੀਂ ਇਹਨਾਂ 'ਚ ਕੀ ਕੀਤਾ। ਜੇ ਪਹਿਲਵਾਨ ਤੁਸੀਂ ਫੜਿਆ ਤੇ ਸਾਡੇ 'ਚੋਂ ਕੋਈ ਛਡਾਉਣ ਤਾਂ ਨਹੀਂ ਗਿਆ ਨਾ। ਇਹ ਤਾਂ ਕੰਟੀਨਿਊਸਲੀ ਗਵਰਨਮੈਂਟ ਕੰਮ ਕਰਦੀ ਹੈ। ਜੇ ਕਿਸੇ ਅਫਸਰ ਨੇ ਕਰਪਸ਼ਨ ਕੀਤੀ ਹੈ, ਜੇ ਹੁਣ ਕਰੂਗਾ ਅੱਗੋਂ ਫੜਿਆ ਜਾਊਗਾ। ਅੱਜ ਫੜਿਆ ਗਿਆ, ਕੱਲ ਫੜਿਆ ਗਿਆ, ਹਰ ਇੱਕ ਦੀ ਡਿਊਟੀ ਬਣਦੀ ਹੈ, ਕੋਈ ਨਵੀਂ ਗੱਲ ਨਹੀਂ। ਉਹਨੂੰ ਜੋ ਉਹਦੀ ਸਜ਼ਾ ਬਣਦੀ ਹੈ ਉਹਨੂੰ ਸਜ਼ਾ ਦਿਓ। ਜੇ ਉਹਦੇ 'ਚ ਕੋਈ ਹੋਰ ਵੀ ਇਨਵੋਲਵਡ ਹੈ ਮੈਂ ਥੋੜਾ ਜਿਹਾ ਮੈਂ ਸੁਖਦੇਵ ਸਿੰਘ ਜੀ ਆਣਾ ਤੁਹਾਡੇ ਅਸੀਂ ਕਦੋਂ ਕਹਿੰਦੇ ਇਸ ਇਲੈਕਸ਼ਨ ਦੇ ਵਿੱਚ ਜਿਵੇਂ ਬਰਾੜ ਸਾਹਿਬ ਨੇ ਪ੍ਰਾਪਤੀ ਹੋ ਗਈ ਇੱਕ ਸਾਰੀ ਗਵਰਨਮੈਂਟ ਦੀ। ਚਲੋ ਇੱਕ ਮਿੰਟ ਚੀਮਾ ਸਾਹਿਬ, ਜਿਵੇਂ ਬਰਾੜ ਸਾਹਿਬ ਨੇ ਕਿਹਾ ਕਿ ਇਹ ਇਲੈਕਸ਼ਨਸ ਜਿਹੜੀਆਂ ਨੇ ਇਹ ਸਥਾਨਕ ਮੁੱਦਿਆਂ ਨਾਲ ਜੁੜੀਆਂ ਹੁੰਦੀਆਂ ਨੇ, ਜਿਨ੍ਹਾਂ ਦੇ ਵਿੱਚ ਸੀਵਰੇਜ ਦੀ ਗੱਲ ਹੈ, ਜਿਨ੍ਹਾਂ ਦੇ ਵਿੱਚ ਪਾਣੀ ਦੀ ਗੱਲ ਹੈ। ਇੱਕ ਸੈਕਿੰਡ ਮੈਂ ਲੈ ਲੈਣਾ ਛੋਟੀ ਬੇਨਤੀ। ਇੱਕ ਪਹਿਲਵਾਨ ਤਾਂ ਫੜਿਆ, ਇੱਕ ਮੰਤਰੀ ਦਾ ਸਾਬਤ ਕਰ ਦਿੱਤਾ ਸੀ ਕਿ ਇੰਨੇ ਕਰੋੜ ਰੁਪਏ 27 ਕਰੋੜ ਉਹਦਾ ਰਸੋਈਆ ਜਿਹੜਾ ਉਹ ਪੈਸੇ ਜਮ੍ਹਾਂ ਕਰਾ ਗਿਆ। ਹੁਣ ਪਹਿਲਵਾਨ ਦੀ ਕਮਾਈ ਤੇ ਮੰਤਰੀ ਦੀ ਕਮਾਈ ਦੋਨਾਂ ਦੀ ਪੈਸੇ ਵਾਪਸ ਵੀ ਲੈ ਗਿਆ, ਦੱਸੋ ਨਾ। ਪੈਸੇ ਵਾਪਸ ਵੀ ਲੈ ਗਿਆ। ਚਲੋ ਆਪਾਂ ਅੱਗੇ ਵਧਦੇ ਹਾਂ। ਚਲੋ ਹਾਂਜੀ, ਤੁਸੀਂ ਸੁਖਦੇਵ ਜੀ ਪਹਿਲੇ ਜਵਾਬ ਦੇ ਦਿਓ, ਫਿਰ ਮੈਂ ਅੱਗੇ ਵਧਦਾ। ਨਹੀਂ, ਉਹਦੇ ਵਿੱਚ ਜਿਹੜੀ ਇਹ ਗੱਲ ਕਰਦੇ ਨੇ ਇੱਕ ਪਹਿਲਵਾਨ, ਉਹ ਪਹਿਲਵਾਨ ਪੈਦਾ ਕੀਤਾ ਗਿਆ, ਉਹਦੀ ਜੇ ਕੁਆਲੀਫਿਕੇਸ਼ਨ ਦੇਖੋ। ਇੱਕ ਮਿੰਟ ਦੀ ਗੱਲ ਤਾਂ ਮੇਰੀ ਪਲੀਜ਼ ਮੇਰੀ ਬੇਨਤੀ ਆ, ਗੱਲ ਸੁਣ ਲਓ। ਮੈਂ ਤੁਹਾਡੇ ਨਾਲ ਨਾ ਜੀ ਤੂੰ ਮੈਂ ਕਰਦਾ ਨਹੀਂ ਚੰਗਾ ਲੱਗਦਾ, ਤੁਸੀਂ ਬਹੁਤ ਸੀਨੀਅਰ ਬੰਦੇ ਹੋ। ਉਹ ਇੱਕ ਡਿਪਲੋਮਾ ਹੋਲਡਰ, ਮੈਨੂੰ ਉਹਦੀ ਮੈਂ ਬੈਕਗ੍ਰਾਉਂਡ ਦੱਸ ਦੇਣਾ। ਉਹ ਇੱਕ ਡਿਪਲੋਮਾ ਹੋਲਡਰ ਹੈ, ਜਿਹੜੇ ਮੇਨ ਸਬ ਅਸੂਲ ਕਹਿੰਦੇ ਆ ਵੀ ਡਿਪਲੋਮਾ ਹੋਲਡਰ ਬੰਦਾ ਸੀਨੀਅਰ ਐਕਸ਼ਨ ਤੋਂ ਉੱਪਰ ਬਣ ਨਹੀਂ ਸਕਦਾ। ਉਹਨੂੰ ਅਸੀਂ ਚੀਫ ਇੰਜੀਨੀਅਰ ਬਣਾਤਾ, ਉਹਦੇ 7 ਚਾਰਜ ਦਿੱਤੇ। ਚਲੋ ਤੁਸੀਂ ਮੈਂ ਉਹੀ ਕਹਿ ਰਿਹਾ ਨਾ, ਜਿਹੜੀ ਉਹਦੀ ਗੱਲ ਹੈ, ਜਿਹੜੇ ਗੱਲ ਰਸੋਈ ਦੀ ਕਰਦੇ ਆ, ਉਹ ਇੱਕ ਕੰਪਨੀ ਦਾ ਡਾਇਰੈਕਟਰ, ਉਹ ਇੱਕ ਕੰਪਨੀ ਦਾ ਡਾਇਰੈਕਟਰ ਸੀਗਾ, ਠੀਕ ਹੈ। ਜੇ ਉਹ ਕਿਸੇ ਟਾਈਮ ਕੋਈ ਰਸੋਈਆ ਸੀ, ਜੇ ਉਹ ਇੱਕ ਆਪਾਂ ਹਰੇਕ ਵਾਰੀ ਉਸ ਨੂੰ ਇਹੀ ਕਹਿੰਦੇ ਆ ਵੀ ਆਪਣਾ ਰਸੋਈਏ ਦੇ ਨਾਂ ਨਾਲ ਹੀ ਪੁਕਾਰਦੇ ਆ, ਉਹ ਵੀ ਇੱਕ ਇਨਸਾਨ ਹੈ। ਉਹ ਜੇ ਕਿਸੇ ਕੰਪਨੀ ਦਾ ਡਾਇਰੈਕਟਰ ਬਣਿਆ, ਉਹਦੇ ਉੱਤੇ ਬਕਾਇਦਾ ਕਮਿਸ਼ਨ ਬਣਿਆ, ਬਾਕੀ ਉਹਦੇ ਤੇ ਸਾਰੀ ਕਾਰਵਾਈ ਵੀ ਹੋਈ ਹੈ। ਮੈਨੂੰ ਸਮਝ ਨਹੀਂ ਆਉਂਦਾ, ਤੁਸੀਂ ਕਹਿ ਰਹੇ ਹੋ ਕਿ ਇੱਕ ਰਸੋਈਆ ਹੈ, ਜਦੋਂ ਇੱਕ ਰਸੋਈਏ ਨੇ ਕਿੰਨੀ ਤਰੱਕੀ ਕਰ ਲਈ ਕਿ ਉਹ ਕਰੋੜਾਂ ਰੁਪਏ ਦੀਆਂ ਖੱਡਾਂ ਲਈ ਜਾਂਦਾ। ਘੱਟੋ ਘੱਟ ਆਪਾਂ ਇੱਕ ਟੀਵੀ ਚੈਨਲ ਤੇ ਬਹਿਸ ਵੇਲੇ ਇਹ ਤਾਂ ਯਾਦ ਰੱਖੀਏ ਕਿ ਇੱਕ ਰਸੋਈਏ ਨੇ ਕਿੰਨੀ ਕਮਾਈ ਕਰ ਲਈ ਕਿ ਉਹ ਕਰੋੜਾਂ ਰੁਪਏ ਦੀ ਖੱਡਾਂ ਜਿਹੜੀਆਂ ਨੇ ਸੁਖਦੇਵ ਸਿੰਘ ਜੀ ਉਹਨੇ ਲੈ ਲਈਆਂ। ਨਹੀਂ, 27 ਕਰੋੜ ਦੀਆਂ ਖੱਡਾਂ ਦੇ ਵਿੱਚ ਤਾਂ ਹਿੱਸੇਦਾਰੀ ਸੀ ਆਪ, ਤਾਂ ਉਹਨੇ ਟੋਟਲ 27 ਕਰੋੜ ਦੀ ਖੱਡ ਲਈ, 27 ਕਰੋੜ ਰੁਪਏ ਦਾ ਅਰਨੈਸਟ ਮਨੀ ਗਿਆ। ਦੇਖੋ ਗੱਲ ਇਹ ਹੈਗਾ, ਉਹਦੇ ਵਿੱਚ ਉਹਦਾ ਕੋਈ ਉਹ ਇਕੱਲੇ ਦਾ ਉਹ ਨਹੀਂ ਸੀਗਾ, ਉਹ ਇੱਕ ਉਹਦੇ ਵਿੱਚ ਪਾਰਟਨਰ ਸੀ। ਔਰ ਉਹ ਜਿਹੜਾ ਰਾਣਾ ਗੁਰਜੀਤ ਜੀ ਦੀ ਤੁਸੀਂ ਗੱਲ ਕਰਦੇ ਹੁੰਦੇ ਹੋ, ਉਹ ਕਦੋਂ ਦਾ ਉਹਨਾਂ ਨੂੰ ਨੌਕਰੀ ਛੱਡ ਕੇ ਜਾ ਚੁੱਕਿਆ ਸੀ, ਇਸ ਕਰਕੇ ਉਹਦਾ ਕੋਈ ਹੋਰ ਰੌਲਾ ਨਹੀਂ। ਚਲੋ ਆਪਾਂ ਇਸ ਬਹਿਸ 'ਚ ਨਹੀਂ ਪੈਂਦੇ। ਮੇਰਾ ਇੱਕ ਸਵਾਲ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਜਿਹੜੀ ਗੱਲ ਬਰਾੜ ਸਾਹਿਬ ਨੇ ਕਹੀ ਸੀ, ਉਹ ਸਵਾਲ ਫਿਰ ਦੁਬਾਰਾ ਪੁੱਛਦਾ ਕਿ ਜਿਹੜੇ ਹੇਠਲੇ ਲੈਵਲ ਦੀਆਂ ਚੀਜ਼ਾਂ ਨੇ, ਹੁਣ ਇਹ ਸਾਰੀ ਚੋਣ ਹੈ ਜਿਹੜੀ ਸਥਾਨਕ ਸਰਕਾਰਾਂ ਡਿਪਾਰਟਮੈਂਟ ਦੇ ਨਾਲ ਮਿਲਦੀ ਜੁਲਦੀ ਹੈ। ਤੁਸੀਂ ਇਸ ਵਾਰ ਦੇਖੋ ਕਿੰਨਾ ਡੇਂਗੂ ਫੈਲਿਆ, ਇਸ ਵਾਰ ਅੱਗ ਲੱਗਣ ਦੀਆਂ ਕਿੰਨੀਆਂ ਘਟਨਾਵਾਂ ਹੋਈਆਂ, ਗੰਦਗੀ ਦੇ ਕਿੰਨੇ ਢੇਰ ਲੱਗੇ ਹੋਏ ਤੁਹਾਨੂੰ ਵੀ ਪਤਾ, ਔਰ ਈਵਨ ਜਿਹੜੀ ਵਿਰਾਸਤੀ ਗਲੀ ਹੈ ਉਹਦੇ ਬਾਹਰ ਕਿੰਨੇ ਢੇਰ ਲੱਗੇ ਰਹੇ ਉਹ ਵੀ ਹੈ। ਜਦੋਂ ਇਹ ਸਾਰੀਆਂ ਚੀਜ਼ਾਂ ਤੋਂ ਲੋਕਾਂ ਦੇ ਕੋਲ ਜਾਓਗੇ, ਉਹ ਪੁੱਛਣਗੇ ਨਹੀਂ ਵੀ ਇਹਨਾਂ ਚੀਜ਼ਾਂ ਲਈ ਜ਼ਿੰਮੇਵਾਰ ਕੌਣ ਹੈ।
ਸਿਹਤ ਮੰਤਰੀ ਤੱਕ ਨੇ ਕਹਿ ਦਿੱਤਾ ਕਿ ਡੇਂਗੂ ਜੇ ਫੈਲਿਆ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੁਲਾਜ਼ਮ ਤੇ ਮੰਤਰੀ ਸਾਹਿਬ ਜ਼ਿੰਮੇਵਾਰ ਨੇ, ਜਿਨ੍ਹਾਂ ਨੇ ਸਫਾਈ ਨਹੀਂ ਕੀਤੀ। ਇਹ ਚੋਣਾਂ ਇਹਨਾਂ ਮੁੱਦਿਆਂ ਤੇ ਟਿੱਕੀਆਂ ਹੋਈਆਂ ਨੇ, ਇਹਨਾਂ ਦਾ ਜਵਾਬ ਹੈ ਤੁਹਾਡੇ ਕੋਲ? ਬਿਲਕੁਲ ਹੈ। ਜਿਹੜੇ ਇਹ ਕਾਰਪੋਰੇਸ਼ਨ ਹੈ ਤਿੰਨਾਂ ਤੇ ਅਕਾਲੀ ਦਲ ਬੀਜੇਪੀ ਦਾ ਜਿਹੜੇ ਸੀਗੇ, ਇੱਥੇ ਤਿੰਨਾਂ ਦੇ ਮੇਅਰ ਅਕਾਲੀ ਦਲ ਬੀਜੇਪੀ ਦੇ ਸੀ, ਔਰ ਤਿੰਨਾਂ ਨੇ ਕੰਮ ਨਹੀਂ ਕੀਤਾ। ਨਹੀਂ ਹਾਂ ਬਿਲਕੁਲ ਉਹਨਾਂ ਨੇ ਕੰਮ ਨਹੀਂ ਕੀਤਾ, ਇਸੇ ਕਰਕੇ ਹੁਣ ਵੋਟਾਂ ਸਾਹਮਣੇ ਆ। ਤੁਹਾਡੀ ਸਰਕਾਰ ਇੰਨਾ ਕੁ ਵੀ ਕੰਮ ਨਹੀਂ ਕਰਾ ਸਕੀ, 3 ਕਾਰਪੋਰੇਸ਼ਨਾਂ ਦੇ ਵਿੱਚ 3 ਮੇਅਰਾਂ ਤੋਂ ਤੁਹਾਡੀ ਸਰਕਾਰ ਕੰਮ ਹੀ ਨਹੀਂ ਕਰਾ ਸਕੀ। ਕਿਉਂ ਨਹੀਂ ਕੰਮ ਕਰਾ ਸਕੀ? ਤੁਸੀਂ ਹੋਰ ਕਿਸ ਤੋਂ ਕੀ ਕੰਮ ਕਰਾਓਗੇ? ਅਸੀਂ ਉੱਥੇ ਕੰਮ ਕਰਵਾਇਆ, ਕੰਮ ਕਰਵਾਉਣ ਦੀ ਕੀ ਗੱਲ ਕਰਦੇ, ਜੇ ਕੰਮ ਕਰਵਾਇਆ, ਪਰ ਜਿੱਥੋਂ ਤੱਕ ਡੇਂਗੂ ਦੀ ਗੱਲ ਹੈ, ਉਹ ਇੱਕ ਇਕੱਲੇ ਪੰਜਾਬ 'ਚ ਨਹੀਂ ਫੈਲਿਆ, ਉਹ ਸਾਰੇ ਨਾਰਥਰਨ ਇੰਡੀਆ ਦੇ ਵਿੱਚ ਡੇਂਗੂ ਸੀਗਾ। 35% ਵੱਧ ਡੇਂਗੂ ਦੇ ਮਰੀਜ਼ ਮਰੇ ਵੀ ਨੇ ਔਰ ਪੈਦਾ ਵੀ ਹੋਏ ਨੇ ਇਸ ਵਾਰ। ਤੁਹਾਡੀ ਜਾਣਕਾਰੀ ਲਈ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ, ਉਹ ਦਿੱਲੀ 'ਚ ਵੀ ਸਾਰੇ ਨਾਰਥਰਨ ਇੰਡੀਆ ਸੀ, ਉਹ ਹਰਿਆਣੇ 'ਚ ਵੀ ਸੀਗਾ ਡੇਂਗੂ ਦੀ, ਔਰ ਜਿਹੜੀ ਪ੍ਰੋਬਲਮ ਸੀ ਉਹ ਕੱਲੀ ਪੰਜਾਬ ਦੀ ਨਹੀਂ ਸੀ, ਬਾਕੀ ਉਹਦੇ ਵਿੱਚ ਜਿੰਨੇ ਸਾਡੇ ਲੋਕਲ ਬਾਡੀ ਦੇ ਮੰਤਰੀ ਨੇ, ਚਾਹੇ ਉਹਨਾਂ ਨੇ ਚਲੋ ਫਿਰ ਤੁਹਾਡੇ ਸਿਹਤ ਮੰਤਰੀ ਨੇ ਗਲਤ ਬਿਆਨ ਦਿੱਤਾ ਫਿਰ ਕਿ ਇਹਦੇ ਲਈ ਇਹ ਡਿਪਾਰਟਮੈਂਟ ਜ਼ਿੰਮੇਵਾਰ ਹੈ, ਸਾਡਾ ਡਿਪਾਰਟਮੈਂਟ ਜ਼ਿੰਮੇਵਾਰ ਨਹੀਂ, ਜਿਨ੍ਹਾਂ ਨੇ ਨਾ ਫੌਗਿੰਗ ਕੀਤੀ, ਜਿਨ੍ਹਾਂ ਨੇ ਨਾ ਜਿਹੜੇ ਪਹਿਲਾਂ ਕਦਮ ਚੁੱਕੇ ਜਾਣੇ ਸੀ ਉਹ ਕੀਤੇ। ਹਾਂਜੀ ਵਿਨੀਤ ਜੀ ਅੱਗੇ ਚੱਲਦੇ ਹਾਂ। ਦੇਖੋ ਗੱਲ ਇਹ ਹੈ ਕਿ ਸੁਖਦੇਵ ਤੁਹਾਡੀ ਗੱਲ ਠੀਕ ਹੈ ਕਿ ਡੇਂਗੂ ਦੀ ਪ੍ਰੋਬਲਮ ਲੋਕਲ ਨਹੀਂ ਹਰ ਜਗ੍ਹਾ ਹੈਗੀ ਹੈ, ਪਰ ਇੱਕ ਗੱਲ ਧਿਆਨ ਰੱਖੋ, ਡੇਂਗੂ ਦਾ ਇਲਾਜ ਜਿਹੜਾ ਹੈ ਉਹ ਲੋਕਲ ਹੈ, ਉਹ ਬਾਹਰੋਂ ਨਹੀਂ ਆਣਾ। ਉਹਦਾ ਕਾਰਨ ਦਿੱਲੀ ਨਹੀਂ ਹੈ, ਉਹਦਾ ਕਾਰਨ ਹਿਮਾਚਲ ਨਹੀਂ ਹੈ, ਉਹਦਾ ਕਾਰਨ ਹਰਿਆਣਾ ਨਹੀਂ ਹੈ, ਉਹਦੀ ਲੋਕਲ ਪਰਿਸਥਿਤੀ ਹੈ। ਔਰ ਉਹਨਾਂ ਚੀਜ਼ਾਂ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਜੇ ਕਿਹਦੇ ਉੱਪਰ ਸੀਗੀ ਤੇ ਲੋਕਲ ਬਾਡੀਜ਼ ਡਿਪਾਰਟਮੈਂਟ ਕੋਲ ਸੀਗੀ, ਜਿਹਦੇ ਸਰਦਾਰ ਨਵਜੋਤ ਸਿੰਘ ਸਿੱਧੂ ਜਿਹੜੇ ਮੰਤਰੀ ਸੀਗੇ, ਔਰ ਪਿਛਲੇ 3-4 ਮਹੀਨੇ ਤੋਂ ਸਾਡੇ ਮੇਅਰ ਵੀ ਨਹੀਂ ਸੀਗੇ, ਠੀਕ ਹੈ। ਔਰ ਵੈਸੀ ਗੱਲ ਧਿਆਨ ਰੱਖਣਾ, ਇਹ ਜਿਹੜੇ ਡੀਫੌਗਿੰਗ ਸਫਾਈ ਅਭਿਆਨ ਇਹ ਪੂਰੇ ਸੂਬਾ ਪੱਧਰ ਚੱਲਨੇ ਹੁੰਦੇ ਨੇ, ਔਰ ਲੋਕਲ ਬਾਡੀਜ਼ ਮਿਨਿਸਟਰੀ ਨੂੰ ਖਾਸ ਕਰਕੇ ਬਹੁਤ ਧਿਆਨ ਰੱਖਣਾ ਹੁੰਦਾ ਹੈ। ਔਰ ਖਾਸ ਕਰ ਨਵਜੋਤ ਸਿੰਘ ਸਿੱਧੂ ਵਰਗੇ ਮੰਤਰੀ ਜਿਹੜੇ ਹਰ ਤੇ ਉਂਗਲ ਚੁੱਕਦੇ ਹੋਏ ਹਰ ਨੂੰ ਜਿਵੇਂ ਚੋਬਾ ਮਾਰਦੇ ਹੋਣ ਤੇ ਆਪਣੇ ਮਹਿਕਮੇ 'ਚ ਉਹ ਕੁਛ ਨਾ ਕਰਦੇ ਹੋਣ। ਹੋਰ ਤਾਂ ਹੋਰ ਛੱਡੋ, ਅੰਮ੍ਰਿਤਸਰ ਦੇ ਤਾਂ ਮੈਂ ਅੱਜ ਨਾ ਉਹ ਕੱਢੀਆਂ ਨੇ ਬਹੁਤ ਸਾਰੀਆਂ ਪਿਛਲੇ 3-4 ਮਹੀਨੇ ਦੀ ਕਟਿੰਗਸ, ਸੜਕਾਂ ਟੁੱਟੀਆਂ, ਪਾਣੀ ਅੰਮ੍ਰਿਤਸਰ ਦੇ ਅੰਦਰ ਪਾਣੀ ਨਹੀਂ, ਜਿਸ ਵਿਧਾਨ ਸਭਾ ਨੂੰ ਰਿਪਰੈਜ਼ੈਂਟ ਕਰਦੇ ਨੇ ਉੱਥੇ ਸੀਵਰੇਜ ਦਾ ਪਾਣੀ, ਪੀਣ ਵਾਲੇ ਪਾਣੀ ਮਿਕਸ ਹੋ ਰਿਹਾ। ਸਿੱਧੂ ਸਾਹਿਬ ਆਪਣੇ ਅੰਮ੍ਰਿਤਸਰ ਦਾ ਖਿਆਲ ਕਰ ਨਹੀਂ ਪਾ ਰਹੇ, ਪੂਰੇ ਪੰਜਾਬ ਦਾ ਕੀ ਖਿਆਲ ਕਰਨਗੇ? ਤੁਸੀਂ ਇੱਕ ਗੱਲ ਕਹੀ ਸੀ ਫਾਇਰ ਟੈਂਡਰ ਵਾਲੀ, ਮੇਰੀ ਬੇਨਤੀ ਹੈ ਸੁਖਦੇਵ ਜੀ, ਐਵੇਂ ਹੈ ਤੁਹਾਡੇ 9 ਮਹੀਨੇ ਹੋ ਗਏ ਸਰਕਾਰ ਨੂੰ, ਕੱਲ 9 ਮਹੀਨੇ ਹੋ ਜਾਣਗੇ ਤੁਹਾਡੀ ਸਰਕਾਰ ਨੂੰ, ਹੈ ਨਾ। 9 ਮਹੀਨੇ 'ਚ ਨਾ ਤੁਸੀਂ ਰੇਤ ਮਾਫੀਆ ਫੜਿਆ, ਨਾ ਤੁਸੀਂ ਨਸ਼ੇ ਵਾਲੇ ਮਾਫੀਆ ਫੜੇ, ਨਾ ਤੁਸੀਂ ਕੇਬਲ ਮਾਫੀਆ ਫੜਿਆ। ਇਹ ਸਾਰੇ ਇਲੈਕਸ਼ਨ ਤੁਹਾਡੇ ਮੁੱਦੇ ਸੀਗੇ, ਇਹ ਉਹਨਾਂ ਮੁੱਦਿਆਂ ਵਾਂਗੀ ਤੁਹਾਡਾ ਇਹ ਹੈਗਾ ਜਿਹੜਾ ਤੁਸੀਂ ਕਹਿ ਗਏ ਹੋ ਫਾਇਰ ਟੈਂਡਰ ਵਾਲਾ। ਜੇ ਕੋਈ ਗਲਤ ਕੀਤਾ ਤਾਂ ਫੜ ਕੇ ਅੰਦਰ ਦੇ ਦਿਓ ਨਾ, ਇੱਥੇ ਬੋਲਦੇ ਕਿਉਂ ਪਏ ਹੋ? ਤੁਸੀਂ ਤਾਂ ਸਰਕਾਰ ਹੋ, ਤੁਸੀਂ ਐਕਸ਼ਨ ਲਓ। ਤੁਸੀਂ ਕੀ ਕਰ ਰਹੇ ਹੋ? ਤੁਸੀਂ ਹਾਲੇ ਵੀ ਮੁੱਦਿਆਂ ਝੂਠ ਮੁੱਦਿਆਂ ਨੂੰ ਘੁਮਾ ਕੇ ਲੋਕਾਂ ਨੂੰ ਧਿਆਨ ਭਟਕਾਉਣਾ ਚਾਹ ਰਹੇ ਹੋ। ਸਾਡੀ ਤੁਸੀਂ ਮੈਨੂੰ ਗੱਲ ਕੀ ਮੁੱਦਿਆਂ ਦੀ ਗੱਲ ਕੀਤੀ ਵੀ ਅਕਾਲੀ ਦਲ ਭਾਜਪਾ, ਉਹ ਭਰਾ ਜੀ ਗੱਲ ਇਹ ਹੈ, ਜਦ ਬੰਦੇ ਦਾ ਕੈਂਡੀਡੇਟ ਨਾਮ ਬੀਜੇਪੀ ਦਾ ਕੈਂਡੀਡੇਟ ਵਿਨੀਤ ਜੋਸ਼ੀ ਹੋ ਗਿਆ, ਵਿਨੀਤ ਦੇ ਘਰ ਢੋਲ ਵੱਜਣੇ ਸ਼ੁਰੂ ਹੋ ਜਾਂਦੇ ਨੇ, ਮਹੱਲੇ ਦੇ ਲੋਕ ਇਕੱਠੇ ਸ਼ੁਰੂ ਹੁੰਦੇ ਨੇ, ਰਿਸ਼ਤੇਦਾਰ ਆਉਣੇ ਸ਼ੁਰੂ ਹੁੰਦੇ ਨੇ, ਕੈਂਪੇਨ ਸ਼ੁਰੂ ਹੋ ਜਾਂਦੀ ਹੈ। ਤੇ ਜਿਵੇਂ ਮੇਰੇ ਘਰ ਢੋਲ ਵੱਜਦੇ ਸੀ, ਲਿਸਟਾਂ ਆਉਣਾ, ਉਹਨੇ ਵੀ ਥਾਣੇਦਾਰ ਮੇਰੇ ਘਰੇ ਆਉਂਦਾ ਸੀਗਾ, ਉਹ ਕਾਕਾ ਤੇਰਾ ਪਰਚਾ ਫਲਾਣਾ ਖੁੱਲ ਜਾਣਾ, ਤੇਰਾ ਫਲਾਣਾ ਖੁੱਲ ਜਾਣਾ। ਉਹ ਫਿਰ ਨੋਮੀਨੇਸ਼ਨ ਜਾਂਦੇ ਸੀਗੇ, NOC ਨਹੀਂ ਮਿਲਦੀ ਸੀਗੀ। ਉਹ 28 ਤਰੀਕ ਦੀ 28 ਨਵੰਬਰ ਵਾਲੀ ਵੋਟਿੰਗ ਲਿਸਟ ਮੇਰਾ ਨਾਮ ਹੈ, ਜਦ ਮੈਂ ਨੋਮੀਨੇਸ਼ਨ ਫਾਈਲ ਕਰਦਾ ਮੇਰਾ ਨਾਮ ਵਿੱਚੋਂ ਕੱਢਿਆ ਹੁੰਦਾ ਸੀਗਾ, ਮੇਰਾ ਨਾਮ ਕਿਤੇ ਹੋਰ ਪਾਇਆ ਹੁੰਦਾ ਸੀਗਾ। ਕੁੱਲ ਮਿਲਾ ਕੇ ਤੁਸੀਂ ਤਾਂ ਸਾਡੀ ਕੈਂਪੇਨ ਹੀ ਨਹੀਂ ਚੱਲਣ ਦਿੱਤੀ, ਤੁਸੀਂ ਸਾਨੂੰ ਪੱਗ ਤੇ ਫਸਾ ਕੇ ਰੱਖਿਆ। ਕਿਤੇ ਤਾਂ ਨੋਮੀਨੇਸ਼ਨ ਅਖਬਾਰ 'ਚ ਨਾਮ ਆਉਂਦਾ ਸੀ, ਕੈਂਡੀਡੇਟ ਹੋਇਆ, ਉੱਥੋਂ ਕੈਂਪੇਨ ਸ਼ੁਰੂ। ਐਸੇ ਤਾਂ ਜਦ ਤੱਕ ਪੇਪਰ ਐਕਸੈਪਟ ਨਾ ਹੋ ਗਏ, ਫਾਈਨਲ ਵਿਡਰੋਲ ਨਹੀਂ ਖਤਮ ਹੋ ਗਈ, ਹੁਣ ਤਾਂ ਹੁਣ ਜਿਵੇਂ ਚੀਮਾ ਸਾਹਿਬ ਸਾਡੇ ਉਹ ਰਵੀ ਮਹਿੰਦਰੂ ਸਾਡੇ ਜ਼ਿਲ੍ਹਾ ਪ੍ਰਧਾਨ ਵਗੈਰਾ ਸਾਰੇ ਸਿਰ ਪਰਚਾ ਦੇਤਾ। ਮੈਂ ਨਾ ਇੱਕ ਗੱਲ ਇਹ ਕਹਿੰਦੇ ਆ ਕਿ ਉਹ ਕਿਉਂ ਨਹੀਂ ਕੀਤਾ, ਜੇ ਕਰਪਸ਼ਨ ਦੇ ਉੱਤੇ ਕੀਤਾ। ਤੁਹਾਡੇ ਲੋਕਲ ਬਾਡੀ ਦੇ ਕਿੰਨੇ ਬੰਦਿਆਂ ਦੇ ਉੱਤੇ ਪਰਚੇ ਹੋਏ ਆ ਤੁਹਾਨੂੰ ਵੀ ਪਤਾ, ਜਿਹੜੇ ਮੰਤਰੀ ਅਫਸਰਾਂ ਨੇ ਉਹਨਾਂ ਨੇ ਕਰਪਸ਼ਨ ਕੀਤੀ ਹੈ। ਦੂਜੀ ਗੱਲ ਤੇ 2000 ਕਰੋੜ ਦਾ ਸਕੈਮ ਜਿਹੜਾ ਇਰੀਗੇਸ਼ਨ ਦਾ, ਉਹ ਜਿਹੜੇ ਐਡੇ ਵੱਡੇ ਮਗਰਮੱਛ ਫੜੇ ਆ, ਔਰ ਜਿਨ੍ਹਾਂ ਦੀ ਹੁਣ ਜਦੋਂ ਦੇ ਤੇ ਜਦੋਂ ਟੁੱਟੀ ਜਾਊਗੀ ਹੋਰ ਵੀ ਅੱਗੇ ਆਉਣਾ ਬਹੁਤ, ਪਰ 2000 ਕਰੋੜ ਵਾਲੇ ਤੋਂ ਹੋਰ ਵੀ ਬਹੁਤ ਕੁਝ ਅੱਗੇ ਆਉਣਾ। ਜਿਹੜੀ ਰੇਤ ਮਾਫੀਆ ਵਾਲੀ ਦੀ ਗੱਲ ਹੈ, ਰੇਤ ਦੇ ਨਾਲ ਕਿੰਨੇ ਕੱਢ ਕੇ ਤੁਹਾਨੂੰ ਵੀ ਪਤਾ ਹੈ, ਔਰ ਤੁਸੀਂ ਕਿਉਂਕਿ ਬੈਠੇ ਨਹੀਂ ਚੱਲਦੇ, ਅਸੀਂ ਕਿਸੇ ਇਸ ਗੱਲ 'ਚ ਨਹੀਂ। ਮੇਰੀ ਬੇਨਤੀ ਹੈ, ਤੁਸੀਂ ਮਿਊਨਿਸਪਲ ਕਾਰਪੋਰੇਸ਼ਨ ਦੇ ਫਾਇਰ ਟੈਂਡਰਸ ਦੀ ਗੱਲ ਛੇੜੀ, ਤੁਸੀਂ ਕਹਿੰਦੇ ਟਾਈਮ 'ਚ ਗਲਤ ਖਰੀਦੇ ਹੋਏ ਸੀਗੇ, ਪੁਰਾਣੇ ਹੋ ਗਏ ਸੀਗੇ। ਮੈਂ ਕਦੋਂ ਗਲਤ ਕਿਹਾ? ਮੈਂ ਕਿਹਾ ਪੁਰਾਣੇ ਹੋ ਗਏ, 10 ਸਾਲ ਹੋ ਗਏ, 10 ਸਾਲ ਤੋਂ ਬਾਅਦ ਉਹ ਸੁਣ ਤਾਂ ਲੋ, ਕਰਪਸ਼ਨ ਤੁਸੀਂ ਵਿੱਚ ਬੋਲਿਆ ਸੀ, ਕਰਪਸ਼ਨ ਬੋਲ ਮੈਂ ਕਿਹਾ ਨਹੀਂ, ਇੱਕ ਬੰਦੇ ਕੋਲ 7 ਮੈਂ ਕਿ ਖਾਤਾ ਭਾਈ ਮੇਰੀ ਗੱਲ ਸੁਣ ਲਓ, 2000 ਕਰੋੜ ਦਾ ਤਾਂ ਇਰੀਗੇਸ਼ਨ ਸਕੈਮ ਹੈ। ਮੇਰੀ ਬੇਨਤੀ ਸੁਖਦੇਵ ਜੀ, ਹਜੇ ਹੋਇਆ ਕੀ ਹੈ? ਸ਼ੁਰੂ ਤਾਂ ਹੋਇਆ ਹਜੇ। ਇੱਕ ਮਿੰਟ ਗੱਲ ਕਰੋ, ਤੁਸੀਂ ਨਾ ਫਾਇਰ ਟੈਂਡਰਸ ਦੀ ਗੱਲ ਕਰਦੇ ਵਿੱਚ ਤੁਸੀਂ ਫਾਈਨੈਂਸ਼ੀਅਲ ਰੈਗੂਲੇਟਰੀ ਕਰਪਸ਼ਨ ਦਾ ਐਲੀਗੇਸ਼ਨ ਲਗਾ ਗਏ, ਤੇ ਮੈਂ ਕਿਹਾ ਫੜ ਲਓ। ਹੁਣ ਗੱਲ ਇਹ, ਮੈਂ ਤੁਹਾਡੇ ਜੁਮਲੇ ਕਿਉਂ ਮੰਨਦਾ, ਕਿਉਂਕਿ ਚੋਣਾਂ ਤੋਂ ਪਹਿਲੇ ਤੁਸੀਂ ਕਿਹਾ ਨਸ਼ਾ,
ਖਤਮ ਕਰਾਂਗੇ, ਤੁਸੀਂ ਕਿਹਾ ਰੇਤ ਮਾਫੀਆ ਫੜਾਂਗੇ, ਤੁਸੀਂ ਕਿਹਾ ਕੇਬਲ ਮਾਫੀਆ ਫੜਾਂਗੇ। 9 ਮਹੀਨੇ ਹੋ ਗਏ, ਹੁਣ ਤੱਕ ਤੁਹਾਡੇ ਤੋਂ ਕੋਈ ਫੜਿਆ ਨਹੀਂ ਗਿਆ। ਜਿਵੇਂ ਤੁਸੀਂ ਉਹ ਝੂਠ ਬੋਲਦੇ ਸੀ ਉਵੇਂ ਇਹ ਝੂਠ ਬੋਲਦੇ ਪਏ। 9 ਮਹੀਨੇ ਹੋ ਗਏ, 2 ਮਹੀਨੇ ਚ ਕਮਾਲ, 2 ਵੱਡੇ ਸਕੈਮ ਤੁਹਾਡੇ ਸਾਹਮਣੇ ਆ ਗਏ। ਬਾਕੀ ਰੇਤ ਮਾਫੀਆ, ਵਿਨੀ ਜੀ ਇੱਕ ਮਿੰਟ, ਵਿਨੀ ਜੀ ਕੇਬਲ ਮਾਫੀਆ ਜੀ ਉਹ ਵੀ ਆ ਜਾਣਾ, ਜਿਹੜਾ ਸਕੈਮ ਕੀਤਾ ਉਹ ਵੀ ਆਊਗਾ। ਜੇ 2 ਸਕੈਮ ਫੜੇ ਗਏ ਉਹਨਾਂ ਨੂੰ ਥੋੜੀ ਉਹ ਹੈ ਕੁਝ ਨਹੀਂ, ਕਿਉਂ ਨਹੀਂ? ਆ 2 ਸਕੈਮ ਥੋੜੇ ਆ, 2000 ਕਰੋੜ ਥੋੜੀ ਅਮਾਉਂਟ ਹੁੰਦੀ ਆ। ਫੜੋ ਫੜ ਕੇ ਲਿਆਂਦਾ, ਅਸੀਂ ਵੀ ਫੜਿਆ ਫਿਰਦਾ ਸੀਗਾ, ਅਸੀਂ ਵੀ ਫੜੇ ਆ, ਅਸੀਂ ਵੀ ਜੇਲ੍ਹਾਂ ਅੰਦਰ ਭੇਜੇ ਆ। ਸਾਡਾ ਵਿਜੀਲੈਂਸ ਬਿਊਰੋ ਦਾ ਰਿਕਾਰਡ ਦਾ ਚੱਕ ਕੇ ਦੇਖ ਲਓ, ਇੱਕ ਮਿੰਟ ਸੁਖਦੇਵ ਜੀ, ਇੱਕ ਮਿੰਟ ਵਾਰੀ ਵਾਰੀ ਦੱਸ ਦੋ 9 ਮਹੀਨੇ ਹੋ ਗਏ। ਸੁਖਦੇਵ ਜੀ ਇੱਕ ਸੈਕਿੰਡ, ਇੱਕ ਇੱਕ ਕਰਕੇ ਵਾਰੀ, ਕਿਉਂਕਿ ਸਾਰੇ ਬੁਲਾਰਿਆਂ ਨੂੰ ਟਾਈਮ ਦੇਣਾ। ਨਵਦੀਪ ਜੀ, ਮੇਰੀ ਗੱਲ ਉਹੀ ਸੀਗੀ ਕਿ ਜਿਹੜੇ ਮੁੱਦਿਆਂ ਦੀ ਗੱਲ ਸੀਗੀ ਉਹ ਇਸੇ ਤਰ੍ਹਾਂ ਹੀ ਮੁੱਦੇ ਰੁਲ ਜਾਂਦੇ ਨੇ, ਅਜਿਹੀਆਂ ਇਲਜ਼ਾਮਬਾਜ਼ੀਆਂ ਔਰ ਬਿਆਨਬਾਜ਼ੀਆਂ 'ਚ ਮੁੱਦੇ ਰੁਲ ਜਾਂਦੇ ਨੇ। ਦੇਖੋ ਜੀ, ਗੱਲ ਇਹ ਪਹਿਲਾਂ ਹੋਈ ਹੈ ਕਿ ਜਿਹੜੀ ਇਹ ਇਲੈਕਸ਼ਨ ਸੀ ਇਹ ਸਥਾਨਕ ਮੁੱਦਿਆਂ ਦੀ ਸੀ। ਕਾਂਗਰਸ ਦੀ ਗਵਰਨਮੈਂਟ ਬਣੀ ਨੂੰ 9 ਮਹੀਨੇ ਤਕਰੀਬਨ ਹੋ ਗਏ। ਇਲੈਕਸ਼ਨ ਤੋਂ ਪਹਿਲਾਂ ਇੱਕ ਜੋ ਚੋਣ ਮੈਨੀਫੈਸਟੋ ਬਣਦਾ ਉਹਦੇ ਵਿੱਚੋਂ ਜੇ ਇਹਨਾਂ ਨੇ ਕੋਈ ਵੀ ਵਾਅਦੇ ਪੂਰੇ ਕੀਤੇ ਹੁੰਦੇ ਉਹ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਵੀ ਅਸੀਂ ਤੁਹਾਡੇ ਨਾਲ ਵਾਅਦੇ ਕੀਤੇ ਸੀ, ਅਸੀਂ ਆਹ ਪੂਰੇ ਕਰਤੇ। ਹੋ ਸਕਦਾ ਇਹਨਾਂ ਨੂੰ ਆਹ ਕੁਛ ਕਰਨ ਦੀ ਲੋੜ ਨਾ ਪੈਂਦੀ, ਕਿਸੇ ਦੇ ਕਾਗਜ਼ ਰੱਦ ਕਰਨ ਦੀ ਲੋੜ ਨਾ ਪੈਂਦੀ। ਉਹ ਇਸੇ ਲਈ ਕੀਤੇ ਜਾ ਰਹੇ ਕਿਉਂਕਿ ਵਾਅਦੇ ਪੂਰੇ ਨਹੀਂ ਹੋਏ। ਕੋਈ ਮੋਬਾਈਲ ਫੋਨ ਨਹੀਂ ਆਇਆ, ਕਿਸੇ ਨੂੰ ਕੋਈ ਨੌਕਰੀ ਨਹੀਂ ਆਈ, ਕਿਸੇ ਨੂੰ ਜੇ ਕੋਈ ਚੀਜ਼ ਮਿਲੀ ਹੈ ਜਿਹੜਾ ਚੋਣ ਮੈਨੀਫੈਸਟੋ ਦੇ ਵਿੱਚ ਇਹਨਾਂ ਨੇ ਵਾਅਦੇ ਕੀਤੇ ਸੀ ਤਾਂ ਬਰਾੜ ਸਾਹਿਬ ਦੱਸ ਦੇਣ ਜੇ ਕੋਈ ਇੱਕ ਵੀ ਪੂਰਾ ਹੋਇਆ। ਦੂਜੀ ਗੱਲ ਆ ਗਈ ਨਸ਼ਿਆਂ ਦੀ ਗੱਲ ਕਰਦੇ, ਨਸ਼ਾ ਉਵੇਂ ਹੀ ਚੱਲ ਰਿਹਾ, ਬੇਹਿਸਾਬਾ ਬੇਇੰਤਹਾ ਨਸ਼ਾ ਵਿਕ ਰਿਹਾ, ਪਿੰਡ 'ਚ ਸ਼ਰਾਬ ਵਿਕ ਰਹੀ ਹੈ, ਬਾਲਟੀਆਂ 'ਚ ਸ਼ਰਾਬ ਵਿਕ ਰਹੀ ਹੈ, ਉਵੇਂ ਹੀ ਚਿੱਟਾ ਚੱਲੀ ਜਾਂਦਾ। ਤੁਸੀਂ ਕਿਤੇ ਵੀ ਜਾ ਕੇ, ਅੱਜ ਮੈਂ ਤੁਹਾਨੂੰ ਮੋਗੇ ਜ਼ਿਲ੍ਹੇ ਦੀ ਗੱਲ ਦੱਸ ਦਿੰਦਾ, ਘੱਟੋ ਘੱਟ ਬਹੁਤਾ ਨਹੀਂ ਤਾਂ ਐਕਸਾਈਜ਼ ਐਕਟ ਦੇ 300 ਪਰਚਾ ਦਰਜ ਹੋ ਗਿਆ ਜੀ 1 ਅਪ੍ਰੈਲ ਤੋਂ ਲੈ ਕੇ। ਹੁਣ ਗੱਲ ਇਹ ਹੈ, ਜੇ ਇਹਨਾਂ ਨੇ ਉਹ 9 ਮਹੀਨਿਆਂ ਦੇ ਵਿੱਚ ਕੁਛ ਨਾ ਕੁਛ ਕੀਤਾ ਹੁੰਦਾ ਤਾਂ ਇਹ ਲੋਕਾਂ ਦੇ ਵਿੱਚ ਜਾਂਦੇ, ਉਹਨਾਂ ਨੂੰ ਦੱਸਦੇ ਭਾਈ ਆਹ ਕੀਤਾ, ਗਾਂ ਨੂੰ ਜੇ ਸਾਡੀ ਲੋਕਲ ਬਾਡੀਜ਼ ਦੇ ਵਿੱਚ ਅਸੀਂ ਗਵਰਨਿੰਗ ਕਰਦੇ ਆ ਤਾਂ ਅਸੀਂ ਆਹ ਕਰਾਂਗੇ। ਤੁਸੀਂ ਡੇਂਗੂ ਦੀ ਗੱਲ ਕੀਤੀ, ਅੱਜ ਹਰੇਕ ਸ਼ਹਿਰ ਪੱਟਿਆ ਪਿਆ, ਜਿਹੜਾ ਮਰਜ਼ੀ ਲੈ ਲਓ, ਭੈੜਾ ਹਾਲ ਆ ਉੱਥੇ। ਗਲੀਆਂ ਨਾਲੀਆਂ ਦੇ ਵਿੱਚ ਪਾਣੀ ਖੜਾ ਜਿੱਥੋਂ ਡੇਂਗੂ ਫੈਲਦਾ, ਔਰ ਡੇਂਗੂ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਉਹ ਲੋਕਲ ਬਾਡੀਜ਼ ਦੀ ਬਣਦੀ। ਠੀਕ ਹੈ, ਆਪਾਂ ਇੱਕ ਹੋਰ ਛੋਟਾ ਜਿਹਾ ਬ੍ਰੇਕ ਲੈ ਲੈਣੇ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। 2 ਸੈਗਮੈਂਟ ਨਿਕਲ ਗਏ ਨੇ, ਗੱਲ ਮੁੱਦਿਆਂ ਦੀ ਵੀ ਹੋਗੀ, ਗੱਲ ਇਲਜ਼ਾਮਬਾਜ਼ੀਆਂ ਦੀ ਵੀ ਹੋਗੀ, ਪਰ ਹੁਣ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਕਿ ਅਮਨੋ ਅਮਾਨ ਦੇ ਨਾਲ ਇਹ ਚੋਣ ਨੇਪਰੇ ਚੜੇ, ਇਹ ਸਭ ਤੋਂ ਵੱਡੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਵੀ ਹੈ ਔਰ ਸਟੇਟ ਇਲੈਕਸ਼ਨ ਕਮਿਸ਼ਨ ਦੀ ਵੀ ਹੈ। ਬਰਾੜ ਸਾਹਿਬ, ਕਿੰਨੀ ਕੁ ਵੱਡੀ ਇਹ ਜ਼ਿੰਮੇਵਾਰੀ ਔਰ ਕਿੰਨੀ ਕੁ ਵੱਡੀ ਅਜਿਹੇ ਜਿਹੜੇ ਮਾਮਲੇ ਪਿੱਛੇ ਨਿਕਲ ਗਏ ਨੇ ਉਹਨਾਂ ਨੂੰ ਦੇਖ ਕੇ ਲੱਗਦਾ ਕਿ ਸੁੱਖ ਸਾਂਦ ਰਹੇਗੀ? ਦੇਖੋ, ਜਿਹੜੀ ਜਦੋਂ ਤੱਕ ਹੁਣ ਕੋਈ ਪੰਜਾਬ ਦੇ ਵਿੱਚ ਲੜਾਈ ਝਗੜਾ ਹੋਣ ਵਾਲੀ ਗੱਲ ਹੈ ਉਹਦੀ ਗੁੰਜਾਇਸ਼ ਹੈ ਨਹੀਂ। ਜੋ ਕੁਝ ਹੋਣਾ ਸੀ ਇਦੋਂ ਪਹਿਲਾਂ ਹੋ ਗਿਆ। ਹੁਣ ਤੇ ਇਲੈਕਸ਼ਨ ਹੋਣੀ ਹੈ ਤੇ ਉੱਥੇ ਰੌਲੇ ਰੱਪੇ ਵਾਲੀ ਕੋਈ ਨਹੀਂ, ਨਾ ਤਾਂ ਕੋਈ ਪੰਗਾ ਲੈਣਾ ਚਾਹੂਗਾ ਇਹੋ ਜਿਹੀ ਥਾਂ ਤੇ, ਕਿ ਜਿਹਦੀ ਸਰਕਾਰ ਹੈ। ਮੈਂ ਤਾਂ ਹੀ ਪਹਿਲਾਂ ਕਹਿ ਚੁੱਕਿਆ ਕਿ ਸਾਰੇ ਸਿਸਟਮ ਨੂੰ ਤਾਂ ਬੈਟਰ ਹੈ ਕਿ ਨੋਮੀਨੇਸ਼ਨ ਜਿਹਦੀ ਸਰਕਾਰ ਹੈ ਉਹ ਨੋਮੀਨੇਸ਼ਨਾਂ ਕਰਦਿਆ ਕਰੇ ਇਹਨਾਂ ਬੋਡੀ ਦੀਆਂ, ਨਾਲੇ ਤਾਂ ਉਹਨਾਂ ਨੂੰ ਪੈਸੇ ਮਿਲ ਜੇ। ਕੋਈ ਵਿਰੋਧੀ ਧਿਰ ਜਿੱਤ ਵੀ ਗਈ ਤਾਂ ਉਹਨੂੰ ਫੰਡ ਨਹੀਂ ਮਿਲਣੇ। ਹੁਣ ਲੋਕਾਂ ਦੇ ਅੰਮ੍ਰਿਤਸਰ ਤੇ ਜਿਹੜਾ ਜਲੰਧਰ ਦੀ, ਮੈਂ ਤੁਹਾਨੂੰ ਦੱਸਦਾ, ਸਰਕਾਰ ਨੂੰ ਕਿਵੇਂ ਪਤਾ ਲੱਗੇਗਾ ਕਿ ਉਹ ਠੀਕ ਦਿਸ਼ਾ ਵੱਲ ਜਾ ਰਹੀ ਹੈ? ਜੇ ਸਰਕਾਰ ਨੂੰ ਠੀਕ ਸੀਗਾ, ਉੱਥੋਂ ਦੇ ਇੱਕ ਮੇਨ ਮੁੱਦੇ 2 ਹੀ ਆ। ਲੋਕ ਦੱਸਦੇ ਨੇ ਕਿ ਤੁਹਾਡੀ ਸਰਕਾਰ ਤੋਂ ਅਸੀਂ ਖੁਸ਼ ਹਾਂ ਜਾਂ ਨਹੀਂ ਖੁਸ਼। ਮੈਂ ਉਹੀ ਗੱਲ ਦੱਸ ਰਿਹਾ ਨਾ, ਜੇ ਖੁਸ਼ ਹੋਵੇ ਜਾਂ ਕੁਛ ਹੋਵੇ, ਜੇ ਡਰ ਨਾ ਹੋਵੇ ਤਾਂ ਫਿਰ ਤੇ ਸਿਸਟਮ ਨੂੰ ਕੋਈ ਤਹਿਲ ਥਹਿਲ ਕਰਨ ਦੀ ਲੋੜ ਹੀ ਨਹੀਂ। ਆਰਾਮ ਨਾਲ ਸਮੇਂ ਸਿਰ ਜਿਹੜੀਆਂ ਵੋਟਰ ਸੂਚੀਆਂ ਬਣ ਜਾਣ, ਵਾਰਡ ਬੰਦੀ ਸਮੇਂ ਸਿਰ ਹੋ ਜੇ, ਫਿਰ ਤਰੀਕੇ ਨਾਲ ਹੋ ਜੇ। ਨੋਮੀਨੇਸ਼ਨ ਜਿਹਨੇ ਕਰਨੀ ਹੈ, ਬਲਕਿ ਪਾਰਟੀਆਂ ਨੂੰ ਇਨਵੋਲਵ ਹੋਣ ਦੀ ਲੋੜ ਹੀ ਨਹੀਂ। ਲੋਕੀ ਆਪਣੇ ਲੋਕਲ ਲੋਕ ਹੈ, ਉੱਥੇ ਜਾ ਕੇ ਉਹ ਜਿਹੜਾ ਮਰਜ਼ੀ ਖੜਾ ਹੋਵੇ, ਜਿੱਤੇ ਲੋਕਾਂ ਦੇ ਕੰਮ ਕਰਾਵੇ, ਫਿਰ ਤਾਂ ਗੱਲ ਹੀ ਕੋਈ ਆਰਾਮ ਰਾਜ ਵਾਲੀ ਹੋ ਜੇ। ਪਰ ਹੁਣ ਜਦੋਂ ਜਿਹੜਾ ਸਿਸਟਮ ਇਹ ਆ ਉਹਦੇ ਵਿੱਚ ਜਿਹੜੀ ਸਰਕਾਰ ਹੈ ਜੋ ਹਰਦੀ ਹੈ ਤਾਂ ਉਹਦੇ ਲਈ ਤਾਂ ਨਮੋਸ਼ੀ ਵਾਲੀ ਗੱਲ ਹੈ। ਤੇ ਫਿਰ ਹੁਣ ਜਿੱਤਣ ਦਾ ਤਰੀਕਾ ਇਹੋ ਹੀ ਹੁੰਦਾ, ਐਸੇ ਤਰੀਕੇ ਨਹੀਂ ਹੁੰਦਾ ਸਾਰਾ ਕੰਮ। ਮੈਂ ਤਾਂ ਕਹਿੰਦਾ ਇਹਨੂੰ ਬੈਟਰ ਹੈ ਕਿ ਨੋਮੀਨੇਸ਼ਨ ਹੋ ਜਾਏ। ਚੀਮਾ ਸਾਹਿਬ, ਮੈਂ ਜਿਸ ਤਰ੍ਹਾਂ ਕਿਹਾ ਕਿ ਹੁਣ ਇੱਕ ਵੱਡੀ ਜ਼ਿੰਮੇਵਾਰੀ, ਜਿਵੇਂ ਤੁਸੀਂ ਕਿਹਾ ਕਿ ਸਾਨੂੰ ਖਦਸ਼ਾ ਹੈ ਕਿ ਅਮਨੋ ਅਮਾਨ ਦੇ ਨਾਲ ਹੋਏਗਾ ਨਹੀਂ। ਹਾਂਜੀ, ਇੱਕ ਮਿੰਟ ਮੁੱਦੇ ਰਹਿ ਗਏ। ਮੈਂ ਅੰਮ੍ਰਿਤਸਰ ਤੇ ਜਲੰਧਰ ਦਾ ਲੈ ਲਓ ਜੀ, ਉੱਥੇ ਲੋਕਾਂ ਦੇ 2 ਮੁੱਦੇ ਆ ਜੀ। ਇੱਕ ਤਾਂ ਜਿਹੜਾ ਕੂੜੇ ਦੀ ਸਾਂਭ ਸੰਭਾਲ ਵਾਲੇ ਪਲਾਂਟ ਲੱਗਣੇ ਸੀ ਜੀ, ਉਹ ਉੱਥੋਂ ਦਾ ਅਕਾਲੀਆਂ ਦਾ ਐਮਐਲਏ ਸੀ ਜਿਹੜਾ ਛੱਡ ਕੇ ਮੁੜ ਕੇ ਕਾਂਗਰਸ 'ਚ ਆਇਆ, ਉਹਨੇ ਨਹੀਂ ਉਹ ਲੱਗਣ ਦਿੱਤਾ। ਉਹਨੇ ਪੂਰਾ ਆਪਣਾ ਟਿੰਡਖਾਨਾ ਫਸਾਈ ਰੱਖਿਆ। ਜਲੰਧਰ 'ਚ ਪ੍ਰਗਟ ਸਿੰਘ ਐਮਐਲਏ ਸੀ, ਉਹ ਵੀ ਅਕਾਲੀਆਂ ਨਾਲ ਸੀ। ਉਹ ਜਿਹੜਾ ਸਾਰਾ ਪ੍ਰੋਜੈਕਟ ਤੇ 1000 ਕਰੋੜ ਰੁਪਇਆ ਜੋ ਮੀਡੀਆ 'ਚ ਆਉਂਦਾ ਰਿਹਾ ਲੱਗ ਚੁੱਕਿਆ।
1000 ਕਰੋੜ ਰੁਪਏ ਦੇ ਬਾਵਜੂਦ ਵੀ ਅੜਿਆ ਸੀ ਕਿ ਇਹਨੂੰ ਬਦਲਿਆ ਜਾਏ। ਹੁਣ ਮੈਨੂੰ ਦੱਸੋ 1000 ਕਰੋੜ ਰੁਪਇਆ ਸਰਕਾਰ ਕਿੱਥੋਂ ਉਸ ਨੂੰ ਪਲਾਂਟ ਜਾਂ ਤਾਂ ਉੱਥੇ ਲੱਗੂਗਾ ਨਹੀਂ ਤੇ ਨਹੀਂ ਲੱਗੇਗਾ ਹੀ ਨਹੀਂ। ਹੁਣ ਲੋਕਾਂ ਦੀ ਜਿਹੜੀ ਜਲੰਧਰ ਦੇ ਦੀ ਵੱਡੀ ਸਮੱਸਿਆ ਹੈ ਉਹ ਕੂੜੇ ਦੀ, ਹੋਰ ਕਿਸੇ ਨੂੰ ਕੀ ਲੈਣਾ ਕਿਸੇ ਨੇ। ਉਹਨਾਂ ਦਾ ਸਿਵਰੇਜ ਸਿਸਟਮ ਠੀਕ ਹੋਵੇ, ਪਾਣੀ ਤੇ ਕੂੜੇ ਦੀ ਸਾਂਭ ਸੰਭਾਲ, ਤਿੰਨ ਹੀ ਮੁੱਦੇ ਲੋਕਾਂ ਦੇ, ਹੋਰ ਸਰਕਾਰ ਤੋਂ ਕੋਈ ਮੰਗਦੇ ਨਹੀਂਗੇ। ਸੋ ਇਹ ਕੂੜੇ ਵਾਲਾ ਅਜੇ ਤੱਕ ਇਹ ਕਿਸੇ ਪਾਸੇ ਨਹੀਂ ਲੱਗਾ ਵੀ ਕਿੱਥੇ ਲੱਗਣਾ ਤੇ ਕਿੱਥੇ ਨਹੀਂ ਲੱਗਣਾ। ਇਹ ਫੈਸਲਾ ਵੀ ਨਹੀਂ ਹੋ ਸਕਿਆ। ਚੀਮਾ ਸਾਹਿਬ, ਜਿਸ ਤਰ੍ਹਾਂ ਇਹ ਫੈਸਲਾ ਨਹੀਂ ਹੋ ਸਕਿਆ, ਬੜੇ ਜਿਹੇ ਫੈਸਲੇ ਨੇ ਜਿਹੜੇ ਨਹੀਂ ਹੋ ਪਾਉਂਦੇ। ਔਰ ਮੈਂ ਇਸ ਦੇ ਨਾਲ ਹੀ ਇਹ ਜਾਣਨਾ ਚਾਹੁੰਦਾ ਕਿ ਇੱਕ ਵੱਡੀ ਜ਼ਿੰਮੇਵਾਰੀ ਹੁਣ ਸਰਕਾਰ ਦੀ ਹੈ ਕਿ ਇਹਨਾਂ ਚੋਣਾਂ ਨੂੰ ਅਮਨੋ ਅਮਾਨ ਦੇ ਨਾਲ ਨੇਪਰੇ ਚੜਾਇਆ ਜਾਵੇ। ਤੁਸੀਂ ਖਦਸ਼ਾ ਪ੍ਰਗਟਾ ਰਹੇ ਹੋ ਕਿ ਅਮਨੋ ਅਮਾਨ ਨਾਲ ਹੋਣਾ ਨਹੀਂ, ਅਜਿਹਾ ਕਿਉਂ? ਦੇਖੋ, ਕਿਉਂਕਿ ਹੁਣ ਤਾਂ ਪਟਿਆਲਾ ਦੇ ਵਿੱਚ ਮੈਨੂੰ ਲੱਗਦਾ ਵੀਡੀਓਗ੍ਰਾਫੀ ਦੇ ਵੀ ਹੁਕਮ ਹੋ ਗਏ ਨੇ। ਪਟਿਆਲੇ ਦੇ ਵਿੱਚ ਵੀਡੀਓਗ੍ਰਾਫੀ ਦੇ ਆਰਡਰ ਹਾਈ ਕੋਰਟ ਨੇ ਕੀਤੇ ਆ, ਸਰਕਾਰ ਨੇ ਆਪਣੇ ਆਪ ਨਹੀਂ ਕੀਤੇ, ਕਿਉਂਕਿ ਉੱਥੇ ਵੀ ਜਿਹੜੀ ਗੱਲ ਹੋਈ ਸੀ ਕਿ ਜਿਸ ਵਾਰਡ ਦੇ ਵਿੱਚ 42 ਨੰਬਰ ਦੇ ਵਿੱਚ ਕਾਂਗਰਸ ਦਾ ਮੇਅਰ ਦਾ ਕੈਂਡੀਡੇਟ ਸੀਗਾ ਸੰਭਾਵੀ, ਉੱਥੇ ਸਾਰੀਆਂ ਪਾਰਟੀਆਂ ਦੇ ਦਰਜਾ ਰੱਦ ਕਰ ਦਿੱਤੇ ਨੇ। 42 ਨੰਬਰ ਵਾਰਡ ਦੇ ਨਾਲ 41 ਨੰਬਰ ਸੀ, ਉੱਥੇ ਵੀ ਸਾਰੀਆਂ ਦੇ। ਇੱਕ ਹੋਰ ਵਾਰਡ ਸੀ, ਉੱਥੇ ਵੀ ਸਾਰੀਆਂ ਪਾਰਟੀਆਂ ਦੇ ਜਿਹੜੇ ਆ ਉਹ ਰੱਦ ਕਰ ਦਿੱਤੇ। ਮਤਲਬ ਜਿਹੜੇ ਬੰਦੇ ਉਹਨਾਂ ਨੂੰ ਜ਼ਰੂਰੀ ਸੀ ਕਾਰਪੋਰੇਸ਼ਨ 'ਚ ਭੇਜਣੇ, ਉਹਨਾਂ ਸਾਰਿਆਂ ਦੇ ਜਿਹੜੇ ਹੈਗੇ ਆ ਅਨਅਪੋਜ਼ਡ ਜਾਣ ਵਾਸਤੇ ਰਸਤਾ ਕਲੀਅਰ ਕਰ ਲਿਆ। ਤਾਂ ਨੈਚੁਰਲੀ ਉਹਦੇ ਬੇਸ ਦੇ ਉੱਤੇ ਕੈਂਡੀਡੇਟ ਨੇ ਮੂਵ ਕੀਤਾ ਸੀ, ਔਰ ਹਾਈ ਕੋਰਟ ਨੇ ਉਹਦੇ 'ਚ ਵਜਨ ਦੇਖਿਆ ਤੇ ਸਾਰੇ ਪਟਿਆਲੇ ਦੇ ਵਿੱਚ ਜਿਹੜੇ ਆ ਉਹਨਾਂ ਨੇ ਵੀਡੀਓਗ੍ਰਾਫੀ ਦੇ ਆਰਡਰ ਜਿਹੜੇ ਆ ਉਹ ਕੀਤੇ। ਲੇਕਿਨ ਅਸੀਂ ਤੇ ਗਵਰਨਰ ਸਾਹਿਬ ਕੋਲੇ ਵੀ ਗਏ ਸੀ, ਇਲੈਕਸ਼ਨ ਕਮਿਸ਼ਨ ਤੋਂ ਹੀ ਮੰਗ ਕੀਤੀ ਕਿ ਇਹ ਕੋਈ ਬਹੁਤਾ ਵੱਡਾ ਕੰਮ ਨਹੀਂ, ਸਾਰੇ ਬੂਥਾਂ ਦੀ, ਕਿਉਂਕਿ ਇੱਕ ਸੀਮਤ ਸ਼ਹਿਰਾਂ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ, ਸਾਰੇ ਸ਼ਹਿਰਾਂ ਦੀ ਅਗਰ ਵੀਡੀਓਗ੍ਰਾਫੀ ਪ੍ਰੋਪਰ ਹੋ ਜਾਵੇ ਔਰ ਪੈਰਾਮਿਲਟਰੀ ਫੋਰਸਿਸ ਦੀ ਡਿਪਲੋਇਮੈਂਟ ਹੋ ਜਾਵੇ ਤੇ ਅੱਜ ਵੀ ਮੈਂ ਕਹਿ ਸਕਦਾ ਕਿ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਦਾ ਜਿਹੜਾ ਉਹ ਸਾਹਮਣਾ ਕਰਨਾ ਪਏ। ਇਹੀ ਚੀਜ਼ ਹੈ ਜਿਹੜੀ ਉਹਨਾਂ ਨੂੰ ਸਤਾ ਰਹੀ ਹੈ, ਜਿਹਦੇ ਕਰਕੇ ਜ਼ਿਆਦਾ ਇਸ ਤਰ੍ਹਾਂ ਦੇ ਜਿਹੜੇ ਆ ਪ੍ਰਭਾਵ ਲੋਕਾਂ ਦੇ ਪੈਣੇ ਸ਼ੁਰੂ ਹੋਏ ਆ। ਅੱਜ ਵੀ ਇਹ ਦੋਨੇ ਚੀਜ਼ਾਂ ਹੋ ਜਾਣ ਤੇ ਕੋਈ ਕਾਰਨ ਨਹੀਂ ਕਿ ਕਾਂਗਰਸ ਜਿਹੜੀ ਆ ਬੁਰੀ ਤਰ੍ਹਾਂ ਨਾ ਹਾਰੇ। ਸੁਖਦੇਵ ਸਿੰਘ ਜੀ, ਇੱਕ ਵੱਡੀ ਜ਼ਿੰਮੇਵਾਰੀ ਹੈ ਇਸ ਵਾਰ ਸਰਕਾਰ ਦੇ ਉੱਤੇ। ਬਿਲਕੁਲ, ਉਹ ਜ਼ਿੰਮੇਵਾਰੀ ਸਰਕਾਰ ਨਿਭਾਊਗੀ ਔਰ ਪਹਿਲਾਂ ਨਿਭਾ ਰਹੀ ਹੈ। ਔਰ ਜੇ ਅਸੀਂ ਦੇਖੀਏ ਜਿਵੇਂ ਪਹਿਲਾਂ ਲਾ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਅਸੀਂ ਕੰਟਰੋਲ ਕੀਤਾ, ਜਿਹੜੇ ਟਾਰਗੇਟ ਕਿਲਿੰਗ ਹੋਈਆਂ ਸੀ ਉਹ ਜਿਹੜੇ ਫੜੇ ਨਹੀਂ ਸੀ ਜਾ ਰਹੇ ਉਹ ਫੜੇ ਨੇ, ਉਸ ਤਰੀਕੇ ਨਾਲ ਹੀ ਹੋਊਗਾ। ਬਟ ਮੈਨੂੰ ਨਾ ਇੱਕ ਗੱਲ, ਮੈਨੂੰ ਇੱਥੇ ਗੱਲ ਇਹ ਕਹਿਣੀ ਨਹੀਂ ਚਾਹੀਦੀ ਕਿਉਂਕਿ ਮੈਂ ਬਹੁਤ ਇਹ ਸਾਰਿਆਂ ਨਾਲੋਂ ਜੂਨੀਅਰ ਬੰਦਾ ਜੀ, ਮੈਂ ਤਾਂ ਇੱਕ ਸਧਾਰਨ ਵਰਕਰ ਹਾਂ ਜੀ। ਵੀ ਅੱਜ ਤੋਂ 20 ਦਿਨ 25 ਦਿਨ ਪਹਿਲਾਂ ਨਾ ਸਾਡੇ ਡਿਪਟੀ ਸੀਐਮ ਸਾਹਿਬ ਕਹਿੰਦੇ ਹੁੰਦੇ ਸੀ ਸਾਰੇ ਪੰਜਾਬ ਦੇ ਅਫਸਰ ਮੇਰੇ ਆਖੇ ਲੱਗਦੇ ਆ, ਸਾਰੇ ਪੰਜਾਬ ਦੀ ਪੁਲਿਸ, ਕੋਈ ਐਸਐਸਪੀ ਮੈਨੂੰ ਮਨਾ ਨਹੀਂ ਕਰਦਾ, ਸਾਰੇ ਮੇਰੇ ਅੰਡਰ ਆ। ਹੁਣ ਅਸੀਂ ਕਹਿੰਦੇ ਪੁਲਿਸ ਧੱਕਾ ਕਰ ਰਹੀ ਹੈ। 20 ਦਿਨ ਪਹਿਲਾਂ ਵੀਡੀਓ ਮੈਂ ਭੇਜ ਦੂੰਗਾ, ਜੇ ਕਹੋਗੇ ਸਾਰੇ ਬੁਲਾਰਿਆ ਸਾਥੀਆਂ ਨੂੰ ਭੇਜ ਦੂੰਗਾ, ਸਾਰਿਆਂ ਨੂੰ ਭੇਜ ਦੂੰਗਾ। ਉਹਨਾਂ ਦੇ ਡਿਪਟੀ ਸੀਐਮ ਖੁਦ ਕਹਿੰਦੇ ਹੁੰਦੇ ਸੀ ਵੀ ਜੀ ਮੈਂ ਤਾਂ, ਮੇਰੇ ਤੋਂ ਕੋਈ ਆਖੇ ਨਹੀਂ, ਮੇਰੇ ਬਾਹਰ ਹੀ ਨਹੀਂ, ਸਾਰੇ ਅਫਸਰ ਕਾਂਗਰਸੀਆਂ ਦੇ ਮੰਨਣ ਨਾ ਮੇਰੀ ਤਾਂ ਸਾਹਿਬ ਤੋਂ ਜਵਾਬ ਲੈ ਲੈਣੇ। ਇਹਦਾ ਮਤਲਬ ਹੈ ਕਿ ਜਿੰਨੀ ਦੇਰ ਤੱਕ ਅਫਸਰ ਆਪਣੇ ਨਾਮ ਨੂੰ ਫਾਲੋ ਕਰ ਰਹੇ ਸੀ, ਉਦੋਂ ਦੇਰ ਤੱਕ ਸਾਡੇ ਕਿਸੇ ਲੀਡਰ ਨੇ ਕੋਈ ਵੀ ਗਲਤ ਐਲੀਗੇਸ਼ਨ ਨਹੀਂ ਲਾਈ। ਜਿਸ ਦਿਨ ਤੋਂ ਗੁੰਡਾਗਰਦੀ ਸ਼ੁਰੂ ਹੋਈ ਕਿ 3 ਸਾਡੇ ਸੀਨੀਅਰ ਬੰਦੇ, ਜਿਹਦੇ ਵਿੱਚ ਇੱਕ ਸਾਬਕਾ ਐਮਐਲਏ ਆ, 2 ਇਲੈਕਸ਼ਨ ਲੜ ਚੁੱਕੇ ਆ ਸੀਨੀਅਰ ਸਟੇਟ ਲੈਵਲ ਦੇ ਬੰਦੇ, ਉਹਨਾਂ ਨੂੰ ਡੀਐਸਪੀ ਬੁਲਾ ਰਿਹਾ ਕਿ ਤੁਸੀਂ ਅਬਜ਼ਰਵਰ ਨੂੰ ਮਿਲੋ, ਔਰ ਜਿੱਥੇ ਉਹ ਠਹਿਰੇ ਹੋਏ ਆ ਉੱਥੋਂ 50 ਮੀਟਰ ਬਾਹਰ ਨਿਕਲਦੇ ਤੇ ਉਹਨਾਂ ਦੇ ਉੱਤੇ ਗੋਲੀਆਂ ਦੇ ਨਾਲ ਹਮਲਾ ਹੁੰਦਾ, ਇੱਟਾਂ ਦੇ ਨਾਲ ਹਮਲਾ ਹੁੰਦਾ, ਡਾਂਗਾਂ ਨਾਲ ਗੱਡੀਆਂ ਤੋੜ ਦਿੱਤੀਆਂ ਜਾਂਦੀਆਂ, ਗੱਡੀ 'ਚ ਗੋਲੀਆਂ ਲੱਗਦੀਆਂ ਤੇ ਉਲਟਾ 307 ਦਾ ਪਰਚਾ ਦਰਜ ਹੁੰਦਾ। ਉਦੋਂ ਅਸੀਂ ਅਫਸਰਾਂ ਨੂੰ ਉਸ ਨੂੰ ਬਲੇਮ ਕੀਤਾ ਸੀ ਜਿਨ੍ਹਾਂ ਅਫਸਰਾਂ ਦਾ ਕਸੂਰ ਹੈ। ਇਸ ਕਰਕੇ ਇਸ ਚੀਜ਼ ਦੀ ਵੈਲਿਊ ਵੀ ਰੱਖੋ ਨਾ ਕਿ ਅਕਾਲੀ ਦਲ ਨੇ ਜੇ ਕਿਸੇ ਨੇ ਗਲਤ ਕੰਮ ਨਹੀਂ ਕੀਤਾ, ਇਹ ਗੱਲ ਨਹੀਂ ਸੀ ਚੀਮਾ ਸਾਹਿਬ। ਅਕਾਲੀ ਦਲ ਇਹ ਕਹਿ ਰਿਹਾ ਸੀ ਵੀ ਤੁਹਾਡੀ ਤਾਂ ਸੁਣਵਾਈ ਕੋਈ ਨਹੀਂ, ਸੁਣਵਾਈ ਹੋਈ ਸਾਡੀ ਹੈ। ਦੂਜੀ ਗੱਲ, ਜਿਹੜੀਆਂ ਗੋਲੀਆਂ ਨੇ ਨਾ ਉਹ ਪੈਟਰੋਲ ਪੰਪ ਤੇ ਲੱਗੀਆਂ ਨੇ, ਜਾ ਕੇ ਦੇਖਿਆ ਜਾ ਸਕਦਾ ਜਿਸ ਪੈਟਰੋਲ ਪੰਪ ਤੇ ਕਾਂਗਰਸ ਵਰਕਰ ਕੱਟੇ ਸੀ। ਗੋਲੀਆਂ ਜੀਪ ਤੇ ਨਹੀਂ ਲੱਗੀਆਂ ਜਾਂ ਗੱਡੀ ਤੇ ਨਹੀਂ ਲੱਗੀਆਂ, ਉਹ ਪੈਟਰੋਲ ਪੰਪ ਤੇ ਲੱਗੀਆਂ ਨੇ ਜਿਸ ਪੈਟਰੋਲ ਪੰਪ ਤੇ ਕਾਂਗਰਸ ਦੇ ਬੰਦੇ ਕੱਟੇ ਹੋਏ ਸੀ। ਦੇਖੋ, ਤੁਹਾਡੇ ਜਿਹੜੇ ਮੌਕੇ ਦੇ ਰੇਂਜ ਦੇ ਡੀਆਈਜੀ ਆ, ਉਹਨਾਂ ਨੇ ਜਾ ਕੇ ਉੱਥੇ ਇਕੱਠ ਦੇ ਵਿੱਚ ਸੰਬੋਧਨ ਕਰਕੇ ਕਿਹਾ ਕਿ 307 ਗਲਤ ਲੱਗੀ ਸੀ, ਉਹ ਹਟਾ ਲਈ ਗਈ। ਅਫਸਰਾਂ ਦੀ ਮਰਿਆਦਾ ਰੱਖੋ ਕਿ ਅਫਸਰਾਂ ਨੂੰ ਕੰਮ ਕਰਨ ਦਿਓ। ਕੰਮ ਅਫਸਰ ਕਰ ਰਹੇ, ਕਿਉਂ ਨਹੀਂ ਕਰ ਰਹੇ? ਪ੍ਰਧਾਨ ਦਫਾ ਲਾਈ ਜਾਂਦਾ ਬੈਠ ਕੇ ਕਿ 307 ਲੱਗੂਗੀ ਕਿ ਨਹੀਂ, ਕੋਈ ਪ੍ਰਧਾਨ ਨਹੀਂ ਲਾ ਰਿਹਾ, ਜੋ ਕਾਨੂੰਨ ਮੁਤਾਬਕ ਹੈਗਾ ਨੈਸ਼ਨਲ ਫਿਰ ਵਾਪਸ ਕਿਉਂ ਲਈ ਗਈ? ਕੋਈ ਵਾਪਸ ਨਹੀਂ ਲਈ ਕਿਸੇ ਨੇ। ਮੈਂ ਜਾਖੜ ਸਾਹਿਬ ਦੇ ਬਿਆਨ ਦੀ ਗੱਲ ਕਰਦਾ। ਹਾਂ, ਜਾਖੜ ਸਾਹਿਬ ਨੇ ਜੋ ਕਿਹਾ ਠੀਕ ਹੈ। ਇਤਿਹਾਸ ਦੇ ਵਿੱਚ ਵੀ ਪਾਰਟੀ ਦਾ ਪ੍ਰਧਾਨ ਦੱਸ ਰਿਹਾ ਕਿ 307 ਲੱਗੂਗੀ ਕਿ 323 ਲੱਗੂਗੀ ਕਿ 324 ਲੱਗੂਗੀ। ਕੋਈ ਉਹਨਾਂ ਨੇ ਇਹ ਨਹੀਂ ਹੈਗਾ ਵੀ ਉਹਨਾਂ ਨੇ ਦੱਸ ਰਹੇ ਆ, ਉਹਦਾ ਜੋ ਰੀਅਲ ਪੋਜੀਸ਼ਨ ਹੈ ਉਹ ਦੱਸੇ। ਜੇ ਉਹ ਟੀਵੀ ਚੈਨਲ ਤੇ ਬੈਠ ਕੇ ਮੈਂ ਦੱਸ ਰਿਹਾ, ਇਹਦਾ ਮਤਲਬ ਇਹ ਥੋੜਾ ਵੀ ਮੈਂ ਕੋਈ ਹੋਰ ਨਹੀਂ ਰੱਖਦਾ। ਮੈਂ ਜੇ ਪਾਰਟੀ ਦਾ ਬੁਲਾ ਰਹਾ ਉਹਦੇ ਮੁਤਾਬਕ ਕਹਿ ਰਿਹਾ। ਸੁਖਦੇਵ ਸਿੰਘ ਜੀ, ਸਰਕਾਰ ਤੇ ਪਾਰਟੀ 'ਚ ਫਰਕ ਹੁੰਦਾ। ਠੇਕੇ ਤੇ ਨਾ ਦਿਓ ਪੁਲਿਸ ਜਿਹੜੀ ਕਾਂਗਰਸ ਪਾਰਟੀ ਨੂੰ। ਕੋਈ ਠੇਕੇ ਤੇ ਨਹੀਂ ਹੈ, ਕੋਈ ਠੇਕੇ ਤੋਂ ਤਾਂ ਵਾਪਸ ਲੈਂਦੀ ਹੈ। ਠੇਕੇ ਤੇ ਗਈ ਵੀ ਸੀ ਜਥੇਦਾਰਾਂ ਕੋਲ, ਮਸਾ ਲੈਂਦੀ ਹੈ ਪਰਚਾ। ਪ੍ਰਧਾਨ ਇੱਕ ਜ਼ਿੰਮੇਵਾਰ ਲੀਡਰ ਹੈ, ਮੈਂ ਰਿਸਪੈਕਟ ਕਰਦਾ ਦਿਲੋਂ। ਲੀਡਰ ਦੀ ਆਪੋਜੀਸ਼ਨ ਰਹੇ ਆ, ਐਮਪੀ ਬਣੇ ਆ, ਮੈਂ ਇੱਜ਼ਤ ਕਰਦਾ, ਇਹ ਨਹੀਂ ਕਿ ਸਤਿਕਾਰਯੋਗ ਆ। ਲੇਕਿਨ ਐਡਾ ਸੀਨੀਅਰ ਲੀਡਰ ਜਿਹੜਾ ਸਟੇਟ ਦਾ,
ਉਹ ਪ੍ਰੋਟੋਕਾਲ ਤੋਂ ਬਾਹਰ ਜਾ ਕੇ ਇਸ ਤਰ੍ਹਾਂ ਪ੍ਰੈਸ ਕਾਨਫਰੰਸ ਕਰਕੇ ਕਵੇ ਕਿ ਡੀਆਈਜੀ ਤੇ ਵੀ ਐਕਸ਼ਨ ਲਵਾਂਗੇ ਔਰ 307 ਜਿਹੜੀ ਲੱਗੀ ਆ ਉਹ ਲੱਗੀ ਰਹੂਗੀ। ਜੇ ਪਾਰਟੀ ਇਦਾਂ ਹਦਾਇਤਾਂ ਦੇਣੀਆਂ ਸ਼ੁਰੂ ਕਰ ਦਿਓਗੇ ਪੁਲਿਸ ਕਿੱਦਾਂ ਕੰਮ ਕਰੂ? ਆਫਟਰ ਆਲ ਪਾਰਟੀ ਦੇ ਪ੍ਰਧਾਨ ਉਹਨਾਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ। ਤੁਸੀਂ ਉਹ ਗੱਲ ਕਹਿਣੀ ਹੈ ਮੁੱਖ ਮੰਤਰੀ ਨੂੰ ਕਹੋ। ਠੀਕ ਹੈ ਵਿਨੀ ਜੀ, ਅੱਜ ਚੋਣ ਪ੍ਰਚਾਰ ਥੰਮ ਗਿਆ ਔਰ ਜਿੰਨਾ ਕੁ ਵੀ ਹੋ ਸਕਿਆ ਮੈਨੂੰ ਤਾਂ ਲੱਗਦਾ ਟਾਈਮ ਵੀ ਚੋਣ ਪ੍ਰਚਾਰ ਦਾ ਘੱਟ ਸੀਗਾ ਔਰ ਤੁਸੀਂ ਸੰਤੁਸ਼ਟ ਹੋ ਆਪਣੀ ਪਾਰਟੀ ਦੇ ਜਿਹੜੇ ਉਮੀਦਵਾਰ ਤੁਸੀਂ ਖੜੇ ਕੀਤੇ ਨੇ ਉਹਨਾਂ ਤੋਂ ਜਾਂ ਉਹਨਾਂ ਦੇ ਚੋਣ ਪ੍ਰਚਾਰ ਤੋਂ? ਜਿੰਨਾ ਕੁ ਕਾਂਗਰਸ ਨੇ ਸਰਕਾਰੀ ਮਸ਼ੀਨਰੀ ਖਾਸ ਕਰਕੇ ਪੁਲਿਸ ਦੀ ਦੁਰਵਰਤੋਂ ਕਰਕੇ ਸਾਡੇ ਕੈਂਡੀਡੇਟਸ ਨੂੰ ਤੰਗ ਕਰਕੇ ਜਿਹੜੀ ਸਾਡੀ ਕੈਂਪੇਨ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਕੱਲ ਵੀ ਜਿਹੜੇ ਪਰਚੇ ਦਰਜ ਕੀਤੇ, ਇਹਨਾਂ ਸਭ ਸਰਕਮਸਟੈਂਸਿਸ ਦੇ ਬਾਵਜੂਦ ਵੀ ਅਸੀਂ ਜਿਹੜੀ ਕੈਂਪੇਨ ਚਲਾ ਰਹੇ ਹਾਂ ਅਸੀਂ ਉਸ ਤੋਂ ਸੰਤੁਸ਼ਟ ਹਾਂ ਔਰ ਸਾਨੂੰ ਲੱਗਦਾ ਹੈ ਕਿ ਅੱਛੇ ਪੋਜ਼ਿਟਿਵ ਰਿਜ਼ਲਟਸ ਨਿਕਲਣਗੇ। ਅੰਮ੍ਰਿਤਸਰ ਚਾਹੇ ਜਲੰਧਰ, ਉੱਥੇ ਦੇ ਅਖਬਾਰਾਂ ਚੱਕ ਲਓ, ਉਹ ਉੱਥੇ ਸਾਰੇ ਕਹਿ ਰਹੇ ਨੇ ਕਿ ਅਕਾਲੀ ਭਾਜਪਾ ਔਰ ਕਾਂਗਰਸ ਦੇ ਵਿੱਚ ਟੱਕਰ ਹੈ, ਇਹ ਨਹੀਂ ਕਿ ਕਾਂਗਰਸ ਵਾਸਤੇ ਕੋਈ ਕੇਕ ਵਾਕ ਹੈ। ਸੋ ਇਹਨਾਂ ਸਭ ਧੱਕੇ ਦੇ ਬਾਵਜੂਦ ਜੇ ਅਸੀਂ ਇਹ ਅਚੀਵ ਕੀਤਾ ਤਾਂ ਮੈਨੂੰ ਅੱਛਾ ਲੱਗਦਾ ਹੈ ਔਰ ਉਮੀਦ ਹੈ ਕਿ ਜੇ ਇਹਨਾਂ ਨੇ ਨਿਰਪੱਖ ਚੋਣਾਂ ਹੋਣ ਦਿੱਤੀਆਂ, ਜੇ ਚੋਣਾਂ 'ਚ ਇਹਨਾਂ ਨੇ ਗੁੰਡਾਗਰਦੀ ਨਹੀਂ ਕੀਤੀ, ਜੇ ਅੱਜ ਰਾਤ ਤੋਂ ਲੈ ਕੇ ਕੱਲ ਰਾਤ ਤੱਕ ਪਰਸੋਂ ਸਵੇਰੇ ਤੱਕ ਜੇ ਇਹਨਾਂ ਨੇ ਕੋਈ ਪੁਲਿਸ ਦਾ ਹੋਰ ਧੱਕਾ ਨਾ ਕੀਤਾ ਤੇ ਇਹ ਚੋਣਾਂ ਜਿਹੜੀ ਵੋਟਾਂ ਨੇ ਇਹ ਸਾਡੇ ਹੀ ਪੱਖ 'ਚ ਜਾਣਗੀਆਂ, ਲੋਕ ਸਾਨੂੰ ਹੀ ਵੋਟਾਂ ਕਰਨਗੇ। ਕਾਰਨ ਇੱਕੋ ਹੀ ਹੈ ਕਿ ਪਿਛਲੇ 10 ਸਾਲ 'ਚ ਅਸੀਂ ਆਪਣੇ ਏਰੀਏ ਦੇ ਅੰਦਰ, ਸਾਡੇ ਕਾਉਂਸਲਰਸ ਨੇ ਆਪਣੇ ਏਰੀਏ ਦੇ ਅੰਦਰ, ਜਲੰਧਰ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ ਦੇ ਅੰਦਰ ਅਸੀਂ ਜ਼ਬਰਦਸਤ ਤਰੀਕੇ ਨਾਲ ਵਿਕਾਸ ਕੀਤਾ ਹੈ ਔਰ ਆંકੜੇ ਬੋਲਦੇ ਨੇ, ਜ਼ਮੀਨ ਬੋਲਦੀ ਹੈ। ਸਿਰਫ ਜੇ ਅਸੀਂ ਕਿਤੇ ਜਾ ਕੇ ਡਰਦੇ ਆ ਜਾਂ ਜਿੱਥੇ ਸਾਡੇ ਵਰਕਰ ਦੇ ਹੱਥ ਪੈਰ ਫੁੱਲ ਜਾਂਦੇ ਨੇ ਜਾਂ ਲੋਕਲ ਲੋਕ ਜਿਹੜੇ ਸਹਿਮ ਕੇ ਘਰਾਂ ਅੰਦਰ ਵਜਣ, ਉਹ ਤਦ ਹੈ ਜਦ ਖਾਕੀ ਪੁਲਿਸ ਵਾਲੇ ਜਿਹੜੇ ਥਾਣੇ ਪੱਧਰ ਦੀ ਪੁਲਿਸ ਹੈ ਉਹ ਕਾਂਗਰਸ ਦਾ ਵਰਕਰ ਬਣ ਕੇ ਵਿਰੋਧੀਆਂ ਦੇ ਉੱਪਰ ਟੁੱਟ ਪੈਂਦੀ ਹੈ। ਨਵਦੀਪ ਜੀ ਦੋ ਸਵਾਲ ਨੇ ਮੈਨੂੰ ਤੁਹਾਡੇ। ਇੱਕ ਤਾਂ ਇਹ ਜਿਸ ਤਰ੍ਹਾਂ ਸੁਖਦੇਵ ਸਿੰਘ ਹੋਰਾਂ ਨੇ ਕਿਹਾ ਕਿ ਤੁਹਾਨੂੰ ਤਾਂ ਉਮੀਦਵਾਰ ਹੀ ਨਹੀਂ ਲੱਭੇ ਖੜੇ ਕਰਨ ਦੇ ਲਈ, ਹੁਣ ਤੁਸੀਂ ਜਿੰਨਾ ਮਰਜ਼ੀ ਕਹੀ ਜੋ ਕਿ ਆਜ਼ਾਦ ਜਿਹੜੇ ਲੋਕ ਖੜੇ ਨੇ ਉਹ ਵੀ ਤੁਹਾਡੀ ਪਾਰਟੀ ਦੇ ਨੇ, ਤੁਸੀਂ ਉਹਨਾਂ ਨੂੰ ਚੋਣ ਨਿਸ਼ਾਨ ਨਹੀਂ ਦਿੱਤਾ, ਪਹਿਲੀ ਗੱਲ। ਦੂਜੀ ਗੱਲ, ਇਹਨਾਂ ਚੋਣਾਂ ਦੇ ਵਿੱਚ ਚਰਚਾ ਸਿਰਫ ਕਾਂਗਰਸ ਵਰਸਸ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਉਮੀਦਵਾਰ ਹੀ ਹੋ ਰਹੀ ਹੈ, ਆਮ ਆਦਮੀ ਪਾਰਟੀ ਦਾ ਉਮੀਦਵਾਰ ਜਾਂ ਚਰਚਾ ਦੇ ਵਿੱਚ ਵੀ ਨਹੀਂ ਹੈ। ਦੇਖੋ ਜੀ, ਆਪਣੀ ਜਿਹੜੀ ਇੱਥੇ ਡਿਬੇਟ ਚੱਲ ਰਹੀ ਹੈ ਇਹਦੇ ਚ ਵੀ ਮੇਨ ਚਰਚਾ ਕਾਂਗਰਸ ਤੇ ਅਕਾਲੀ ਦਲ ਬੀਜੇਪੀ ਦੀ ਹੀ ਹੋ ਰਹੀ ਹੈ। ਕਾਰਨ ਕੀ ਹੈ, ਬੜੇ ਲੰਬੇ ਸਮੇਂ ਤੋਂ ਇਹ ਪਾਰਟੀਆਂ ਜਿਹੜੀਆਂ ਹੈਗੀਆਂ ਰੂਲ ਕਰ ਰਹੀਆਂ, ਕਦੇ ਉਹ ਆ ਜਾਂਦੇ ਕਦੇ ਉਹ ਆ ਜਾਂਦੇ, ਸਿਸਟਮ ਸਾਰਾ ਗੱਲ ਤਾਂ ਤੁਹਾਡੀ ਸਭ ਤੋਂ ਜ਼ਿਆਦਾ ਮੈਂ ਉਸੇ ਗੱਲ ਪਹਿਲੀ ਵਾਰੀ ਉਸੇ ਗੱਲ ਤੇ ਤੁਹਾਡੇ ਲਈ ਤਾਂ ਜੇ ਇਹ ਦੋਨੋਂ ਪਾਰਟੀਆਂ ਸਹੀ ਨਹੀਂ ਹੈ, ਲੋਕਾਂ ਵੱਲੋਂ ਨਕਾਰੀਆਂ ਗਈਆਂ, ਤੁਹਾਨੂੰ ਤਾਂ ਉਮੀਦਵਾਰਾਂ ਦੀ ਝੜੀ ਲੱਗ ਜਾਣੀ ਚਾਹੀਦੀ ਹੈ। ਸਾਡੇ ਜਿਹੜੇ ਉਮੀਦਵਾਰ ਆ ਅਸੀਂ ਲੱਭੇ, ਖੜੇ ਕੀਤੇ, ਕਾਰਨ ਉੱਥੇ ਇਹੀ ਆਉਂਦਾ ਜਿਸ ਤਰ੍ਹਾਂ ਦੂਜੀਆਂ ਜਿਹੜੀਆਂ ਇਲੈਕਸ਼ਨਸ ਆ ਉਹਨਾਂ ਦੇ ਵਿੱਚ ਹੋਇਆ ਸਿਸਟਮ ਧੱਕੇਸ਼ਾਹੀ ਹੋਈ ਆ, ਉਹਦੇ ਕਾਰਨ ਤੁਸੀਂ ਇਹ ਵੇਖੋ ਵੀ ਇੱਕ ਤਾਂ ਇਲੈਕਸ਼ਨਾਂ ਦਾ ਚਾਹ ਹੁੰਦਾ, ਇੱਥੇ ਐਤਕੀ ਇੱਕ ਸਹਿਮ ਦਾ ਮਾਹੌਲ ਬਣਿਆ ਹੋਇਆ ਜਿੱਥੇ ਜਿੱਥੇ ਇਲੈਕਸ਼ਨਸ ਹੋ ਰਹੀਆਂ। ਕੈਂਡੀਡੇਟਸ ਦੇ ਜਿਹੜੇ ਹੈਗੇ ਆ, ਵਨੀਤ ਜੋਸ਼ੀ ਜੀ ਨੇ ਵੀ ਕਿਹਾ ਵੀ ਘਰੇ ਆ ਕੇ ਧਮਕਾਇਆ ਜਾਂਦਾ ਔਰ ਕੈਂਡੀਡੇਟਸ ਜਿਹੜੇ ਹੈਗੇ ਆ ਉਹ ਆਪਦੇ ਆਪ ਦੇ ਵਿੱਚ ਇੱਕ ਸਹਿਮੇ ਹੋਏ ਨੇ। ਜਿੱਥੇ ਜਿਹੜੀ ਆਜ਼ਾਦ ਕੈਂਡੀਡੇਟਸ ਦੀ ਗੱਲ ਕੀਤੀ, ਮੈਂ ਪਹਿਲਾਂ ਵੀ ਕੀਤੀ ਆ, ਜਿੱਥੇ ਸਾਨੂੰ ਚੰਗਾ ਕੈਂਡੀਡੇਟ ਲੱਗਦਾ ਸੀ ਵੀ ਕਿਉਂਕਿ ਇਹ ਸਥਾਨਕ ਇਲੈਕਸ਼ਨਸ ਨੇ, ਇਹਦੇ ਨਾਲ ਪਾਰਟੀ ਤੋਂ ਉੱਪਰ ਮੇਰੇ ਖਿਆਲ ਇੱਕ ਆਮ ਆਦਮੀ ਦਾ ਜਿਹੜਾ ਕਿਰਦਾਰ ਵੇਖਿਆ ਜਾਂਦਾ ਹੈ। ਸੋ ਜਿਸ ਤਰ੍ਹਾਂ ਦੇ ਸਾਨੂੰ ਕੈਂਡੀਡੇਟ ਜਿਹੜੇ ਮਿਲੇ ਆ, ਚੰਗੇ ਮਿਲੇ, ਉਹਨਾਂ ਦੀ ਅਸੀਂ ਸਪੋਰਟ ਕਰ ਰਹੇ ਹਾਂ। ਦੂਸਰੀ ਗੱਲ ਜਿਹੜੀ ਅੱਜ ਇੱਥੇ ਇਲੈਕਸ਼ਨਸ ਦੀ ਗੱਲ ਚੱਲੀ ਸੀਗੀ, ਸਥਾਨਕ ਮੁੱਦਿਆਂ ਦੀ ਗੱਲ ਚੱਲਦੀ ਹੈਗੀ ਹੈ। ਸਥਾਨਕ ਮੁੱਦਿਆਂ ਨੂੰ ਅੱਜ ਦੀ ਜਿਹੜੀ ਆਪਣੀ ਡਿਬੇਟ ਚੱਲ ਰਹੀ ਹੈ ਇਹਦੇ ਤੋਂ ਲੋਕ ਕੀ ਵੇਖਣਗੇ? ਅੱਜ ਇੱਥੇ ਬਹਿਸ ਹੋ ਰਹੀ ਹੈ, ਉਹੀ ਦੋਨਾਂ ਪਾਰਟੀਆਂ ਦੀ ਹੋ ਰਹੀ ਹੈ ਜਿਹੜੀ ਆਪਾਂ ਦੇਖ ਰਹੇ ਹਾਂ, ਦੋਨੋਂ ਤਕਰਾਰ ਕਰ ਰਹੇ ਆ, ਇਹੀ ਵਿਧਾਨ ਸਭਾ ਦੇ ਅੰਦਰ ਚੱਲ ਰਿਹਾ। ਉਦਣ ਆਇਆ ਵੀ 70 ਲੱਖ ਰੁਪਈਆ ਇੱਕ ਦਿਨ ਵਿਧਾਨ ਸਭਾ ਦਾ ਖਰਚਾ ਪੈਂਦਾ, ਉਹ ਪਬਲਿਕ ਦਾ ਖਰਚਾ ਪੈਸਾ ਵੇਸਟ ਹੋ ਰਿਹਾ। ਇੰਨੇ ਲੰਬੇ ਸਮੇਂ ਤੋਂ ਆਪਾਂ ਇਹਨਾਂ ਦਾ ਹੀ ਦੇਖਦੇ ਆ ਰਹੇ, ਇਹਨਾਂ ਦੀਆਂ ਹੀ ਬਹਿਸ ਸੁਣਦੇ ਆ ਰਹੇ ਆ, ਇਹਨਾਂ ਦੀਆਂ ਹੀ ਲੜਾਈਆਂ ਸੁਣਦੇ ਆ ਰਹੇ। ਸੋ ਮੈਂ ਤਾਂ ਇਹੀ ਕਹਿਣਾ ਹੈਗਾ ਵੀ ਮੈਂ ਸਾਧੂ ਸਿੰਘ ਬਰਾੜ ਜੀ ਦੀ ਗੱਲ ਨਾਲ ਸਹਿਮਤ ਹਾਂ ਕਿ ਜਿਹੜੀ ਇਹ ਇਲੈਕਸ਼ਨਸ ਹੈਗੀਆਂ ਇੱਕ ਤਰ੍ਹਾਂ ਜ਼ਿਆਦਾ ਨੋਮੀਨੇਟ ਹੋ ਜਾਣ। ਦੂਜੀ ਗੱਲ, ਜਿਹੜੀ ਇਲੈਕਸ਼ਨ ਕਮਿਸ਼ਨ ਪੰਜਾਬ ਹੈਗਾ ਉਹ ਇੱਕ ਪਪਟ ਦੀ ਤਰ੍ਹਾਂ ਜਿਹੜਾ ਕੰਮ ਕਰਦਾ ਹੈਗਾ, ਉਹਨੂੰ ਇੰਡੀਪੈਂਡੈਂਟ ਹੋਣਾ ਚਾਹੀਦਾ ਜੇ ਇੱਥੇ ਆਪਾਂ ਕੋਈ ਚੰਗੇ ਰਿਜ਼ਲਟ ਜੀ। ਇੱਕ ਮੇਰੇ ਕੋਲ ਟਾਈਮ ਘੱਟ ਹੈ, ਥੋੜਾ ਜਲਦੀ ਦੇ ਵਿੱਚ ਜਵਾਬ ਦੇਣਾ ਕਿ ਜੇ ਪੁਲਿਸ ਦਾ ਡਰ ਨਾ ਹੁੰਦਾ ਜਾਂ ਅਜਿਹੀਆਂ ਧੱਕੇਸ਼ਾਹੀਆਂ ਨਾ ਹੁੰਦੀਆਂ, ਪਹਿਲੀ ਗੱਲ ਤਾਂ ਪਟਿਆਲਾ ਦੇ ਵਿੱਚ ਵੀਡੀਓਗ੍ਰਾਫੀ ਦੇ ਆਰਡਰ ਨਾ ਹੁੰਦੇ। ਦੂਜੀ ਗੱਲ, ਲੋਕਾਂ ਦੇ ਵਿੱਚ ਸਹਿਮ, ਲੋਕਾਂ ਦੇ ਵਿੱਚ ਡਰ ਹੈ, ਜਿਵੇਂ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਵੀ ਕਿਹਾ, ਉਹਨਾਂ ਲੋਕਾਂ ਨੂੰ ਹੁਣ ਤੁਸੀਂ ਕਿਸ ਤਰ੍ਹਾਂ ਵਿਸ਼ਵਾਸ ਦਿਵਾਓਗੇ ਵੋਟ ਪਾਉਣ ਲਈ ਬਾਹਰ ਆਉਣ? ਦੇਖੋ, ਕੋਈ ਡਰ ਨਹੀਂ, ਕੋਈ ਸਹਿਮ ਨਹੀਂ। ਗਰਾਊਂਡ ਤੇ ਜਾ ਕੇ ਦੇਖੋ, ਲੋਕ ਆਰਾਮ ਨਾਲ ਆਪਣੀ ਕੰਪੇਨ ਕਰ ਰਹੇ ਨੇ ਔਰ ਕਹਿੰਦੇ ਪੁਲਿਸ ਘਰ ਜਾ ਕੇ ਧਮਕੀ ਦਿੰਦੀ ਵੀ ਹੈ। ਸਾਡਾ ਤਾਂ ਅਸੀਂ ਤਾਂ ਕੰਪੇਨ ਦੇ ਵਿੱਚ ਸਾਡੇ ਤਾਂ ਮੰਤਰੀ ਸਾਹਿਬਾਨ ਨਹੀਂ ਗਏ, ਅਸੀਂ ਲੋਕਲ ਲੈਵਲ ਦੇ ਉੱਤੇ ਜਿਹੜੇ ਲੋਕਲ ਐਮਐਲਏ ਨੇ ਉਹ ਆਪਣੇ ਵਾਰਡਾਂ ਦੇ ਵਿੱਚ ਆਪਣੇ ਜਾ ਕੇ ਕੰਪੇਨ ਕਰ ਰਹੇ ਨੇ। ਜਿੱਥੇ ਕਿਤੇ ਕੋਈ ਮੰਤਰੀ ਆ ਉਹ ਆਪਣੇ ਮੰਤਰੀ ਆਪਣੇ ਵਾਰਡਾਂ 'ਚ ਕਰੀ ਜਾਂਦਾ, ਅਸੀਂ ਤਾਂ ਕੋਈ ਇਸ ਲੈਵਲ ਦੇ ਉੱਤੇ ਜਾ ਕੇ ਕੰਪੇਨ 'ਚ ਹੀ ਨਹੀਂ ਗਏ। ਔਰ ਦੂਜੀ ਗੱਲ, ਐਵੇਂ ਆਪਾਂ ਹਊਆ ਖੜਾ ਕਰਨ ਦੀ ਕੋਈ ਉਹ ਗੱਲ ਨਹੀਂ, ਕੋਈ ਕਿਸੇ ਨੂੰ ਸਹਿਮ ਨਹੀਂ, ਕੋਈ ਕਿਸੇ ਨੂੰ ਡਰ ਨਹੀਂ। ਲੋਕ ਨਿਡਰ ਹੋ ਕੇ ਲੱਗੇ ਹੋਏ ਆ ਔਰ ਨਿਡਰ ਹੋ ਕੇ ਲੋਕ
ਲੋਕ ਵੋਟਾਂ ਪਾਉਣਗੇ। ਔਰ ਬਿਲਕੁਲ ਮੈਂ ਇੱਥੇ ਇੱਕ ਗੱਲ ਬੜੀ ਸਪਸ਼ਟ ਹੈ, ਮੈਂ ਵੀ ਇਹ ਗੱਲ ਨੂੰ ਮੰਨਦਾ ਵੀ ਮੁਕਾਬਲਾ ਹੈ, ਅਸੀਂ ਇਹ ਨਹੀਂ ਕਹਿੰਦੇ ਹਾਂ ਅਸੀਂ ਜਿੱਤਾਂਗੇ। ਅਸੀਂ ਮੁਕਾਬਲਾ ਕਿਸ ਨਾਲ? ਅਕਾਲੀ ਦਲ ਬੀਜੇਪੀ ਨਾਲ। ਆਪ ਦੌੜ ਦੇ ਵਿੱਚ ਨਹੀਂ, ਆਪ ਕੋਲ ਜਿਹੜੇ ਉਹ ਕੈਂਡੀਡੇਟ ਹੀ ਪੂਰੇ ਨਹੀਂ ਗਏ, ਅਸੀਂ ਐਵੇਂ ਕਹੀ ਜਾਈਏ। ਬਾਕੀ ਗੱਲ ਜਿਹੜੀ ਸਾਡੇ ਆਮ ਆਦਮੀ ਪਾਰਟੀ ਵਾਲੇ ਕਹਿ ਕੇ ਗਏ, ਜਿਵੇਂ ਉਹ ਐਲੀਗੇਸ਼ਨ ਲਾ ਗਏ ਵੀ ਜੀ ਇਹਨਾਂ ਦੀ ਆਪਸੀ ਹੋਈ ਲੜਾਈ, ਉਹ ਮੈਂ ਉਹੀ ਕਿਤੇ ਕਹਿੰਦੇ ਇਹ ਮਿਲੇ ਵੇ, ਕਿਤੇ ਕਹਿੰਦੇ ਇਹਨਾਂ ਦੀ ਲੜਾਈ ਆ। ਔਰ ਇਹ ਨਹੀਂ ਸਾਡੇ ਸਮਝ ਆਏ ਵੀ ਸੱਚੀ ਗੱਲ ਕਿਹੜੀ ਮੰਨੀ ਹੈ। ਦੂਜੀ ਗੱਲ, ਇੱਕ ਮੇਰੀ ਛੋਟੀ ਜਿਹੀ ਗੱਲ ਮੈਂ ਹੋਰ ਕਹਿਣੀ ਚਾਹੂੰਗਾ ਵੀ ਜਿਹੜੀ ਇਹ ਵਿਧਾਨ ਸਭਾ ਦੇ ਸੈਸ਼ਨ ਦੀ ਗੱਲ ਕੀਤੀ, ਵਿਧਾਨ ਸਭਾ ਦਾ ਸੈਸ਼ਨ ਇੱਕ ਇਹਨਾਂ ਨੇ ਖਹਿਰਾ ਸਾਹਿਬ ਦੀ ਗੱਲ ਦੇ ਉੱਤੇ ਖਰਾਬ ਕੀਤਾ। ਜੇ ਉਹ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੇ, ਲੋਕਾਂ ਦੇ ਮੁੱਦਿਆਂ ਦੇ ਉੱਤੇ ਆਪਾਂ ਗੱਲ ਕਰਦੇ ਤਾਂ ਜ਼ਿਆਦਾ ਵਧੀਆ ਸੀ। ਉਹ ਵੀ ਖਹਿਰਾ ਸਾਹਿਬ ਐਲੀਗੇਸ਼ਨ ਨਸ਼ਿਆਂ ਦਾ ਕਿਉਂ ਲੱਗ ਗਿਆ, ਉਹ ਮੁੱਦੇ ਸਾਰਾ ਸੈਸ਼ਨ ਖਰਾਬ ਕੀਤਾ। ਉਸ ਤੋਂ ਬਾਅਦ ਫਿਰ ਆਪਾਂ ਜੋ ਟੀਵੀ ਦੇ ਉੱਤੇ ਉਹਨਾਂ ਨੇ ਬੜੀ ਵਧੀਆ ਸਭ ਇੱਕ ਭਾਸ਼ਾ ਬੋਲੀ ਹੈ ਖਹਿਰਾ ਸਾਹਿਬ ਨੇ। ਸੁਖਦੇਵ ਜੀ ਨੇ ਕਿਹਾ ਵੀ ਇਹਨੇ ਇਕੱਠੇ ਇਹਨਾਂ ਦਾ ਕਿਹੜਾ ਬਿਆਨ ਮੰਨੀਏ ਵੀ ਅਸੀਂ ਰਲੇ ਵੇ ਆ ਜਾਂ ਅਲੱਗ-ਅਲੱਗ ਹੈ। ਉਹ ਜਿਵੇਂ ਇੱਕ ਸ਼ਰੀਕਾ ਹੁੰਦਾ ਹੈ ਨਾ, ਜਦੋਂ ਤਾਂ ਇਹਨਾਂ ਦਾ ਬਾਹਰ ਲਿਆਣਾ ਪੰਗਾ ਪੈਂਦਾ ਉਦੋਂ ਇਹ ਇਕੱਠੇ ਹੋ ਜਾਂਦੇ, ਅਦਰਵਾਈਜ਼ ਇਹ ਲੜੀ ਜਾਂਦੇ। ਜਦੋਂ ਤੀਜੀ ਧਿਰ ਨਾਲ ਪੰਗਾ ਪੈਂਦਾ ਉਦੋਂ ਇਕੱਠੇ ਹੋ ਜਾਂਦੇ, ਅਦਰਵਾਈਜ਼ ਲੜੀ ਜਾਂਦੇ। ਨਵਦੀਪ ਜੀ ਹੁਣੇ ਇਕੱਠੇ ਜਾਂ ਬਾਹਰ ਦੇ? ਨਹੀਂ, ਇਲੈਕਸ਼ਨ ਤਾਂ ਜਿਹੜਾ ਹੈਗਾ, ਜਿਹੜਾ ਇਹ ਇਲੈਕਸ਼ਨ ਹੈ ਇਹ ਟੋਟਲੀ ਕਾਂਗਰਸ ਨੇ ਹਾਈਜੈਕ ਕੀਤਾ ਹੋਇਆ। ਚਲੋ ਚੀਮਾ ਸਾਹਿਬ, ਹੁਣ ਤੁਸੀਂ ਅਕਾਲੀ ਦਲ ਦੇ ਸੁਰ ਦੇ ਨਾਲ ਸੁਰ ਮਿਲਾ ਰਹੇ ਹੋ। ਅਖੀਰ ਤੇ ਇਹੀ ਗੱਲ ਕਹਿਣੀ ਚਾਹੂੰਗਾ ਵੀ ਇਸ ਦਾ ਸੁਖਦੇਵ ਸਰ ਕਹਿੰਦੇ ਕਿ ਮੰਤਰੀ ਸਾਡੇ ਗਏ ਨਹੀਂ। ਮੈਂ ਇਹਨਾਂ ਨੂੰ ਫਿਰ ਬੇਨਤੀ ਕਰਦਾ ਕਿ ਜਾਣ ਜੋਗੇ ਨਹੀਂ, ਤੇ ਜਿਹੜੇ ਉਹਨਾਂ ਨੇ ਐਸਐਚਓ ਭੇਜੇ ਹੋਏ ਆ ਉਹਨਾਂ ਦੀ ਨੁਮਾਇੰਦਗੀ ਕਰ। ਉਹ ਮੰਤਰੀ ਬਣੇ ਹੋਏ ਠੀਕ ਹੈ, ਤੁਸੀਂ ਐਲੀਗੇਸ਼ਨ ਲਾਉਣੇ ਆ, ਕਿਆ ਕਹੀਏ ਤੁਸੀਂ ਹੁਣ ਐਸਐਚਓ ਇਲੈਕਸ਼ਨ ਜਿਤਾ ਦੇਣਗੇ। ਕਿਸੇ ਨੇ ਐਸਐਚਓ ਇਹ ਭਲੇਖਾ ਤੁਹਾਡਾ ਨਿਕਲ ਜਾਏਗਾ। ਅਫਸਰ ਜੇ ਇਹ ਇਲੈਕਸ਼ਨ ਕੋਈ ਇੱਥੇ ਖਤਮ ਨਹੀਂ ਹੋਣੇ, ਅਸੀਂ 2019 ਦਾ ਵੀ ਫੇਸ ਕਰਨਾ ਹੈ ਔਰ ਦੋ ਬਾਅਦ ਆਪਾਂ ਫਿਰ ਅਸੈਂਬਲੀ ਦਾ ਆਉਣਾ। ਏਦਾਂ ਕਰਕੇ ਇਲੈਕਸ਼ਨ ਨਹੀਂ ਜਿੱਤੇ ਜਾ ਸਕਦੇ, ਇਲੈਕਸ਼ਨ ਨਹੀਂ ਜਿੱਤੇ ਜਾ ਸਕਦੇ। ਲੋਕਾਂ ਦੀ ਗੱਲ ਸੁਣਨੀ ਚਾਹੀਦੀ ਸੀ। ਜੋ ਲੋਕਾਂ ਦੀ ਜਾਂਦੇ ਤਕਲੀਫ ਪਤਾ ਲੱਗਦਾ, ਉਹਨਾਂ ਨੂੰ ਪਤਾ ਲੱਗਦਾ ਕਿ ਕਿੱਥੇ ਸਾਡੀ ਗਲਤੀ ਹੈ, ਅੱਗੋਂ ਸੁਧਾਰ ਕਰਦੇ। ਇਸ ਕਰਕੇ ਇਹ ਅਫਸਰਾਂ ਨਾਲ ਇਲੈਕਸ਼ਨਾਂ ਜਿਹੜੀਆਂ ਤਰੀਕਾ ਨਵਾਂ ਤੁਸੀਂ ਸ਼ੁਰੂ ਕੀਤਾ, ਇਹਦਾ ਭਰਮ ਭੁਲੇਖਾ ਨਹੀਂ ਅਸੀਂ ਕੋਈ ਤਰੀਕਾ ਨਹੀਂ, ਅਸੀਂ ਤਾਂ ਤਰੀਕਾ ਬਦਲਿਆ। ਪਹਿਲਾਂ ਸ਼ੀਕ ਆਏ ਸਾਰੇ ਮਹਿਮਾਨਾਂ ਦਾ, ਔਰ ਉਮੀਦ ਅਸੀਂ ਇਹੀ ਕਰਦੇ ਹਾਂ ਕਿ ਇਹ ਚੋਣਾਂ ਜਿਹੜੀਆਂ ਨੇ ਅਮਨੋ ਮਾਨ ਦੇ ਨਾਲ ਨੇਪਰੇ ਜ਼ਰੂਰ ਚੜ ਜਾਣ। ਲੋਕਾਂ ਨੂੰ ਘਰੋਂ ਕੱਢਣਾ ਬੜਾ ਮੁਸ਼ਕਲ ਹੋਇਆ ਪਿਆ ਫਿਲਹਾਲ ਜਿਹੜੀ ਸਥਿਤੀ ਨਜ਼ਰ ਆਉਂਦੀ ਹੈ, ਪਰ ਜਿਸ ਤਰ੍ਹਾਂ ਕਾਂਗਰਸ ਬੁਲਾਰ ਨੇ ਕਿਹਾ ਕਿ ਸੁਖ ਸ਼ਾਂਤੀ ਦੇ ਨਾਲ ਵੋਟਾਂ ਸਿਰੇ ਚੜਨਗੀਆਂ, ਕਿਉਂਕਿ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ। ਦੇਖਾਂਗੇ, ਚੋਣ ਦਾ ਦਿਨ ਵੀ ਨੇੜੇ ਆਉਣ ਵਾਲਾ, ਪਰ ਲੋਕਾਂ ਦੀ ਹਰ ਵਾਰ ਦੀ ਤਰ੍ਹਾਂ ਅਸੀਂ ਅਪੀਲ ਲੋਕਾਂ ਨੂੰ ਇਹ ਕਰਦੇ ਹਾਂ ਕਿ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਦੇ ਲਈ ਘਰਾਂ ਦੇ ਵਿੱਚੋਂ ਜ਼ਰੂਰ ਬਾਹਰ ਨਿਕਲੋ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।